ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਕ ਰਾਮਾ ਚੰਜੀ ਹੁਤੋ ਹੇਮੂ ਸੋਇਨੀ ਦੋਏ। ਜੱਟੂ ਭੰਡਾਰੀ ਤ੍ਰਿਤੀ ਸ਼ਾਹਦਰੇ ਰਹਿ ਸੋਏ। ਇਕ ਰਾਮਾ ਚੰਜੀ ਹੁਤੋ ਹੇਮੂ ਸੋਇਨੀ ਦੋਏ। ਜੱਟੂ ਭੰਡਾਰੀ ਤਿਤਰੀ ਤ੍ਰਿਤੀ ਸ਼ਾਹਦਰੇ ਰਹਿ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਚਲ ਚੌਰ ਛਤਰ ਤਖਤ ਦੇ ਮਾਲਕ ਕਰੁਣਾ ਨਿਧਾਨ ਦੀਨਾ ਬੰਧੂ ਜਗ ਦਾਤੇ ਗੁਰੂ ਗਰੀਬ ਨਿਵਾਜ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ
ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡੇ ਭਾਗਾਂ ਦੇ ਸਦਕਾ ਆਪ ਜੀ ਨਿਤਾ ਪ੍ਰਤ ਚੌਜੀ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਲੋਕ ਪਰਲੋਕ ਦੇ ਰੱਖਿਅਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਰਵਣ ਦਰਸ਼ਨ ਕਰਦੇ ਹੋ। ਹਜ਼ੂਰ ਦੀ ਪਾਵਨ ਪਵਿੱਤਰ ਯਾਦ ਅੰਦਰ ਬਹੁਤ ਸ਼ਰਧਾ ਪ੍ਰੇਮ ਸਤਿਕਾਰ ਦੇ ਨਾਲ ਜੁੜ ਬੈਠਦੇ ਹੋ। ਨਿਤਾ ਪ੍ਰਤੀ ਆਪਾਂ ਗੁਰਮੁਖਾਂ ਗੁਰਸਿੱਖਾਂ ਭਗਤਾਂ ਦੇ ਪ੍ਰਸੰਗ ਵਿਚਾਰ ਰਹੇ ਹਾਂ। ਜਥਾ ਪ੍ਰਸੰਗ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਵਿਚਾਰਿਆ ਸੁਣਿਆ। ਚੰਡਾਲੀਆ ਜਾਤ ਦੇ ਭਾਈ ਪੈੜਾ ਜੀ, ਸੇਠੀ ਜਾਤ ਦੇ ਭਾਈ ਜੇਠਾ ਆਦਿ ਸਿੱਖ ਮਹਾਰਾਜ ਪਾਸ ਪਹੁੰਚੇ। ਹਜ਼ੂਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜਿਹੜੇ ਕੋ ਬ੍ਰਾਹਮਣ ਲੋਕ ਹਨ, ਕਰਮ ਕਾਂਡੀ, ਸਾਨੂੰ ਤਰਕ ਹੁਜਤ ਕਰਦੇ ਹੈ ਕਿ ਜਦੋਂ ਸਿੱਖੋ ਤੁਸੀਂ ਲੰਗਰ ਬਣਾਉਂਦੇ, ਤਿਆਰ ਕਰਦੇ, ਛਕਦੇ, ਛਕਾਉਂਦੇ ਹੋ, ਅਤੇ ਤੁਸੀਂ ਪਾਪ 5 ਤਰ੍ਹਾਂ ਦੇ ਵੱਡੇ ਜਿਹੜੇ ਪਾਪ ਹੈ ਪ੍ਰਸ਼ਾਦਾ ਤਿਆਰ ਕਰਨ ਨਿਮਿਤ ਹੁੰਦੇ ਹੈ। ਜਿਵੇਂ ਕੋਈ ਅੰਨ ਨੂੰ ਉਹ ਸਾਫ਼ ਕਰਨਾ, ਫਿਰ ਉਹ ਆਟਾ ਪੀਣਾ, ਕੋ ਬੌਕਰ ਫੇਰਨੀ, ਚੌਂਕਾ ਸਾਫ਼ ਕਰਨ ਲੱਗਿਆਂ ਪੋਚਾ ਦੇਣਾ, ਅੱਗ ਬਾਲਣ ਲੱਗਿਆਂ, ਇਹ ਪਾਪ ਹੋ ਜਾਂਦੇ ਹੈ। ਬੜੇ ਸੂਖਸ਼ਮ ਜੀਵ ਮਰਦੇ ਹਨ ਅਤੇ ਤੁਸੀਂ ਇਹਨਾਂ ਦੇ ਭਾਗੀ ਬਣਦੇ ਹੋ, ਕਿਉਂਕਿ ਤੁਸੀਂ ਅੱਗ ਦੇਵਤਾ ਦੇ 5 ਛਾਂਦੇ ਨਹੀਂ ਕੱਢਦੇ, 5 ਗਰਾਹੀਆਂ ਨਹੀਂ ਪਾਉਂਦੇ, ਅਸੀਂ ਅੱਗ ਵਿੱਚ ਪਾਉਂਦੇ ਹਾਂ, ਪਾਪ ਤੋਂ ਮੁਕਤ ਹੋ ਜਾਂਦੇ ਹਾਂ। ਮਹਾਰਾਜ ਜੀ ਦੀ ਬਾਪ ਤਾਪ ਦਇਆ ਕਰੋ, ਸਾਨੂੰ ਸਮਝਾਓ ਵੀ ਇਸ ਤਰ੍ਹਾਂ ਵੀ ਪਾਪ ਦੇ ਭਾਗੀ ਬਣ ਜਾਈਦਾ। ਪਾਤਸ਼ਾਹ ਜੀਆਂ ਮਿਹਰ ਕੀਤੀ, ਦੱਸਿਆ ਕਿ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਜਿਹੜੇ ਹੈ ਉਹਨਾਂ ਨੂੰ ਕੋਈ ਅਗਨ ਦੇਵਤਾ ਦੀ ਮਨਜ਼ੂਰੀ ਜਾਂ ਉਹਨੂੰ ਖੁਸ਼ ਕਰਨ ਦੀ ਲੋੜ ਨਹੀਂ। ਉਹਨਾਂ ਦੀ ਰਸਨਾ ਦੇ ਉੱਪਰ ਅਗਨ ਦੇਵਤਾ ਦਾ ਵਾਸਾ ਹੈ। ਨਰਾਇਣ ਚੇਤਨ ਉਹਨਾਂ ਦੇ ਹਿਰਦੇ ਵਿੱਚ ਹੈ, ਸੂਰਜ ਦੇਵਤਾ ਨੇਤਰਾਂ ਵਿੱਚ ਹੈ, ਨਾਸਿਕਾ ਦੇ ਵਿੱਚ ਅਸ਼ਵਨੀ ਕੁਮਾਰ, ਦਿਗਪਾਲ ਕੰਨਾਂ ਅੰਦਰ ਰਸਨਾ ਤੇ ਵਰਨ ਦੇਵਤਾ ਦਾ ਵਾਸਾ ਹੈ। ਸਾਰੇ ਸੰਸਾਰ ਦਾ ਬਣ ਦੇਵਤਾ ਸਿੱਖਾਂ ਦੀ ਰੋਮਾਵਲੀ ਵਿੱਚ ਹੈ। ਤੋ ਮਹਾਰਾਜ ਨੇ ਦੱਸਿਆ ਕਿ ਜਿੱਥੇ ਪਰਮੇਸ਼ਰ ਆ ਉੱਥੇ ਸਾਰੇ ਦੇਵੀ ਦੇਵਤੇ ਹੈ, ਅਤੇ ਜਿਹੜਾ ਨਾਮ ਹੈ ਪਰਮੇਸ਼ਰ ਦਾ ਉਹ ਸਾਰਿਆਂ ਤੋਂ ਪਵਿੱਤਰ ਹੈ। ਉਹਨਾਂ ਦੀਆਂ 5 ਕੱਢੀਆਂ ਅਗਨ ਦੇਵਤੇ ਦੀਆਂ ਗਰਾਹੀਆਂ ਨਾਲੋਂ ਵੀ ਨਾਮ ਵੱਡਾ ਹੈ ਪਰਮੇਸ਼ਰ ਦਾ। ਇਸ ਕਰਕੇ ਜਿਹੜੇ ਲੋਕ, ਜਿਹੜੇ ਗੁਰਮੁਖ ਪਿਆਰੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਵੀ ਸਿਮਰਨ ਕਰਦੇ ਹਨ, ਅਤੇ ਬਣਾਉਣ ਤੋਂ ਬਾਅਦ ਅਰਦਾਸ ਕਰਕੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਿਮਿਤ ਫੇਰ ਕੁਝ ਛਕਦੇ ਛਕਾਉਂਦੇ ਹਨ, ਜਾਂ ਕਿਸੇ ਨੂੰ ਵੀ ਫੇਰ ਛਕਾਉਂਦੇ ਪਹਿਲਾਂ ਅਰਦਾਸ ਕਰਦੇ ਹੈ, ਉਹਨਾਂ ਦੇ ਵਾਸਤੇ ਕੋਈ ਇਹ ਪਾਪ ਪੁੰਨ ਨਹੀਂ ਹੁੰਦਾ। ਉਹ ਤਾਂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਸਿਮਰਨ ਦੁਆਰਾ ਹੀ ਇਹਨਾਂ ਹਿੰਸਾ ਤੋਂ, ਪਾਪਾਂ ਤੋਂ ਉੱਪਰ ਉੱਠ ਜਾਂਦੇ ਹਨ। ਇਸ ਤਰ੍ਹਾਂ ਮਹਾਰਾਜ ਨੇ ਬੜੀ ਦਇਆ ਕੀਤੀ ਹੈ। ਅਤੇ ਜਿਹੜੇ ਨਹੀਂ ਕੋਈ ਨਾਮ ਬਾਣੀ ਜਪਦੇ ਹਨ, ਪ੍ਰਸ਼ਾਦਾ ਖਾਣ ਲੱਗਿਆਂ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਖਿਆ ਤਿਤ ਮੁਖ ਥੁੱਕਾ ਪਾਹੇ, ਵੀ ਜਿਹੜੇ ਨਾਮ ਤੋਂ ਬਿਨਾਂ ਖਾਂਦੇ ਹੈ ਪਹਿਨਦੇ ਹੈ ਉਹਨਾਂ ਦੇ ਮੂੰਹ ਵਿੱਚ ਥੁੱਕਾਂ ਪੈਣ, ਭਾਵ ਕਿ ਉਹ ਮੂੰਹ ਗੰਦਗੀ ਦੇ ਭਰੇ ਹੋਏ ਹਨ। ਇਸ ਤਰ੍ਹਾਂ ਉਹੀ ਮੁੱਖ ਧਨ ਹੈ ਖਾਲਸਾ ਜੀ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹ ਮੁੱਖ ਵੀ ਪਵਿੱਤਰ ਹੈ, ਜੋ ਵਾਹਿਗੁਰੂ ਅੱਲਾਹ ਤਾਲਾ ਰਾਮ ਦੀ
ਇਬਾਦਤ ਕਰਦਾ ਹੈ, ਭਜਨ ਬੰਦਗੀ ਕਰਦਾ ਹੈ। ਅੱਗੇ ਕੁਝ ਹੋਰ ਸਿੱਖਾਂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਭਾਈ ਗੁਰਦਿੱਤਾ ਜੀ ਵਰਗੇ ਸਿੱਖ ਆਏ, ਭਾਈ ਘੂਰਾ ਵਰਗੇ ਸਿੱਖ, ਭਾਈ ਕਟਾਰਾ ਜੀ ਵਰਗੇ ਸਿੱਖ ਆਏ। ਆਖਿਆ ਪਾਤਸ਼ਾਹ ਕਿਹੜਾ ਨਾਮ ਜਪਿਆ ਕਰੀਏ, ਪਰਮੇਸ਼ਰ ਦੇ ਬਹੁਤ ਨਾਮ ਹਨ ਸੰਸਾਰ 'ਤੇ। ਗਰੀਬ ਨਵਾਜ ਨੇ ਫਿਰ ਦਇਆ ਕੀਤੀ ਕਿ ਭਾਈ ਬੇਸ਼ੱਕ ਸਾਰੇ ਨਾਮ ਪਰਮੇਸ਼ਰ ਦੇ ਪੂਜਵੇ ਯੋਗ ਹਨ, ਔਰ ਸਾਰੇ ਨਾਮ ਜਪ ਕੇ ਸੰਸਾਰ ਤੋਂ ਉਧਰਿਆ ਜਾ ਸਕਦਾ ਹੈ, ਪਰ ਵਾਹਿਗੁਰੂ ਨਾਮ ਜਿਹੜਾ ਨਾ ਇਹ ਸਭ ਤੋਂ ਸ਼੍ਰੇਸ਼ਟ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਵਾਹਿਗੁਰੂ ਪਾਰ ਉਤਾਰ ਨਹਾਰ। ਇਹ ਜਹਾਜ਼ ਹੈ ਜਿਵੇਂ ਕੋਈ 4 ਚੁਫੇਰਿਆਂ ਤੋਂ ਕਰੜਾ ਪੱਕਾ ਜਹਾਜ਼, ਜਿਹਨੂੰ ਡੁੱਬਣ ਦਾ ਕੋਈ ਖਤਰਾ ਨਹੀਂ। ਬੇੜੀਆਂ ਵੀ ਪਾਰ ਲਾਉਂਦੀਆਂ ਪਰ ਜਹਾਜ਼ ਛੇਤੀ ਪਾਰ ਲਾਉਂਦਾ ਹੈ। ਇਹ ਵਾਹਿਗੁਰੂ ਨਾਮ ਜਹਾਜ਼ ਹੈ ਭਾਈ। ਤੋ ਜਿਨ੍ਹਾਂ ਜਪਿਆ, ਜਿਹੜੇ ਮਹਿਮਾ ਜਾਣਦੇ, ਉਹ ਕਲਯੁਗ ਦੇ ਸਮੇਂ ਵਿੱਚੋਂ ਨਾਮ ਦੇ ਵਾਹਿਗੁਰੂ ਮੰਤਰ ਗੁਰਮੰਤਰ ਦੇ ਜਹਾਜ਼ 'ਤੇ ਚੜ੍ਹ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਤੋ ਪਾਤਸ਼ਾਹ ਜੀ ਦੇ ਪਾਸ ਹੋਰ ਭਾਈ ਮੁਰਾਰੀ ਜੀ ਵਰਗਿਆਂ ਵੀ ਬੇਨਤੀ ਕੀਤੀ ਸੀ ਵੀ ਪਾਤਸ਼ਾਹ ਤੁਹਾਡੀ ਬਾਣੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਮਹਾਰਾਜ, ਪਰ ਕੀ ਕਾਰਨ ਹੈ ਵੀ ਗਰੀਬ ਨਵਾਜ ਜੀ ਦੁਰਮਤ ਨਹੀਂ ਨਾਸ਼ ਹੁੰਦੀ, ਮਨ ਪਾਪ ਕਰਨ ਨੂੰ ਸਦਾ ਉਤਸ਼ਾਹਤ ਰਹਿੰਦਾ ਹੈ, ਉਦਮ ਕਰਦਾ ਹੈ। ਗਰੀਬ ਨਵਾਜ ਜੀਆਂ ਦਇਆ ਕੀਤੀ ਕਿ ਭਾਈ ਜਿਹੜਾ ਮਨ ਹੈ ਇਹ ਐਂ ਵੀ ਜੇ ਤਾਂ ਜਿਹੜਾ ਕੱਪੜਾ ਕੋਈ ਉਜਲ ਹੁੰਦਾ ਹੈ, ਮੈਲ ਤੋਂ ਰਹਿਤ ਹੁੰਦਾ ਹੈ, ਉਹਦੇ 'ਤੇ ਨਾਮ ਜਰਾ ਛੇਤੀ ਵਾਹਿਗੁਰੂ ਰੰਗ ਜਰਾ ਛੇਤੀ ਚੜ੍ਹਦਾ ਹੈ, ਚੜ੍ਹਦਾ ਵੀ ਗੂੜਾ ਹੈ। ਮੈਲੇ ਕੁਚੈਲੇ ਕੱਪੜੇ 'ਤੇ ਰੰਗ ਔਖਾ ਚੜ੍ਹਦਾ ਹੈ। ਇਸ ਲਈ ਨਾਮ ਉਦੋਂ ਰੰਗਿਆ ਜਾਂਦਾ ਮਨ ਨਾਮ ਦੇ ਨਾਲ ਜਦੋਂ ਮਨ ਦੀ ਮੈਲ ਕੱਟੀ ਜਾਂਦੀ ਹੈ। ਅਤੇ ਵਿਸ਼ੇਸ਼ ਗੱਲ ਇਹ ਹੈ ਵੀ ਮਨ ਦੀ ਮੈਲ ਵੀ ਨਾਮ ਹੀ ਕੱਟਦਾ ਹੈ। ਪਹਿਲਾਂ ਜਪੋਗੇ, ਮਨ ਦੀ ਮੈਲ ਕੱਟਣ 'ਤੇ ਕਿੰਨਾ ਹੀ ਸਮਾਂ ਲੱਗ ਜਾਂਦਾ, ਕਿਉਂਕਿ ਪਿਛਲੇ ਪਾਪ ਕੀਤੇ ਹੋਏ ਪ੍ਰਬਲ ਹਨ। ਜਦੋਂ ਮਨ ਦੀ ਮੈਲ ਕੱਟੀ ਜਾਵੇ ਫਿਰ ਰੰਗ ਚੜ੍ਹਨਾ ਬਾਅਦ ਵਿੱਚ ਸ਼ੁਰੂ ਹੁੰਦਾ। ਜਿਵੇਂ ਕੱਪੜੇ ਨੂੰ, ਸਰੀਰ ਨੂੰ ਪਾਣੀ ਸਾਬਣ ਨਾਲ ਧੋਤਾ ਜਾਂਦਾ, ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਕਿ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਧੋ ਲਈਦਾ ਕੱਪੜਾ ਅਤੇ ਹੱਥ ਪੈਰ ਸਰੀਰ ਸਾਬਣ ਦੇ ਕੇ, ਪਾਣੀ ਦੇ ਕੇ। ਕਹਿੰਦੇ ਮਹਾਰਾਜ ਇਹ ਤਾਂ ਅਸਥੂਲ ਚੀਜ਼ਾਂ ਹੈ, ਸੂਖਸ਼ਮ ਹੈ ਮਨ, ਅਤੇ ਮਨ ਦੀ ਮੈਲ ਵੀ ਬੜੀ ਸੂਖਸ਼ਮ ਹੈ, ਦਿਸਦੀ ਨਹੀਂ। ਕੱਪੜੇ ਦੀ ਮੈਲ ਤਾਂ ਦਿਸ ਵੀ ਜਾਂਦੀ ਹੈ, ਮਨ ਸੂਖਸ਼ਮ ਹੈ, ਇਹਦੀ ਮੈਲ ਸੂਖਸ਼ਮ ਹੈ, ਕਿਵੇਂ ਲਵੇਗੀ। ਤੋ ਮਹਾਰਾਜ ਦੱਸਦੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦਾ ਰੰਗ ਗੂੜਾ ਭਾਈ, ਜਿਹਦੇ ਨਾਲ ਸਾਰੀ ਮੈਲ ਦੂਰ ਹੋ ਜਾਂਦੀ ਹੈ। ਇਹੋ ਜਿਹਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਅੱਗੇ ਜਿਵੇਂ ਸਾਧ ਸੰਗਤ ਜੀ ਕੁਝ ਹੋਰ ਸਿੱਖਾਂ ਦੇ ਪ੍ਰਸੰਗ ਆ ਰਹੇ ਹਨ, ਉਹ ਸ਼ਰਵਣ ਕਰੀਏ ਜੀ। ਚਿੱਤ ਬਿਰਤੀ ਇਕਾਗਰ ਕਰੋ। ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਪਾਤਸ਼ਾਹ ਗਰੀਬ ਨਵਾਜ ਨੂੰ ਹਿਰਦੇ ਵਸਾਓ ਜੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਕ ਰਾਮਾ ਝੰਜੀ ਹੁਤੋ। ਝੰਜੀ ਜਾਤ ਦਾ ਇੱਕ ਭਾਈ ਰਾਮਾ ਹੈ ਸੀ, ਹੇਮੂ ਸੋਇਨੀ ਦੋਏ। ਤੇ ਸੋਇਨੀ ਜਾਤ ਗੋਤਰ ਦਾ ਇੱਕ ਭਾਈ ਹੇਮੂ। ਇਹ ਦੋਵੇਂ ਜੈਣੇ। ਜੱਟੂ ਭੰਡਾਰੀ ਤ੍ਰਿਤੀ। ਤੇ ਭੰਡਾਰੀ ਗੋਤ ਦਾ ਭਾਈ ਜੱਟੂ ਹੈ, ਇਹ ਤੀਸਰਾ ਵੀ ਨਾਲ ਆਇਆ ਹੈ। ਸ਼ਾਹਦਰੇ ਰਹਿ ਸੋਏ। ਇਹ ਸ਼ਾਹਦਰੇ ਪਿੰਡ ਦੇ ਨਗਰ ਦੇ ਤਿੰਨੇ ਰਹਿਣ ਵਾਲੇ ਹਨ।
ਕਿਰਪਾ ਪਈ ਸ਼੍ਰੀ ਅਰਜਨ ਕੀ ਸ਼ਰਣੀ ਤੇ ਆਏ। ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਸੰਗਤ ਵਿੱਚ ਪਹੁੰਚੇ ਹਨ। ਪਾਦ ਅਰਬਿੰਦਨ ਸੀਸ ਨਿਵਾਏ। ਹਜ਼ੂਰ ਦੇ ਚਰਨਾਂ ਤੇ ਆ ਕਰਕੇ ਆਪਣਾ ਸ਼ੀਸ਼ ਨਵਾਇਆ ਹੈ, ਬੰਦਨਾ ਕੀਤੀ ਹੈ। ਪ੍ਰਸ਼ਨ ਕਰਿਓ ਹਮ ਸੁਣਤ ਹਮੇਸ਼। ਇਹਨਾਂ ਬੇਨਤੀ ਕੀਤੀ, ਪ੍ਰਸ਼ਨ ਕੀਤਾ, ਪਾਤਸ਼ਾਹ ਮਹਾਰਾਜੇ ਅਸੀਂ ਹਮੇਸ਼ਾ ਸੁਣਦੇ ਆਏ ਹਾਂ, ਨਿਯਮ ਦੇ ਨਾਲ ਨਿਤਾ ਪ੍ਰਤ ਹੀ। ਕੀਰਤਨ ਕਥਾ ਰੁਚਿਰ ਉਪਦੇਸ਼। ਤੁਹਾਡੇ ਘਰ ਦੀ ਗੁਰਬਾਣੀ ਦੀ ਕਥਾ ਕੀਰਤਨ ਸੋਹਣਾ ਤੁਹਾਡਾ ਉਪਦੇਸ਼ ਤੇ ਸਿੱਖਾਂ ਪਾਸੋਂ ਤੁਹਾਡੇ ਦਰ ਦਾ ਕਥਾ ਕੀਰਤਨ ਮਹਾਰਾਜ ਅਸੀਂ ਬੇਨਾਗਾ ਪਾਈ ਰੋਜ਼ ਸਰਵਣ ਕਰਦੇ ਹਾਂ, ਭਾਵ ਬੜੀ ਅਸੀਂ ਸੰਗਤ ਵੀ ਕਰਦੇ ਹਾਂ। ਉਰ ਮਹਿ ਨਹਿ ਠਹਿਰਹਿ ਰਹਿ ਠਹਿਰਾਏ। ਮਹਾਰਾਜ ਵੀ ਅਸੀਂ ਬਾਣੀ ਸੁਣਦੇ ਬਹੁਤ ਹਾਂ, ਕਥਾ ਵੀ ਬੜੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਪਰ ਪਤਾ ਨਹੀਂ ਕੀ ਗੱਲ ਹੈ, ਜ਼ੋਰ ਵੀ ਮਾਰੀਦਾ, ਮਨ ਵਿੱਚ ਕੋਈ ਗੱਲ ਟਿਕਦੀ ਨਹੀਂ। ਸੁਣ ਲਈਦੀ ਹੈ, ਕੁਝ ਸਮੇਂ ਬਾਅਦ ਵਿਸਰ ਜਾਂਦੀ ਹੈ, ਮਨ ਉਹਦੇ ਤੇ ਅਮਲ ਨਹੀਂ ਕਰਦਾ ਹੈ। ਕਿਮ ਕਲਿਆਣ ਅੰਤ ਕੋ ਪਾਏ। ਤੇ ਅਸੀਂ ਸੋਚਦੇ ਹਾਂ ਪਾਤਸ਼ਾਹ ਵੀ ਜੇ ਤੁਹਾਡੀ ਗੁਰਬਾਣੀ ਪੜ੍ਹ ਕੇ ਵਿਚਾਰੀਏ, ਮਨ ਵਿੱਚ ਠਹਿਰਾਈਏ ਹੀ ਨਾ, ਤੇ ਸਾਡਾ ਅੰਤਲੇ ਸਮੇਂ ਕਿਵੇਂ ਉਧਾਰਾ ਹੋਵੇਗਾ। ਸ਼੍ਰੀ ਮੁਖ ਤੇ ਸ਼ੁਭ ਬਾਕ ਬਖਾਨਾ। ਸੁਣ ਕੇ ਪਾਤਸ਼ਾਹ ਜੀਆਂ ਸ਼੍ਰੀ ਕੰਠ ਤੋਂ ਇਹ ਬਚਨ ਆਖਿਆ ਹੈ। ਪੂਰਬ ਸੁਨਹਿ ਪ੍ਰੇਮ ਕਰ ਕਾਨਾ। ਮਹਾਰਾਜ ਕਹਿੰਦੇ ਭਾਈ ਬਾਣੀ ਜਾਂ ਕੋ ਉਪਦੇਸ਼ ਸਿੱਖਿਆ, ਕਥਾ ਇਹ ਮਨ ਵਿੱਚ ਫੇਰ ਟਿਕਦੀ ਹੈ। ਪਹਿਲਾਂ ਤਾਂ ਧਿਆਨ ਕਰਕੇ ਬੜੇ ਪ੍ਰੇਮ ਦੇ ਨਾਲ ਸਾਨੂੰ ਕਥਾ ਕੀਰਤਨ ਸੁਣਨਾ ਚਾਹੀਦਾ ਹੈ। ਕਰਹਿ ਮਨਨ ਨਿਧਿਆਸਣ ਫਿਰ ਉਹ ਕਹੀ ਹੋਈ ਗੁਰਬਾਣੀ ਦੀ ਪੰਕਤੀ ਦਾ, ਉਪਦੇਸ਼ ਦਾ ਜਾਂ ਕੋਈ ਕਥਾ ਹੈ, ਉਹਦਾ ਮੰਨਣ ਕਰਨਾ। ਪਹਿਲਾਂ ਸੁਣਨਾ ਫਿਰ ਮੰਨਣਾ ਵੀ ਹਾਂ ਬਿਲਕੁਲ ਮਹਾਰਾਜ ਸੱਚ ਕਹਿੰਦੇ ਐ, ਤੇ ਮਨ ਕਰਕੇ ਇਹ ਵਿਚਾਰਨੀ ਚਾਹੀਦੀ ਵੀ ਮੈਂ ਵੀ ਜੋ ਮਹਾਰਾਜ ਨੇ ਬਾਣੀ ਵਿੱਚ ਆਖਿਆ ਹੈ ਉਹ ਗੱਲ ਬਿਲਕੁਲ ਮੇਰੇ ਭਲੇ ਦੀ ਹੈ, ਤੇ ਮੈਨੂੰ ਇਹਦੇ 'ਤੇ ਅਮਲ ਕਰਨਾ ਚਾਹੀਦਾ। ਇਸ ਗੱਲ ਦੇ ਜਿਹੜਾ ਇਹਨੂੰ ਮੰਨਣ ਆਖਦੇ ਹੈ, ਪਹਿਲਾਂ ਸੁਣਨਾ ਫਿਰ ਮੰਨਣਾ। ਫਿਰ ਹਜ਼ੂਰ ਕਹਿੰਦੇ ਨਿਧਿਆਸਣ ਕਰਨਾ। ਪਹਿਲਾਂ ਸੁਣ ਲਿਆ ਕਥਾ ਕੀਰਤਨ ਗੁਰਬਾਣੀ ਉਪਦੇਸ਼, ਫਿਰ ਉਹਨੂੰ ਹਿਰਦੇ ਵਿੱਚ ਮੰਨਣਾ ਹੈ ਵੀ ਮੇਰੇ ਭਲੇ ਦੀ ਗੱਲ ਹੈ, ਇਹਦੇ ਵਿੱਚ ਮੇਰਾ ਭਲਾ ਹੈ। ਠੀਕ ਮਹਾਰਾਜ ਨੇ ਆਖਿਆ ਮੇਰੇ ਵਿੱਚ ਵਿਸ਼ੇ ਵਿਕਾਰ ਹੈ। ਜੇ ਮਹਾਰਾਜ ਕਹਿੰਦੇ ਆ ਵੀ ਮਨ ਜਿਹੜਾ ਵਾ ਉਹ ਵਿਸ਼ਿਆਂ ਦੇ ਨਾਲ ਭਰਿਆ ਹੋਇਆ, ਗਲਤਾਈ ਪਾਪ ਕਮਾਏ, ਪਾਪ ਕਮਾ ਕਮਾ ਕੇ ਗਲਤਾਨ ਹੋ ਰਿਹਾ, ਤੇ ਬਿਲਕੁਲ ਮੇਰਾ ਮਨ ਵੀ ਇਸੇ ਤਰ੍ਹਾਂ, ਮੈਂ ਵਿਸ਼ੇ ਭੋਗਣ ਵਾਲਾ, ਮੇਰਾ ਮਨ ਵਿਸ਼ਈ ਹੈ, ਇਹ ਮੰਨ ਲੈਣਾ। ਤੇ ਬਾਣੀ ਪੜ੍ਹਿਆ ਹੀ ਮਨ ਦੀ ਮੈਲ ਕੱਟੀ ਜਾਂਦੀ, ਇਹ ਗੱਲ ਮੰਨ ਲੈਣੀ, ਇਹਨੂੰ ਮੰਨਣ ਆਖਦੇ ਆ। ਤੀਜਾ ਪੜਾਅ ਜਿਹੜਾ ਉਹ ਨਿਧਿਆਸਣ ਦਾ ਹੈ, ਵੀ ਜਿਹੜੀ ਸਿੱਖਿਆ ਸੁਣੀ ਮੰਨੀ ਉਹਦਾ ਨਿਧਿਆਸਨ ਪੁਨ੍ਹਾ ਪੁਨ੍ਹਾ ਵਿਚਾਰ ਕਰਨੀ, ਤੇ ਉਸ ਗੱਲ ਨੂੰ ਆਪਦੇ ਮਨ 'ਤੇ ਲਾਗੂ ਵੀ ਕਰਨਾ। ਇੱਕ ਤਾਂ ਹੁੰਦਾ ਹੈ ਨਾ ਵੀ ਸੁਣ ਲਿਆ, ਫਿਰ ਸੁਣ ਕੇ ਇਹ ਮੰਨ ਲਿਆ ਵੀ ਮਹਾਰਾਜ ਸੱਚ ਕਹਿੰਦੇ ਆ, ਪਰ ਮੰਨਣ ਨਾਲ ਤਾਂ ਕੁਝ ਨਹੀਂ ਨਾ ਹੋਣਾ ਜੇ ਅਸੀਂ ਮਹਾਰਾਜ ਦਾ ਬਚਨ ਮੰਨ ਕੇ ਅਮਲ 'ਚ ਨਾ ਲਿਆਈਏ, ਆਪਦੇ ਮਨ ਨੂੰ ਉਵੇਂ ਢਾਲੀਏ ਨਾ। ਤੋ ਗਰੀਬ ਨਵਾਜ ਕਹਿੰਦੇ ਸੁਣ ਕੇ ਬਾਣੀ ਮੰਨਿਆ ਕਰੋ ਭਾਈ, ਮੰਨਣ ਤੋਂ ਬਾਅਦ ਉਹਦਾ ਨਿਧਿਆਸਨ ਕਰਨਾ ਹੈ, ਐਨ ਆਪਦੇ ਆਪ 'ਤੇ ਲਾਗੂ ਕਰਨਾ ਹੈ, ਉਸੇ ਤਰ੍ਹਾਂ ਦਾ ਜੀਵਨ ਬਣਾਉਣਾ ਹੈ। ਤੀਨੋਂ ਜਬ ਇਕੱਤਰ ਇਨਹੇਰ। ਜਦੋਂ ਤੁਸੀਂ ਇਹਨਾਂ ਨੂੰ ਵੇਖ ਲਓ, ਤਿੰਨਾਂ ਨੂੰ ਆਪਦੇ ਅੰਦਰ ਇਕੱਠਿਆਂ ਨੂੰ, ਭਾਵ ਸੁਣਨਾ ਆ ਜਾਵੇ ਤੁਹਾਨੂੰ, ਸੁਣ ਕੇ ਮੰਨਣਾ ਆ ਜਾਵੇ, ਤੇ ਜਦੋਂ ਮੰਨ ਕੇ ਤੁਸੀਂ ਵਿਚਾਰਨ ਲੱਗੋਗੇ, ਮਨ ਪ੍ਰਭਾਵ ਸ਼ਬਦ ਦਾ ਕਬੂਲ ਲਵੇਗਾ। ਤਬ ਠਹਿਰਹਿ ਸਿੱਖ ਕੇ ਉਰ ਮਾਹੇ। ਉਦੋਂ ਫਿਰ ਸ਼ਬਦ ਜਿਹੜਾ ਸੁਣਿਆ ਹੁੰਦਾ ਮੰਨ ਲਿਆ, ਜਦੋਂ ਮੰਨ ਕੇ ਨਿਧਿਆਸ ਕਰਾਂਗੇ ਫਿਰ ਸਿੱਖਿਆ ਉਪਦੇਸ਼ ਸਿੱਖ ਦੇ ਹਿਰਦੇ ਵਿੱਚ ਟਿਕਣ ਲੱਗ ਜਾਂਦਾ ਹੈ। ਰਹਿ ਵਿਚਾਰਤ ਬਿਸਰਹਿ ਨਾਹੀ। ਵਿਚਾਰਦਾ ਰਹਿੰਦਾ ਫਿਰ ਸਿੱਖ ਸਦਾ ਹੀ, ਵਿਸਰਦਾ ਨਹੀਂ, ਭੁੱਲਦਾ ਨਹੀਂ ਮਹਾਰਾਜ ਦਾ ਉਪਦੇਸ਼। ਸ਼ਰਵਣ ਕਰਨ ਹੈ ਦੋਏ ਪ੍ਰਕਾਰ। ਫਿਰ ਮਹਾਰਾਜ ਨੇ ਦੱਸਿਆ ਵੀ ਭਾਈ ਸੁਣਨਾ ਵੀ ਦੋ ਪ੍ਰਕਾਰ ਦਾ ਹੈ, ਸ਼ਰਵਣ ਕਰਨਾ ਦੋ ਪ੍ਰਕਾਰ ਦਾ ਜਾਣ ਲਵੋ ਜੀ। ਸੁਣਹਿ ਸਥਿਤ ਸਤ ਸੰਗ ਮਝਾਰ। ਇੱਕ ਤਾਂ ਸੰਗਤ ਵਿੱਚ ਬਹਿ ਕਰਕੇ ਕੋਈ ਕਥਾ ਕੋਈ ਕੀਰਤਨ ਸੁਣਨਾ, ਇੱਕ ਇਹ ਹੁੰਦਾ ਹੈ ਮਨ ਦਹਿ ਦਿਸ ਮਹਿੰਦਾ ਔਰਤ ਫਿਰੈ। ਤੇ ਸੰਗਤ ਵਿੱਚ ਬੈਠਿਆਂ ਹੋਇਆਂ ਸੁਣੀ ਜਾਣਾ, ਪਰ ਮਨ ਜਿਹੜਾ ਹੈ
ਉਹ 10 ਦਿਸ਼ਾਵਾਂ ਵਿੱਚ ਦੌੜਦਾ ਫਿਰਦਾ ਹੈ। ਮਨ ਜਿਹੜਾ ਸੰਗਤ ਵਿੱਚ ਸੁਣਦਿਆਂ ਹੋਇਆਂ ਵੀ ਟਿਕਦਾ ਨਹੀਂ ਹੈ। ਕਹਾਂ ਕਹਿ ਕੁਛ ਹਿਰਦੈ ਨ ਧਰੈ। ਵੀ ਕੰਨ ਤਾਂ ਸੁਣੀ ਜਾਂਦੇ ਆ ਪਰ ਮਨ ਸੰਗਤ ਵਿੱਚ ਹਾਜ਼ਰੀ ਨਹੀਂ। ਜੇ ਹਾਜ਼ਰ ਨਹੀਂ ਹੋਵੇਗਾ ਤੇ ਕਹਾਂ ਸੁਣ ਕਰੈ, ਕੀ ਕਰੇਗਾ ਜਦੋਂ ਸੁਣਿਆ ਹੀ ਕੁਝ ਨਹੀਂ। ਸੰਗਤ ਵਿੱਚ ਹੁੰਦਿਆਂ ਹੋਇਆਂ ਮਨ ਹਾਜ਼ਰ ਨਹੀਂ ਤੇ ਕੀਤੀ ਹੋਈ ਕਥਾ ਕੀਰਤਨ ਮਹਾਰਾਜ ਦੀ ਬਾਣੀ ਜਦੋਂ ਸੁਣੇਗਾ ਨਹੀਂ ਤੇ ਹਿਰਦੇ ਵਿੱਚ ਕੀ ਧਰੇਗਾ, ਕੁਝ ਸਮਝ ਨਹੀਂ ਆਵੇਗੀ। ਤਨਕ ਪੁੰਨ ਇਸ ਸ਼ਰਵਨ ਬਖਾਨ। ਤੇ ਤਨਕ ਥੋੜੇ ਮਾਤਰ ਵੀ ਜਿਹੜੇ ਪੁੰਨ ਹੈ ਨਾ, ਉਹ ਸ਼ਰਵਣ ਸੁਣਨ ਦਾ ਥੋੜਾ ਫਲ ਘਟ ਜਾਂਦਾ। ਮਾਰੇ ਕਹਿੰਦੇ ਜਦੋਂ ਸਿੱਖ ਸੁਣਦਾ ਤੇ ਧਿਆਨ ਨਹੀਂ ਦਿੰਦਾ, ਉਦੋਂ ਹੁੰਦਾ ਕੀ ਵੀ ਸੁਣਿਆ ਤਾਂ ਹੈ, ਸੰਗਤ ਵੀ ਕਰ ਲਈ, ਪਰ ਫਲ ਜਿਹੜਾ ਸੁਣਨ ਦਾ ਘਟ ਜਾਂਦਾ ਕਿਉਂਕਿ ਧਿਆਨ ਨਹੀਂ ਦਿੱਤਾ ਹੈ। ਜਾਨਹ ਭੂਤਨ ਅਗਨ ਸਮਾਨ। ਤੇ ਇਹ ਉਹ ਭੂਤਾਂ ਦੀ ਅੱਗ ਵਰਗਾ ਹੈ। ਵੀ ਅੱਗੇ ਉਹ ਭੂਤ ਸਿਖਾ ਦੱਸਦੇ ਵੀ ਕਦੇ ਬਲ ਜਾਂਦੀ, ਕਦੇ ਬੁਝ ਜਾਂਦੀ, ਕਦੇ ਬਲ ਜਾਂਦੀ। ਜਿਵੇਂ ਉਹ ਕਿਸੇ ਦਾ ਕੋਈ ਕੰਮ ਨਹੀਂ ਨਾ ਸਵਾਰ ਸਕਦੀ ਗੀ, ਕੇਵਲ ਦਿਸਣ ਮਾਤਰ ਹੀ ਹੈ। ਜਿਹੜੀ ਅਸੀਂ ਕਥਾ ਕੀਰਤਨ ਸੁਣ ਕੇ ਧਿਆਨ ਨਹੀਂ ਦੇਣਾ ਜਾਂ ਪੰਡਾਲ ਸੰਗਤ ਵਿੱਚ ਬੈਠਿਆਂ ਹੋਇਆਂ ਹੀ ਧਿਆਨ ਸਾਡਾ ਬਾਹਰ ਹੈ ਜਾਂ ਮਨ ਭਟਕਦਾ ਤਾਂ ਮਹਾਰਾਜ ਕਹਿੰਦੇ ਉਹਦਾ ਕੋਈ ਬਹੁਤਾ ਫਲ ਨਹੀਂ। ਜਿਵੇਂ ਭੂਤ ਸਿਖਾ ਜਿਹੜੀ ਭੂਤਾਂ ਦੀ ਅੱਗ ਵੱਜਦੀ ਵੀ ਕਦੇ ਕਿਤੇ ਬਲਦੀ। ਪਹਿਲੇ ਸਮਿਆਂ ਵਿੱਚ ਸਾਧ ਸੰਗਤ ਜੀ ਭੂਤ ਸਿਖਾ ਕਹਿੰਦੇ ਸੀ ਵੀ ਜਦੋਂ ਕਿਸੇ ਰਾਹ ਵਿੱਚ ਰਾਤ ਨੂੰ ਕੋਈ ਵਪਾਰੀ ਆਦਿਕ ਜਾਂਦੇ ਸੀ, ਉਹਨਾਂ ਨੂੰ ਲੁੱਟਣਾ ਹੁੰਦਾ ਸੀ ਤੇ ਲੁਟੇਰੇ ਕੀ ਕਰਦੇ ਸੀ ਵੀ 5-10 ਜਣੇ ਇਕੱਠੇ ਹੋ ਕੇ, ਜਿਵੇਂ ਇੱਕ ਕੋ ਅਗਲੇ 2 ਕੋ ਤੇ ਐ ਲਾਗੇ ਲਾਗੇ ਵੀ ਕੋਈ ਅੱਧਾ ਕਿੱਲੇ ਦਾ ਵਕਫਾ ਪਾ ਕੇ ਤੇ ਘਾਹ ਰੱਖ ਕੇ ਬਹਿ ਜਾਂਦੇ ਸੀ। ਤੇ ਜਦੋਂ ਕੋਈ ਰਾਹਗੀਰ ਆਉਂਦਾ ਸੀ ਵੀ ਪਤਾ ਹੁਣ ਇਹਨੂੰ ਲੁੱਟਣਾ, ਨੂੰ ਡਰਾ ਕੇ ਲੁੱਟਦੇ ਸਨ। ਇੱਕ ਜਣੇ ਨੇ ਅੱਗ ਬਾਲ ਦੇਣੀ, ਗਿੱਲਾ ਬਸਤਰ ਬੋਰੀ ਰੱਖੀ ਹੋਣੀ, ਦਵਾ ਦਵ ਉੱਤੇ ਦੇ ਦੇਣੀ ਕਰਨੀ। ਇੱਕ ਵਾਰੀ ਘਾਹ ਦੀ ਲਾਟ ਨਿਕਲਦੀ ਤੇ ਬਲਦੀ ਅੱਗ ਦੇ ਉੱਪਰ ਗਿੱਲਾ ਬੋਰਾ ਜਾਂ ਕੱਪੜਾ ਸਿੱਟ ਦੇਣਾ, ਬੁਝ ਜਾਣੀ। ਇੰਨੇ ਨੂੰ ਜਿਹੜਾ ਦੂਜਾ ਬੈਠਾ ਹੁੰਦਾ ਸੀ ਉਹਨੇ 1-2 ਕੋ 3-4 ਖੱਬੇ ਪਾਸੇ ਜਗਾ ਦੇਣੀ। ਜਦੋਂ ਇੱਕ ਰਾ ਲਾਟ ਨਿਕਲਣੀ, ਉਹਦੇ 'ਤੇ ਗਿੱਲਾ ਪਸਤਰ ਸਿੱਟ ਕੇ ਦਵਾ ਦਵ ਬੁਝਾ ਕੇ ਉਹਨਾਂ ਨੇ ਤੀਜੇ ਨੇ ਜਗਾ ਦੇਣੀ। ਜਿਹੜਾ ਰਾਹਗੀਰ ਹੁੰਦਾ ਸੀ ਉਹ ਡਰ ਜਾਂਦਾ ਸੀ ਵੀ ਕਈ ਵਾਰੀ ਲਾਟ ਕਦੇ ਕਿਤੋਂ ਨਿਕਲਦੀ, ਲਾਟ ਕਦੇ ਕਿਤੋਂ ਨਿਕਲਦੀ, ਸਮਾਨ ਛੱਡ ਕੇ ਭੱਜ ਜਾਣਾ। ਇਸ ਤਰ੍ਹਾਂ ਬਿਨਾਂ ਖੂਨ ਖਰਾਬਾ ਕੀਤੇ ਤੋਂ ਸੌਖਾ ਹੀ ਲੁੱਟ ਲੈਂਦੇ ਸੀ। ਇਹਨਾਂ ਨੂੰ ਆਮ ਲੋਕ ਭੂਤ ਸਿਖਾਕਦੇ ਸੀ ਵੀ ਕਿਸੇ ਨੂੰ ਭੇਤ ਹੈ ਨਹੀਂ ਸੀ ਵੀ ਇੱਕ ਕਾਰਨ ਕੀ ਅੱਗ ਬਲਣ ਦਾ। ਇਹਨੂੰ ਭੂਤਾਂ ਦੀ ਅੱਗ ਵੀ ਆਖਿਆ ਜਾਂਦਾ ਸੀ। ਤੋ ਮਹਾਰਾਜ ਕਹਿੰਦੇ ਜਿਹੜਾ ਬਾਣੀ ਕਥਾ ਸੁਣਦਿਆਂ ਧਿਆਨ ਬਾਹਰ ਜਾਂਦਾ, ਮਨ ਟਿਕਦਾ ਨਹੀਂ, ਉਹਦਾ ਫਲ ਥੋੜ੍ਹਾ ਰਹਿ ਜਾਂਦਾ। ਜਿਵੇਂ ਭੂਤਾਂ ਦੀ ਅੱਗ ਨਾ ਤਾਂ ਰੋਟੀ ਪਕਾ ਸਕਦੀ, ਬਲਦੀ ਬੁਝ ਜਾਂਦੀ ਹੈ, ਨਾ ਸੇਕ ਦੇ ਸਕਦੀ, ਨਾ ਨਿੱਘ ਦੇ ਸਕਦੀ ਹੈ, ਉਹਦਾ ਬਹੁਤਾ ਫਲ ਨਹੀਂ ਹੁੰਦਾ। ਇਸ ਤਰ੍ਹਾਂ ਮਨ ਟਿਕਾਏ ਤੋਂ ਬਿਨਾਂ ਕਥਾ ਕੀਰਤਨ ਸੁਣਨ ਦਾ ਫਲ ਘਟ ਜਾਂਦਾ ਹੈ। ਪਾਪ ਦਗਧ ਨਹਿ ਸਤੇ ਹੋਏ। ਤੇ ਇਸ ਤਰ੍ਹਾਂ ਕਥਾ ਜੇ ਸੁਣਾਂਗੇ ਤੇ ਪਾਪ ਨਹੀਂ ਛੱਡਦੇ ਐ, ਪਾਪ ਉਸੇ ਤਰ੍ਹਾਂ ਹੀ ਬਣੇ ਰਹਿੰਦੇ ਆ। ਸੁਣਨ ਦਾ ਥੋੜ੍ਹਾ ਬਹੁਤਾ ਲਾਭ ਜ਼ਰੂਰ ਪ੍ਰਾਪਤ, ਜਿਵੇਂ ਕੋਈ ਮਾੜੀ ਮੋਟੀ ਇੱਛਾ ਪੂਰੀ ਹੋਈ ਜਾਂਦੀ ਹੈ, ਪਰ ਮਨ ਦੇ ਪਾਪ ਨਹੀਂ ਛੱਡਦੇ ਹਨ। ਇੱਕ ਮਨ ਹੋਏ ਸੁਨਹਿ ਸਿੱਖ ਜੋਏ। ਤੇ ਦੂਸਰੀ ਇਹ ਹੈ ਵੀ ਜਿਹੜੀ ਕੋਈ ਸਿੱਖ ਇੱਕ ਮਨ ਹੋ ਕਰਕੇ ਵੀ ਸੁਣਨਾ 2 ਤਰ੍ਹਾਂ ਦਾ, ਇੱਕ ਧਿਆਨ ਨਾ ਦੇਣਾ ਤੇ ਦੂਜਾ ਸੁਣਨਾ ਇਹ ਹੈ ਵੀ ਜੇ ਕੋਈ ਸਿੱਖ ਐਨ ਮਨ ਲਾ ਕਰਕੇ ਸੁਣੇ ਕਥਾ, ਇਹ ਦੂਸਰਾ ਸ਼ਰਵਣ ਮੰਨਿਆ ਹੈ। ਸੋ ਚੁੱਲ੍ਹੇ ਕੀ ਅਗਨ ਵਿਚਾਰ। ਤੇ ਉਹ ਚੁੱਲ੍ਹੇ ਦੀ ਅੱਗ ਵਰਗਾ ਹੁੰਦਾ। ਜੇ ਕੋਈ ਸਿੱਖ ਮਨ ਲਾ ਕੇ ਸੁਣੇ ਤੇ ਉਹ ਚੁੱਲ੍ਹੇ ਦੀ ਅੱਗ ਵਰਗਾ, ਵੀ ਜਿਵੇਂ ਚੁੱਲ੍ਹੇ ਦੀ ਅੱਗ ਬਲਦੀ ਹੈ ਜਦੋਂ ਤਾਂ ਸਭ ਕਾਰਜ ਕੋ ਦੇਤ ਸਵਾਰ। ਤੇ ਸਾਡੇ ਸਾਰੇ ਕੰਮ ਸਵਾਰ ਦਿੰਦੀ। ਨਿੱਘ ਵੀ ਲੈ ਸਕਦਾ ਪ੍ਰਾਣੀ, ਕੋਈ ਰੋਟੀ ਪਾਣੀ ਪ੍ਰਸ਼ਾਦਾ ਵੀ ਤਿਆਰ ਕਰ ਲੈਂਦਾ। ਵੀ ਜਿਹੜੀ ਚੁੱਲ੍ਹੇ ਦੀ ਅੱਗ ਉਹ ਸਾਰੇ ਕੰਮ ਸਵਾਰ ਦਿੰਦੀ ਹੈ। ਤੇ ਭੂਤ ਸਿਖਾ ਜਿਹੜੀ ਹੈ ਉਹ ਛਲਾਵੇ ਠੱਗੀਆਂ ਕਰਕੇ ਜਿਹੜੀ ਬਾਲਦੇ ਉਹ ਕੁਝ ਨਹੀਂ ਸਵਾਰਦੀ ਹੈ, ਨਾ ਉਹ ਰੋਟੀ ਪਕਾਵੇ ਨਾ ਨਿੱਘ ਦੇਵੇ। ਜਿਹੜੀ ਕਥਾ ਕੀਰਤਨ ਸੁਣਨਾ ਹੈ ਬਹਿ ਕੇ ਪਰ ਮਨ ਨਹੀਂ ਲਾਉਣਾ, ਉਹ ਉਸ ਅੱਗ ਵਰਗੀ ਹੈ, ਭੂਤ ਸਿਖਾ ਵਰਗੀ। ਤੇ ਅੱਖਾਂ ਨੇਤਰ ਬੰਦ ਕਰਕੇ ਬਹੁਤ ਧਿਆਨ ਸ਼ਰਧਾ ਦੇ ਨਾਲ ਵਿਸ਼ਵਾਸ ਰੱਖ ਕੇ ਤੇ ਇਕਾਗਰ ਬਿਰਤੀ ਕਰਕੇ ਜਿਹੜੀ ਕੋਈ ਕਥਾ ਕੀਰਤਨ ਬਾਣੀ ਸੁਣਨੀ ਹੈ, ਉਹ ਚੁੱਲ੍ਹੇ ਦੀ ਅੱਗ ਵਰਗੀ। ਜਿਵੇਂ ਚੁੱਲ੍ਹੇ ਦੀ ਅੱਗ ਸਾਰੇ ਕਾਰਜ ਸਵਾਰ ਦਿੰਦੀ ਹੈ, ਇਸੇ ਤਰ੍ਹਾਂ ਹੀ ਜੇ ਕਰ ਤਿਸ ਪਰ ਜਲ ਦੇ ਪਾਏ। ਤੇ ਭਾਵੇਂ ਕੋਈ ਚੁੱਲ੍ਹੇ ਦੀ ਅੱਗ ਤੇ ਪਾਣੀ ਵੀ ਪਾ ਦਿੰਦਾ ਹੈ, ਬੁਝ ਹੈ ਤੁਰਤ ਨਹਿ ਤਪਤ ਰਹਾਏ। ਤੇ ਬਲਦੀ ਨਹੀਂ ਨਾ ਰਹਿੰਦੀ। ਫਿਰ ਚੁੱਲ੍ਹੇ ਦੀ ਅੱਗ 'ਚ ਪਾਣੀ ਪਾ ਦਿਓ ਤੇ ਨਾਲ ਦੀ ਨਾਲ ਬੁਝ ਜਾਂਦੀ ਹੈ।
ਤਿਮ ਕਰਕੇ ਕਾਰਜ ਪਰ ਜਾਏ। ਤੇ ਇਸੇ ਤਰ੍ਹਾਂ ਕਹਿੰਦੇ ਵੀ ਸੁਣਨਾ ਵੀ ਇੱਕ ਤਾਂ ਉਹ ਹੈ ਜਿਹੜਾ ਸੁਣਦਿਆਂ ਧਿਆਨ ਭੜਕੀ ਜਾਣਾ, ਇੱਕ ਕਹਿੰਦੇ ਆ ਜਿਹੜਾ ਮਨ ਲਾ ਕੇ ਸੁਣ ਲੈਣਾ, ਉਹ ਚੁੱਲ੍ਹੇ ਦੀ ਅੱਗ ਵਰਗਾ ਤਾਂ ਹੈ, ਪਰ ਕਈ ਵਾਰੀ ਕੋਈ ਘਰ ਦਾ ਕੰਮ ਯਾਦ ਆ ਜਾਣਾ ਤੇ ਸੰਗਤ ਛੁੱਟ ਜਾਣੀ, ਜਾਂ ਸੰਗਤ ਕਰਕੇ ਇੱਥੋਂ ਜਾਣਾ ਗੁਰੂ ਘਰੋਂ, ਵਾਹਿਗੁਰੂ 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 ਸਿਮਰਦੇ ਰਹਿਣਾ ਕੁਝ 5 7 10 ਦਿਨ, ਤੇ ਜਦੋਂ ਕੋਈ ਵਿਆਹ ਸ਼ਾਦੀ ਆਇਆ ਜਾਂ ਕੋਈ ਉਹੋ ਜਿਹਾ ਕੰਮ ਰਾਮ ਰੌਲਾ ਪਿਆ ਤੇ ਫਿਰ ਪਰਨਾਲਾ ਉੱਥੇ ਹੀ ਉਸੇ ਤਰ੍ਹਾਂ ਫੇਰ ਹੋ ਜਾਣਾ। ਉਹ ਐਂ ਆ ਵੀ ਜਿਵੇਂ ਬਲਦੀ ਅੱਗ ਕੇਰਾਂ ਤਾਂ ਬਲੀ ਜਾਂਦੀ, ਜਿੰਨਾ ਸਮਾਂ ਬਲੀ ਜਾਂਦੀ ਉਨਾ ਸਮਾਂ ਤੁਹਾਡਾ ਕਾਰਜ ਸਵਾਰੇਗੀ, ਜਦੋਂ ਚੁੱਲ੍ਹੇ ਦੀ ਅੱਗ ਬੁਝ ਜਾਂਦੀ ਠੰਡੀ ਪੈ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਜਦੋਂ ਸੰਗਤ ਕਰਦਿਆਂ ਨਾਮ ਜਪਦਿਆਂ ਕੋਈ ਕੰਮ ਪੈ ਜਾਂਦਾ ਜਾਂ ਘਰ ਦਾ ਕੰਮ ਯਾਦ ਆ ਜਾਂਦਾ ਜਾਂ ਚਿਤਵਣੀ ਪੈ ਜਾਂਦੀ ਮਨ ਨੂੰ ਲਾਲਚ ਲੋਭ ਦੀ, ਉਹ ਐਂ ਹੈ ਵੀ ਜਿਵੇਂ ਕਿਸੇ ਨੇ ਬਲਦੀ ਅੱਗ ਤੇ ਪਾਣੀ ਪਾ ਦਿੱਤਾ, ਉਦੋਂ ਫਿਰ ਬੁਝ ਜਾਂਦੀ ਹੈ। ਸਤਿਨਾਮ ਕੋ ਦੇ ਬਿਸਰਾਏ। ਤੇ ਜਿਹੜਾ ਕੋਈ ਸੰਗਤੀਆ ਹੈ ਉਹ ਸਤਿਨਾਮ ਵਾਹਿਗੁਰੂ ਦੇ ਜਾਪ ਨੂੰ ਫਿਰ ਕੰਮਾਂ ਕਾਰਾਂ ਵਿੱਚ ਡੁੱਬ ਕੇ ਤੇ ਛੱਡ ਦਿੰਦਾ ਹੈ, ਭੁਲਾ ਦਿੰਦਾ ਹੈ। ਸ਼ਰਵਣ ਪਿਛਾਰੀ ਮਨਨ ਜੇ ਹੋਏ। ਤਾਂ ਮਹਾਰਾਜ ਕਹਿੰਦੇ ਇਹ ਦੋ ਤਰ੍ਹਾਂ ਦਾ ਸੁਣਨਾ ਹੈ ਭਾਈ, ਇੱਕ ਚੁੱਲ੍ਹੇ ਦੀ ਅੱਗ ਵਰਗਾ, ਇੱਕ ਭੂਤਾਂ ਦੀ ਅੱਗ ਵਰਗਾ। ਤੇ ਸੁਣਨ ਤੋਂ ਪਿੱਛੋਂ ਜੇ ਮੰਨਣ ਹੋ ਜਾਵੇ, ਸੁਣੀ ਹੋਈ ਗੱਲ ਨੂੰ ਜੇ ਮਨ ਦੇ ਵਿੱਚ ਮੰਨ ਲਿਆ ਜਾਵੇ ਵੀ ਮਹਾਰਾਜ ਬਿਲਕੁਲ ਸੱਤ ਆਖਦੇ ਹਨ, ਪਾਵਕ ਤੜਿਤਾ ਕੀ ਸਮ ਸੋਏ। ਤੇ ਉਹ ਹੁੰਦੀ ਅੱਗ ਜਿਵੇਂ ਬੱਦਲਾਂ ਦੀ, ਬਿਜਲੀ ਵੀ ਅੱਗ ਹੈ ਨਾ ਇੱਕ, ਤੇ ਬਿਜਲੀ ਲਿਸ਼ਕਦੀ ਹੈ ਜਿਵੇਂ ਬੱਦਲਾਂ ਦੇ ਵਿੱਚ, ਉਹ ਬੱਦਲਾਂ ਦੀ ਅੱਗ ਵਰਗੀ ਬਿਜਲੀ ਵਰਗੀ ਜੇ ਕੋਈ ਮੰਨ ਲਵੇ ਮਹਾਰਾਜ ਦੀ ਸਿੱਖਿਆ, ਉਹ ਜਾਣੋ ਬੱਦਲਾਂ ਦੀ ਅੱਗ ਵਰਗੀ ਹੈ, ਬਿਜਲੀ ਵਰਗੀ ਹੈ। ਜਲ ਅਸੰਖ ਮਹਿ ਬਾਸੋ ਤਾਹੇ। ਵੀ ਕਿੰਨਾ ਪਾਣੀ ਹੁੰਦਾ ਬੱਦਲਾਂ ਦੇ ਵਿੱਚ, ਤੇ ਕਿੰਨੇ ਪਾਣੀ ਬੱਦਲਾਂ ਦੇ ਵਿੱਚ ਫੇਰ ਵੀ ਉਹ ਬਦਲੀ ਜਿਹੜੀ ਗੜਕਦੀ ਰਹਿੰਦੀ ਹੈ। ਜਦੋਂ ਕੋਈ ਮੰਨ ਲਵੇ ਨਾ ਮਹਾਰਾਜ ਦੀ ਸਿੱਖਿਆ ਸੁਣ ਕੇ ਮਨ 'ਚ ਵਸਾ ਲਈਏ, ਫਿਰ ਜੇ ਕੋਈ ਕੰਮਕਾਰ ਯਾਦ ਵੀ ਆ ਜੇ, ਕੋਈ ਦੁੱਖ ਸੁੱਖ ਪੈਂਦਾ ਵੀ ਰਵੇ, ਤੇ ਜਿਵੇਂ ਬੱਦਲਾਂ ਦੇ ਪਾਣੀ ਹੁੰਦਿਆਂ ਵੀ ਬੱਦਲਾਂ 'ਚ ਬਿਜਲੀ ਲਿਸ਼ਕਦੀ ਰਹਿੰਦੀ ਹੈ, ਘਰ ਦੇ ਕੰਮਕਾਰ ਦੁੱਖ ਸੁੱਖ ਪੈਂਦਿਆਂ ਹੋਇਆਂ ਵੀ ਵਾਹਿਗੁਰੂ 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 ਨਾਮ ਸਿਮਰਨ ਯਾਦ ਰਹਿੰਦਾ ਹੈ। ਤੇ ਜਹਾਨ ਕਰ ਬੁਝੈ ਸੁਨਾਹੇ। ਤੇ ਜੇ ਕੋਈ ਪਾਣੀ ਬੱਦਲਾਂ ਦਾ ਆਪਦਾ ਤੇਜ ਪ੍ਰਤਾਪ ਵੀ ਵਰਤਾਵੇ ਤਾਂ ਵੀ ਬੁਝਦੀ ਨਹੀਂ ਹੈ। ਇਸੇ ਤਰ੍ਹਾਂ ਕੰਮਕਾਰ ਜ਼ੋਰ ਵੀ ਪਾਉਣ ਘਰ ਦੇ, ਫੇਰ ਵੀ ਨਾਮ ਸਿਮਰਨ ਜਿਹੜਾ ਮੰਨ ਲੈਂਦਾ ਨਾ ਬਾਣੀ ਦਾ ਹੁਕਮ ਸੁਣਨ ਤੋਂ ਬਾਅਦ, ਉਹਦੇ ਮਨ ਵਿੱਚ ਫਿਰ ਇਹੋ ਜਿਹਾ ਨਾਮ ਚੱਲਦਾ ਹੈ, ਜਿੰਨਾ ਮਰਜ਼ੀ ਕੋਈ ਕਸ਼ਟ ਦੁੱਖ ਸੁੱਖ ਆਉਂਦੇ ਹੈ, ਨਾਮ ਭੁੱਲਦਾ ਨਹੀਂ ਹੈ। ਕਰ ਕੈ ਸ਼ਰਵਣ ਜੋ ਧਰ ਹੈ ਵਿਚਾਰੇ। ਤੇ ਜੇ ਕੋਈ ਸੁਣ ਕੇ ਮੰਨ ਲਵੇ ਤੇ ਮੰਨ ਕੇ ਵਿਚਾਰ ਕਰ ਲਵੇ, ਉਸ ਗੁਰਬਾਣੀ ਦਾ ਮਹਾਰਾਜ ਦੇ ਉਪਦੇਸ਼ ਨੂੰ ਮਨ 'ਚ ਵਸਾ ਕੇ ਉਹਦਾ ਨਿਧਿਆਸਨ ਕਰੇ, ਆਪਦੇ ਆਪ ਤੇ ਲਾਗੂ ਕਰੇ, ਅਮਲ ਕਰਦਾ ਹੈ। ਕਾਰਜ ਕਰਤ ਸੋ ਨਹੀਂ ਵਿਸਾਰੇ। ਤੇ ਰੱਬ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਕੰਮਕਾਰ ਕਰਦਿਆਂ ਹੋਇਆਂ ਵੀ ਫਿਰ ਭੁਲਾਉਂਦਾ ਨਹੀਂ ਹੈ। ਰਾਖੈ ਸਿਮਰਨ ਸੋ ਸਭ ਕਾਲ। ਸਭ ਸਮੇਂ ਦੁੱਖ ਵਿੱਚ ਵੀ ਸੁੱਖ ਵਿੱਚ ਵੀ, ਉੱਠਦਿਆਂ ਜਾਗਦਿਆਂ, ਕੰਮ ਕਰਦਿਆਂ, ਖਾਂਦਿਆਂ ਪੀਂਦਿਆਂ, ਹੱਸਦਿਆਂ ਰੋਂਦਿਆਂ, ਸਦਾ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਰੱਖਦਾ ਜੋ। ਜੇ ਨਿਧਿਆਸਣ ਕਰਹਿ ਸੰਭਾਲ। ਤੇ ਜੇ ਕਿਤੇ ਨਿਧਿਆਸਨ ਕਰ ਲਵੇ ਸੰਭਾਲ ਕੇ ਚੰਗੀ ਤਰ੍ਹਾਂ, ਪਹਿਲਾਂ ਸੁਣ ਲਵੇ, ਸੁਣ ਕੇ ਮੰਨ ਲਵੇ, ਮੰਨ ਕੇ ਵਿਚਾਰ ਕੇ ਤੇ ਨਿਧਿਆਸਨ ਕਰ ਲਵੇ, ਜੇ ਸ਼ਬਦ ਦਾ ਅਭਿਆਸ ਕਰ ਲਵੇ, ਨੇਮ ਬਣਾ ਲਵੇ ਤਾਂ ਸੁਨਹਿ ਵਿਚਾਰਹਿ ਲੱਗਿਓ ਕਮਾਵਨ। ਸੁਣਨਾ ਕਰੇ ਮਹਾਰਾਜ ਦੀ ਬਾਣੀ ਕਥਾ ਕੀਰਤਨ ਨੂੰ, ਫਿਰ ਉਹਦੀ ਵਿਚਾਰ ਕਰੇ ਵੀ ਠੀਕ ਆ ਮੇਰੇ ਮਨ ਵਿੱਚ ਔਗਣ ਹੈ, ਮੈਨੂੰ ਛੱਡਣੇ ਚਾਹੀਦੇ ਆ। ਜੇ ਜਿਹੜਾ ਸਿੱਖ ਮਹਾਰਾਜ ਦੀ ਸਿੱਖਿਆ ਕਮਾਉਣ ਲੱਗ ਜਾਂਦਾ ਹੈ, ਤਨ ਮਨ ਤੇ ਹੋਵੈ ਬਹੁ ਪਾਵਨ। ਉਹ ਤਨ ਸਰੀਰ ਕਰਕੇ ਤੇ ਮਨ ਕਰਕੇ ਬਹੁਤ ਪਵਿੱਤਰ ਹੋ ਜਾਂਦਾ ਹੈ। ਤਨ ਦੇ ਮਨ ਦੇ ਸਭ ਪਾਪ ਨਾਸ਼ ਹੋ ਜਾਂਦੇ ਹਨ। ਸੋ ਬੜਵਾ ਨਲ ਭਈ ਪ੍ਰਕਾਸ਼। ਉਹ ਬੜਵਾ ਨਾਲ ਹੈ, ਬੜਵਾ ਨਾਲ ਸਾਧ ਸੰਗਤ ਜੀ ਸਮੁੰਦਰ ਦੀ ਅੱਗ ਨੂੰ ਆਖਦੇ ਹੈ। ਵਿਦਵਾਨਾਂ ਦੇ ਕਥਨ ਅਨੁਸਾਰ ਸਮੁੰਦਰ ਵਿੱਚ ਬੜਵਾ ਨਾਲ ਅਗਨ ਬਲਦੀ ਹੈ, ਉਹ ਸਮੁੰਦਰ ਦੇ ਤਲ ਤੇ ਹੁੰਦੀ ਹੇਠਾਂ। ਕਹਿੰਦੇ ਵੀ ਹਜ਼ਾਰਾਂ ਅਰਬਾਂ ਮਣ ਕੁਇੰਟਲ ਪਾਣੀ ਉੱਥੇ ਇਉਂ ਸੜਦਾ ਹੀ ਰਹਿੰਦਾ ਜਿਵੇਂ ਤਵੇ ਤੇ ਬੂੰਦ ਸੜਦੀ ਹੈ। ਸਮੁੰਦਰ ਦੇ ਵਿਚਲੀ ਅੱਗ ਨੂੰ ਬੜਵਾ ਨਾਲ ਅਗਨ ਆਖਦੇ। ਉਸ ਤਰ੍ਹਾਂ ਇੱਕ ਦਾਵਾ ਅਗਨ ਹੈ, ਇੱਕ ਪ੍ਰਤੱਖ ਅਗਨ ਹੈ ਖਾਲਸਾ ਜੀ, ਇੱਕ ਜਠਰਾਗਣ ਅਗਨ ਮੰਨੀ ਹੈ ਜਿਹੜੀ ਪੇਟ 'ਚ ਬਲਦੀ ਹੈ, ਪ੍ਰਤੱਖ ਅਗਨ ਜਿਹੜੀ ਆ ਆਮ ਬਲਦੀ ਚੁੱਲ੍ਹਿਆਂ ਵਿੱਚ, ਇੱਕ ਦਾਵਾ ਅਗਨ ਹੁੰਦੀ ਹੈ ਜਿਹੜੀ ਰੁੱਖਾਂ ਬਾਂਸ ਘਸਣ 'ਤੇ ਜੰਗਲਾਂ ਵਿੱਚ ਲੱਗਦੀ ਹੈ।
ਇੱਕ ਬੜਵਾ ਨਲ ਅਗਨ ਹੁੰਦੀ ਹੈ, ਬੜਵਾ ਨਲ ਕਹਿੰਦੇ ਹੈ, ਜਿਹੜੀ ਅੱਗ ਸਮੁੰਦਰ ਵਿੱਚ ਸਦਾ ਬਲਦੀ ਰਹਿੰਦੀ ਹੈ। ਕਿੰਨਾ ਪਾਣੀ ਸੜਦਾ ਰਹਿੰਦਾ ਸਮੁੰਦਰ ਦੇ ਹੇਠਾਂ। ਤੋ ਪਾਤਸ਼ਾਹ ਕਹਿੰਦੇ ਜਿਹੜਾ ਭਾਈ ਗੁਰਬਾਣੀ ਨੂੰ ਸੁਣ ਕੇ, ਮੰਨ ਕੇ, ਵਿਚਾਰ ਕੇ ਤੇ ਉਹਨੂੰ ਆਪਦੇ ਰੂਹ 'ਚ ਵਸਾ ਲੈਂਦਾ, ਆਪਦੇ ਅੰਦਰ ਵਸਾ ਲੈਂਦਾ ਗੁਰਬਾਣੀ ਨੂੰ। ਤੇ ਜਿਵੇਂ ਫਿਰ ਇਹ ਨਹੀਂ ਹੈ ਵੀ ਕੋਈ ਦੁੱਖ ਪਵੇਗਾ, ਸੁੱਖ ਪਵੇਗਾ ਤੇ ਉਹ ਨਾਮ ਛੱਡ ਦੇਵੇਗਾ। ਉਹਦਾ ਸਾਸ ਗਰਾਸ ਸਿਮਰਨ ਅੰਦਰ ਚੱਲਦਾ ਹੀ ਰਹੇਗਾ। ਜਿਵੇਂ ਕਿੰਨੇ ਪਾਣੀ ਸਮੁੰਦਰ ਦੇ ਵਿੱਚ ਵੀ ਬੜਵਾ ਨਾਲ ਅਗਨ ਬਲਦੀ ਰਹਿੰਦੀ ਹੈ। ਰਹਿ ਸਿੰਧ ਜਲ ਕਰਹਿ ਬਿਨਾਸ਼। ਤੇ ਸਗੋਂ ਸਮੁੰਦਰ ਵਿੱਚ ਰਹਿ ਕੇ ਪਹਿਲੀ ਵਾਰੀ ਇੱਕ ਦਫਾ ਖਾਲਸਾ ਜੀ ਅੱਗ ਇਹੋ ਜੀ ਬੜਵਾ ਨਾਲ ਹੈ ਜਿਹੜੀ ਪਾਣੀ ਨੂੰ ਸਾੜਦੀ, ਨਹੀਂ ਤਾਂ ਉਲਟ ਹੈ, ਸਦਾ ਪਾਣੀ ਅੱਗ ਨੂੰ ਸਾੜਦਾ, ਬੁਝਾਉਂਦਾ। ਪਰ ਬੜਵਾ ਨਾਲ ਅਗਨ ਸਮੁੰਦਰ ਦੀ ਇਹੋ ਜਿਹੀ ਜਿਹੜੀ ਪਾਣੀ ਨੂੰ ਸਾੜਦੀ ਹੈ। ਤੋ ਪਾਤਸ਼ਾਹ ਕਹਿੰਦੇ ਆ ਫਿਰ ਜਿਹੜੇ ਧੰਦੇ ਵਿਹਾਰ ਹੈ, ਲੋਗਨ ਸਿਓ ਮੇਰਾ ਠਾਠਾ ਬਾਗਾ, ਤੇ ਲੋਕਾਂ ਦੀ ਕਾਨ ਕਨੌੜ ਹੈ, ਉਹ ਫਿਰ ਸੜਨ ਲੱਗ ਪੈਂਦੀ ਆ। ਜਿਹਦੇ ਰੂਹ ਵਿੱਚ, ਹਿਰਦੇ ਵਿੱਚ ਨਾਮ ਵਸ ਜਾਂਦਾ, ਜਿਹਨੇ ਅਭਿਆਸ ਕਰ ਲਿਆ। ਉਹ ਐਂ ਸਾੜ, ਜਿਵੇਂ ਅੱਗ ਪਾਣੀ ਨੂੰ ਸਾੜਦੀ ਸਮੁੰਦਰ ਦੇ ਨੂੰ ਬੜਵਾ ਨਾਲ, ਉਹ ਸਿੱਖ ਦਾ ਸਿਮਰਨ ਬੜਵਾ ਨਾਲ ਅਗਨ ਵਰਗਾ ਹੈ। ਸਾਰੇ ਦੁੱਖਾਂ, ਵਿਘਨਾਂ, ਕਲੇਸ਼ਾਂ ਨੂੰ, ਧੰਦਿਆਂ ਨੂੰ, ਬੰਧਨਾਂ ਨੂੰ, ਮੋਹ ਨੂੰ, ਮਮਤਾ ਨੂੰ, ਸਭ ਨੂੰ ਸਾੜੀ ਤੁਰਿਆ ਜਾਂਦਾ। ਇੱਕ ਰਸ ਵਾਹਿਗੁਰੂ 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 ਹਿਰਦੇ ਵਿੱਚ ਬਲਦਾ ਰਹਿੰਦਾ, ਚੱਲਦਾ ਹੈ। ਜਲ ਬ੍ਰਿੰਦਣ ਤੇ ਬੁਝੈ ਸੋ ਨਾਹੀ। ਵੀ ਜਲ ਦੇ ਨਾਲ ਵੀ ਬੁਝਦਾ ਨਹੀਂ, ਜਿਵੇਂ ਬੜਵਾ ਨਾਲ ਅਗਨ ਬੁਝਦੀ ਨਹੀਂ, ਉਵੇਂ ਦੁੱਖਾਂ ਤੇ ਧੰਦਿਆਂ, ਮੋਹ ਮਮਤਾ ਵਿੱਚ ਵੀ ਸਿੱਖਾਂ ਗੁਰਮੁਖਾਂ ਦਾ ਨਾਮ ਨਹੀਂ ਛੁੱਟਦਾ ਹੈ। ਜਲ ਪਾਪਣ ਨਿਤ ਕਰਤੀ ਦਾਹੇ। ਤੇ ਉਹ ਜਲ ਨੂੰ, ਜਾਂ ਜਿਹੜਾ ਸਿਮਰਨ ਰੂਪੀ ਬੜਵਾ ਨਾਲ ਅਗਨ ਹੈ, ਪਾਪਾਂ ਰੂਪੀ ਜਲ ਨੂੰ ਸਦਾ ਸਾੜਦੀ ਰਹਿੰਦੀ ਹੈ। ਤਥਾ ਸਥਿਰ ਹੋਵੈ ਨਿਤ ਗਿਆਨ। ਤੇ ਉਸੇ ਤਰ੍ਹਾਂ ਫਿਰ ਜਿਵੇਂ ਬੜਵਾ ਨਾਲ ਅਗਨ ਸਥਿਰ ਹੋ ਜਾਂਦੀ ਪਾਣੀ ਵਿੱਚ ਰਹਿੰਦਿਆਂ ਹੀ, ਉਵੇਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਫਿਰ ਗੁਰਮੁਖਾਂ ਪਿਆਰਿਆਂ ਨੂੰ ਬ੍ਰਹਮ ਗਿਆਨ ਸਥਿਰ ਹੋ ਜਾਂਦਾ, ਉਹਨਾਂ ਦੇ ਹਿਰਦੇ ਵਿੱਚ ਟਿਕ ਜਾਂਦਾ, ਜਾਂ ਉਹਨਾਂ ਦੀ ਬਿਰਤੀ ਜਿਹੜੀ ਆ ਉਹ ਬ੍ਰਹਮ ਗਿਆਨ ਵਿੱਚ ਟਿਕ ਜਾਂਦੀ ਹੈ। ਸ਼੍ਰੀ ਸਤਿਗੁਰ ਤੇ ਸੁਨ ਕਰ ਕਾਨ। ਇਹੋ ਜਿਹਾ ਪਵਿੱਤਰ ਉਪਦੇਸ਼ ਹਜ਼ੂਰ ਤੋਂ ਕੰਨਾਂ ਰਾਹੀਂ ਜਦੋਂ ਸੁਣਿਆ ਹੈ, ਔਰ ਸਾਖਿਆਤ ਕਾਰ ਜਿਨ ਕੀਨਾ। ਤੇ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਹਿਰਦੇ ਵਿੱਚ ਸਾਖਿਆਤ ਕਰ ਲਿਆ ਉਸ ਬ੍ਰਹਮ ਪ੍ਰਭੂ ਪਰਮੇਸ਼ਰ ਨੂੰ। ਨਭ ਸਮ ਸਭ ਮਹਿ ਬ੍ਰਹਮ ਸੁਚੀਨਾ। ਜਿਨ੍ਹਾਂ ਨੇ ਮਹਾਰਾਜ ਦੀ ਸਿੱਖਿਆ ਸੁਣੀ, ਬਾਣੀ ਸੁਣ ਕੇ ਮੰਨੀ, ਮੰਨ ਕੇ ਵਿਚਾਰੀ, ਨਿਧਿਆਸਨ ਕੀਤਾ, ਹਿਰਦੇ ਵਿੱਚ ਵਸਾਈ। ਕਵੀ ਜੀ ਕਹਿੰਦੇ ਉਹਨਾਂ ਨੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਾਰੇ ਪਾਸੇ ਮੌਜੂਦ ਜਾਣਿਆ, ਜਿਵੇਂ ਆਕਾਸ਼ ਸਭ ਪਾਸੇ ਹੁੰਦਾ ਹੈ। ਜਾਂ ਤੇ ਪ੍ਰਥਮ ਸ਼ਰਵਣ ਤੁਮ ਕਰੋ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਜੇ ਮਨ ਦੇ ਵਿੱਚ ਮੈਲ ਹੈ ਨਾ, ਤੇ ਬਾਣੀ ਜਾਂ ਕੋਈ ਉਪਦੇਸ਼ ਸਾਰਿਆਂ ਤੋਂ ਪਹਿਲਾਂ ਸੁਣਨਾ ਕਰਨਾ ਹੈ। ਮੰਨਨ ਬਾਹਰ ਨਿਧਿਆਸਣ ਧਰੋ। ਫਿਰ ਗੁਰਬਾਣੀ ਸ਼ਬਦ ਨੂੰ ਸੁਣ ਕੇ ਮੰਨਣਾ, ਮੰਨ ਕੇ ਉਹਦਾ ਵਿਚਾਰ ਕਰਨਾ, ਨਿਧਿਆਸਨ ਕਰਨਾ, ਹਿਰਦੇ ਵਿੱਚ ਵਸਾਉਣਾ ਹੈ। ਔਰ ਸਖਿਆਤਕਾਰ ਹੋਏ ਜਾਏ। ਤੇ ਉਹ ਸ਼ਬਦ ਦੁਆਰਾ ਬ੍ਰਹਮ ਪ੍ਰਭੂ ਪਰਮੇਸ਼ਰ ਹਿਰਦੇ ਵਿੱਚ ਸਖਿਆਤ ਹੋ ਆਉਂਦਾ ਹੈ, ਪ੍ਰਗਟ ਹੋ ਆਵੇਗਾ। ਜਨਮ ਮਰਨ ਦੁਖ ਅਖਲ ਬਿਲਾਏ। ਜਦੋਂ ਪਰਮੇਸ਼ਰ ਹਿਰਦੇ ਵਿੱਚ ਪ੍ਰਗਟ ਪੈਦਾ ਪ੍ਰਤੱਖ ਹੋ ਆਉਂਦਾ ਹੈ, ਫਿਰ ਜੰਮਣ ਮਰਨ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਜੀਵਨ ਮੁਕਤ ਹੋਏ ਵਿਚਰੈ ਹੋ। ਤੇ ਫਿਰ ਕੀ ਹੋਵੇਗਾ? ਬ੍ਰਹਮ ਗਿਆਨੀ ਸਾਧੂ ਬਣਦੇ ਹੈ, ਜੀਵਨ ਮੁਕਤ ਹੁੰਦੇ ਹੈ। ਪਾਪ ਪੁੰਨ ਤਹਿ ਭਈ ਕਹਾਵਤ, ਤੂੰ ਨਾ ਜਨਮ ਹੈ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ। ਇਹੋ ਜਿਹੀ ਬਿਰਤੀ ਪੈਦਾ ਹੁੰਦੀ ਹੈ, ਜੰਮਣ ਮਰਨ ਤੋਂ ਛੁੱਟ ਜਾਂਦਾ ਹੈ। ਬ੍ਰਹਮ ਗਿਆਨੀ ਸਾਧੂ ਪੈਦਾ ਹੁੰਦਾ ਹੈ, ਜਿਹਦੇ ਵਿੱਚ ਬ੍ਰਹਮ ਹਿਰਦੇ ਵਿੱਚ ਪਰਮੇਸ਼ਰ ਸਖਿਆਤ ਹੋ ਜਾਂਦਾ ਹੈ। ਪ੍ਰਲੈ ਕਾਲ ਕੀ ਅਗਨ ਜਿਮੈ ਹੋ। ਉਹ ਮਹਾਰਾਜ ਕਹਿੰਦੇ ਕਿਹੋ ਜਿਹੇ ਹੁੰਦੇ, ਜਿਵੇਂ ਪ੍ਰਲੈ ਕਾਲ ਦੀ ਅਗਨ ਹੁੰਦੀ, ਵੀ ਜਿਹੜੀ ਇੱਕ ਮਹਾਂਪਰਲੋ ਮੰਨੀ ਆ, ਵੀ ਜਦੋਂ ਸਭ ਪਾਸੇ ਅੱਗ ਵਰੇਗੀ ਤੇ ਸਭ ਸੰਸਾਰ ਸੜਦਾ। ਤੋ ਪਾਤਸ਼ਾਹ ਕਹਿੰਦੇ ਉਹ ਮਹਾਂਪਰਲੈ ਦੀ ਅੱਗ ਹੁੰਦੀ ਹੈ ਉਹ ਨਾਮ, ਜਿਵੇਂ ਉਹ ਸਭ ਸੰਸਾਰ ਨੂੰ ਸਾੜੀ ਤੁਰਿਆ ਜਾਂਦਾ। ਕੋਈ ਬ੍ਰਹਮ ਗਿਆਨੀ ਸਾਧੂ ਬਣ ਜਾਵੇ, ਨਾਮ ਜਪ ਜਪ ਕੇ ਅਭਿਆਸ ਕਰ ਕਰਕੇ, ਫਿਰ ਕੋਈ ਪ੍ਰਵਾਹ ਨਹੀਂ ਖਾਲਸਾ ਜੀ। ਸਭ ਸੰਸਾਰ ਦੇ ਧੰਦੇ, ਸਭ ਮੋਹ ਮਮਤਾ, ਦੁੱਖ ਸੁੱਖ, ਜਨਮ ਮਰਨ, ਮੋਹ ਮਾਇਆ, ਸਭ ਕੁਝ ਸੜ ਕੇ ਸਵਾਹ ਹੋ ਜਾਂਦੀ। ਕੋਈ ਨਹੀਂ ਟਿਕਦਾ ਫਿਰ ਉਸ ਬ੍ਰਹਮ ਗਿਆਨੀ ਸਾਧੂ ਦੇ ਨਾਮ ਦੇ ਅੱਗੇ।
ਸਰਬ ਭਸਮ ਕਰ ਆਪੇ ਰਹੈ। ਕੱਲੀ ਰਹਿ ਜਾਂਦੀ ਨਾ, ਜਿਵੇਂ ਅੱਗ ਜਿਹੜੀ ਹੈ ਮਹਾਪਰਲੋ ਦੀ, ਸਭ ਸੰਸਾਰ ਸੜ ਜਾਂਦਾ, ਕੱਲੀ ਅੱਗ ਰਹਿ ਜਾਂਦੀ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਸਾਧੂ ਦੇ ਹਿਰਦੇ ਵਿੱਚ ਕੱਲਾ ਨਾਮ ਰਹਿ ਜਾਂਦਾ। ਬਾਕੀ ਜਿੰਨੇ ਆ ਸੰਸਾਰ ਦੀ ਨਿਆਈ ਮੋਹ ਮਮਤਾ ਵਿਸ਼ੇ ਵਕਾਰ ਕਾਮ ਕ੍ਰੋਧ ਹੰਕਾਰ ਹੈ, ਇਹ ਸਾਰੇ ਈਰਖਾ ਦਵੈਸ਼ ਸਭ ਸੜ ਕੇ ਸਵਾਹ ਹੋ ਜਾਂਦੇ ਹੈ, ਤੇ ਕੱਲਾ ਕੇਵਲ ਤੇ ਕੇਵਲ ਖਾਲਸਾ ਜੀ ਨਾਮ ਰਹਿ ਜਾਂਦਾ। ਜਿਹਦੇ ਹਿਰਦੇ ਵਿੱਚ ਨਾਮ ਰਹਿ ਗਿਆ ਕੱਲਾ, ਬਾਕੀ ਸਭ ਕੁਝ ਸੜ ਕੇ ਸੁਆਹ ਹੋ ਗਿਆ। ਤੇ ਨਾਮ ਜਿਹਦੇ ਹਿਰਦੇ ਵਿੱਚ ਹੈ ਪਰਮੇਸ਼ਰ ਦਾ, ਜਿਨ ਹਰ ਜਪਿਆ ਸੇ ਹਰ ਹੋਏ, ਉਹ ਪ੍ਰਭੂ ਪਰਮੇਸ਼ਰ ਦਾ ਸਰੂਪ ਬਣ ਜਾਂਦੇ ਹਨ। ਬ੍ਰਹਮ ਰੂਪ ਮਹਿ ਇਕ ਤਾਲ ਤੇ ਹੈ। ਬ੍ਰਹਮ ਸਰੂਪ ਦੇ ਵਿੱਚ ਇਕਤਾ ਲੈ ਲੈਂਦੇ ਆ, ਟਿਕਾ ਪ੍ਰਾਪਤ ਕਰ ਲੈਂਦੇ ਹਨ। ਸ਼੍ਰੀ ਗੁਰ ਕੋ ਤਾਇਆ ਸੰਹਾਰੀ। ਤੋ ਮਹਾਰਾਜ ਨੇ ਉਪਦੇਸ਼ ਖਾਲਸਾ ਜੀ ਇਹਨਾਂ ਸਿੱਖਾਂ ਨੂੰ, ਭਾਈ ਰਾਮਾ ਜੀ ਵਰਗਿਆਂ ਨੂੰ, ਭਾਈ ਜੱਟੂ ਭਾਈ ਇਸੇ ਤਰ੍ਹਾਂ ਜਿਹੜਾ ਹੈ ਹੇਮੂ, ਇਹਨਾਂ ਨੂੰ ਬਖਸ਼ਿਸ਼ ਕੀਤੀ। ਇਹਨੇ ਨੂੰ ਮਹਾਰਾਜ ਦੇ ਇੱਕ ਤਾਇਆ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਭਾਈ ਸੰਹਾਰੀ ਮੱਲ ਜੀ ਜਿਹੜੇ ਆ ਲਾਹੌਰ ਦੇ ਰਹਿਣ ਵਾਲੇ, ਉਹ ਆਣ ਪਹੁੰਚੇ ਮਹਾਰਾਜ ਪਾਸ। ਜਿਸ ਕੇ ਗਮਣੇ ਸਦਨ ਮਝਾਰੀ। ਕਵੀ ਜੀ ਕਹਿੰਦੇ ਉਹ ਤਾਇਆ ਸੰਹਾਰੀ ਗੁਰੂ ਅਰਜਨ ਦੇਵ ਮਹਾਰਾਜ ਦੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਆਪ ਤਾਂ ਇਕੱਲੇ ਹੀ ਸਨ, ਇਹਨਾਂ ਦੇ ਸ਼ਰੀਕੇ ਵਿੱਚੋਂ ਸੀ। ਗੁਰੂ ਰਾਮਦਾਸ ਮਹਾਰਾਜ ਦੇ ਭਰਾ ਲੱਗਦੇ ਸੀ, ਚਾਚੇ ਤਾਇਆਂ ਚੋਂ ਸੰਹਾਰੀ ਮੱਲ ਜੀ। ਕਵੀ ਜੀ ਕਹਿੰਦੇ ਉਹ ਸੰਹਾਰੀ ਮੱਲ ਹੈ ਜਿਨ੍ਹਾਂ ਦੇ ਪੁੱਤਰ ਦੇ ਵਿਆਹ 'ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਨੂੰ ਭੇਜਿਆ ਸੀ ਲਾਹੌਰ ਵਿੱਚ, ਕੁਝ ਸਮਾਂ ਪਹਿਲਾਂ ਆਪਦੇ ਹੁੰਦਿਆਂ। ਰਾਮਦਾਸ ਸਤਿਗੁਰੂ ਪਠਾਏ। ਤੇ ਸਾਧ ਸੰਗਤ ਜੀ ਜਿਨ੍ਹਾਂ ਕਥਾ ਲੜੀਵਾਰ ਸੁਣੀ ਉਹ ਜਾਣਦੇ ਆ ਘਟਨਾ ਨੂੰ। ਗੋਇੰਦਵਾਲ ਸਾਹਿਬ ਰਹਿੰਦਿਆਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਸ ਆਏ ਸੀ ਬਾਬਾ ਸਹਾਰੀ ਮੱਲ ਜੀ। ਗੁਰੂ ਰਾਮਦਾਸ ਮਹਾਰਾਜ ਦੇ ਭਰਾ ਲੱਗਦੇ ਸੀ ਵੱਡੇ। ਆਖਿਆ ਸੀ ਵੀ ਮੇਰੇ ਪੁੱਤ ਦਾ ਵਿਆਹ ਹੈ ਮਹਾਰਾਜ, ਤੁਸੀਂ ਚੱਲੋ। ਗੁਰੂ ਰਾਮਦਾਸ ਮਹਾਰਾਜ ਜੀ ਆਪ ਨਹੀਂ ਗਏ ਤੇ ਆਖਿਆ ਸੀ ਭੇਜਾਂਗੇ। ਪ੍ਰਿਥੀ ਚੰਦ ਨੂੰ ਆਖਿਆ, ਉਹਨੇ ਆਖਿਆ ਮਹਾਰਾਜ ਮੇਰੇ ਬਿਨਾਂ ਤਾਂ ਸਰਨਾ ਹੀ ਨਹੀਂ, ਇੱਥੇ ਇੱਧਰ ਦੀ ਉੱਧਰ ਹੋ ਜਾਣਾ ਸਾਰਾ ਕੁਝ। ਤੇ ਮਹਾਦੇਵ ਜੀ ਕਹਿੰਦੇ ਵੀ ਨਾ ਅਸੀਂ ਬਰਾਤ ਚੜ੍ਹੀਏ ਤੇ ਨਾ ਕਿਸੇ ਦੀ ਬਰਾਤ ਜਾਈਏ, ਸਾਨੂੰ ਕੋਈ ਨਹੀਂ। ਤੇ ਬਾਬਾ ਪ੍ਰਿਥੀ ਚੰਦ ਜੀ ਕਹਿੰਦੇ ਸੀ ਵੀ ਅਰਜਨ ਦੇਵ ਵਿਹਲਾ ਹੈ, ਕਿਹੜਾ ਕੁਝ ਕਰਦਾ ਇੱਥੇ, ਇਹਨੂੰ ਘਲਾ ਦਿਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਭੇਜ ਕੇ ਆਖਿਆ ਸੀ ਵੀ ਜਿੰਨਾ ਸਮਾਂ ਅਸੀਂ ਸਦੀਏ ਨਾ ਤੁਸੀਂ ਵਾਪਸ ਨਹੀਂ ਮੁੜਨਾ। 2.5 ਪੌਣੇ 3 ਸਾਲ ਮਹਾਰਾਜ ਗੁਰੂ ਅਰਜਨ ਦੇਵ ਜੀ ਰਹੇ ਸੀ ਲਾਹੌਰ ਗੁਰਤਾ ਮਿਲਣ ਤੋਂ ਪਹਿਲਾਂ। ਇਹ ਕਵੀ ਜੀ ਥੋੜ੍ਹਾ ਜ਼ਿਕਰ ਕਰਦੇ ਨਾਲ ਵੀ ਇਹ ਉਹ ਤਾਇਆ ਸੰਹਾਰੀ ਮੱਲ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ, ਜਿਨ੍ਹਾਂ ਦੇ ਪੁੱਤ ਦੇ ਵਿਆਹ 'ਤੇ ਕਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਾਹੌਰ ਗਏ ਸਨ। ਗੁਰੂ ਰਾਮਦਾਸ ਮਹਾਰਾਜ ਨੇ ਭੇਜਿਆ ਸੀ। ਵਿਆਹ ਭਤੀਜੇ ਜੰਨ ਚੜਾਏ। ਤੇ ਜੰਝ ਵੀ ਗਏ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਇਹ ਗੁਰੂ ਰਾਮਦਾਸ ਮਹਾਰਾਜ ਦੇ ਭਤੀਜੇ ਦੀ, ਭਾਵ ਸੰਹਾਰੀ ਮੱਲ ਦੇ ਪੁੱਤਰ ਦੀ। ਸੋ ਬਹੁ ਬ੍ਰਿਧ ਹੋਏ ਕਰ ਆਵਾ। ਤੇ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਤਾਂ ਕਾਫੀ ਉਮਰ 'ਚ ਹੋਏ ਹੈ, ਤੇ ਇੱਧਰ ਜਿਹੜਾ ਇਹ ਸੰਹਾਰੀ ਮੱਲ ਬਹੁਤ ਬੁੱਢੀ ਉਮਰ ਦਾ, ਕਿਉਂਕਿ ਤਾਇਆ ਗੁਰੂ ਰਾਮਦਾਸ ਮਹਾਰਾਜ ਤੋਂ ਵੀ ਵੱਡਾ ਸੀ ਇਹ, ਤੇ ਬਹੁਤ ਬਿਰਧ ਉਮਰ ਦਾ, ਕਾਫੀ ਭਾਰੀ ਉਮਰ ਇਸ ਦੀ ਹੈ। ਚੱਲ ਕੇ ਅੰਮ੍ਰਿਤਸਰ ਸਾਹਿਬ ਮਹਾਰਾਜ ਪਾਸ ਪਹੁੰਚਿਆ। ਚਹਿਤ ਸ਼੍ਰੇ ਜਗ ਦੁਖ ਲਖ ਪਾਵਾ। ਤੇ ਹੁਣ ਇਹ ਮੁਕਤੀ ਚਾਹੁੰਦਾ ਹੈ, ਕਿਉਂਕਿ ਸੰਸਾਰ ਨੂੰ ਇਹ ਸੰਹਾਰੀ ਮੱਲ ਜੀ ਦੁੱਖ ਰੂਪ ਵੇਖਦੇ ਪਾਤਸ਼ਾਹ। ਬਿਰਧ ਸਰੀਰ ਹੈ ਮਹਾਰਾਜ, ਬੜੀ ਦੁਨੀਆ ਵੇਖ ਲਈ, ਬੜੇ ਰੰਗ ਤਮਾਸ਼ੇ ਵੇਖੇ, ਪਰ ਮਹਾਰਾਜ ਸੁੱਖ ਲੈ ਲੈ ਕੇ ਤ੍ਰਿਪਤੀ ਨਹੀਂ ਮਨ ਨੂੰ ਆਉਂਦੀ, ਤੇ ਦੁੱਖ ਲੈ ਲੈ ਕੇ ਸਗੋਂ ਔਖੇ ਹੋਈਦਾ। ਦੁੱਖ ਸੁੱਖ ਛਿਣ 'ਚ ਲੰਘ ਜਾਂਦਾ, ਦੁੱਖ ਮਹਾਰਾਜ ਲੰਘਾਉਣਾ ਬੜਾ ਔਖਾ ਹੈ। ਮੈਂ ਇਹ ਜਾਣਿਆ ਸਾਰੀ 100 ਵਰ੍ਹਿਆਂ ਦੀ ਉਮਰ ਭੋਗ ਕੇ ਵੀ ਪਾਤਸ਼ਾਹ ਜਿਹੜਾ ਸੰਸਾਰ ਹੈ ਦੁੱਖ ਰੂਪ ਹੈ, ਸੰਸਾਰ 'ਚ ਦੁੱਖਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਮਿਲ ਕਰ ਰਹਿਓ ਸੁਧਾ ਸਰਮਾਹੀ। ਤੇ ਇਸ ਤਰ੍ਹਾਂ ਬੇਨਤੀਆਂ ਕਰਦਾ ਅੰਮ੍ਰਿਤਸਰ ਸਾਹਿਬ ਕੁਝ ਦਿਨ ਵਾਸਤੇ ਰਹਿ ਲਿਆ ਹੈ। ਕਰਨ ਸੇਵ ਸਤਿਗੁਰ ਕੀ ਚਾਹੀ। ਤੇ ਇਹ ਹੁਣ ਚਾਹੁੰਦਾ ਹੈ ਵੀ ਆਪਣੇ ਭਤੀਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੈਂ ਸੇਵਾ ਕਰਾਂ। ਵੱਡੋ ਜਾਣ ਕਰ ਦੇਤ ਹਟਾਏ। ਜਦੋਂ ਮਹਾਰਾਜ ਦੇ ਚਰਨ ਘੁੱਟਣ ਲੱਗਦਾ, ਕਦੇ ਚਰਨ ਧੋਣ ਲੱਗਦਾ, ਜਾਂ ਕੋਈ ਸੇਵਾ ਕਰਨ ਲੱਗਦਾ ਨਾ, ਪੱਖਾ ਚੱਲਣਾ ਆਦਿਕ, ਧੰਨ ਗੁਰੂ ਅਰਜਨ ਦੇਵ ਜੀ ਆਪਦਾ ਤਾਇਆ ਜਾਣ ਕੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਹੈ, ਤੇ ਇਹਨੂੰ ਰੋਕ ਦਿੰਦੇ ਕਿ ਨਹੀਂ ਬਜ਼ੁਰਗੋ ਤਾਇਆ ਜੀ ਤੁਸੀਂ ਨਾ ਇਸ ਤਰ੍ਹਾਂ ਕਰੋ। ਪਾਤਸ਼ਾਹ ਉਹ ਸੇਵਾ ਕਰਨ ਨੂੰ ਜਦੋਂ ਕਹਿੰਦੇ ਆ, ਕੋਈ ਕਰਦੇ ਆ ਸੰਹਾਰੀ ਮੱਲ ਜੀ,
ਤੇ ਪਾਤਸ਼ਾਹ ਜੀ ਰੋਕ ਦਿੰਦੇ ਹਨ। ਸਿੱਖਣ ਸੇਵਾ ਕਰਹਿ ਬਨਾਏ। ਤੋ ਫਿਰ ਇਸ ਤਰ੍ਹਾਂ ਹਟ ਜਾਂਦੇ ਆ ਸੰਘਾਰੀ ਮੱਲ ਜੀ ਤੇ ਸਿੱਖਾਂ ਦੀ ਸੇਵਾ ਕੁਝ ਸਾਰਾ ਦਿਨ ਕਰਦੇ ਰਹਿੰਦੇ ਹਨ। ਚਰਨ ਪਖਾਰਹਿ ਹਾਂ ਕਹਿ ਪਾਉਨ। ਕਦੇ ਚਰਨ ਧੋਂਦੇ ਆ ਸਿੱਖਾਂ ਦੇ, ਗੁਰੂ ਅਰਜਨ ਦੇਵ ਮਹਾਰਾਜ ਦੇ ਤਾਇਆ ਲੱਗਦੇ ਆ, ਸਿੱਖਾਂ ਦੇ ਚਰਨ ਧੋਂਦੇ ਆ। ਕਦੇ ਗੁਰਸਿੱਖਾਂ ਪਿਆਰਿਆਂ ਨੂੰ ਪੱਖਾ ਝੱਲਦੇ ਆ ਸੰਗਤ ਨੂੰ ਗਰਮੀ ਤੋਂ। ਬਾਸਣ ਮਾਂਜਹਿ ਜੂਠੇ ਪਾਉਨ। ਸਿੱਖਾਂ ਦੇ ਜੂਠੇ ਬਰਤਨ ਮਾਂਜਦੇ ਆ। ਇਸ ਤਰ੍ਹਾਂ ਹੋਰ ਬੜੇ ਧਰਤੀ ਹੂੰਜਦੇ ਆ, ਬਹੁਕਰ ਆਦਿਕ ਮਾਰਦੇ ਹਨ। ਭਗਤ ਹਿਰਦੈ ਅਕਰੂਰ ਸਮਾਨਾ। ਇਹਨਾਂ ਦੇ ਹਿਰਦੇ ਵਿੱਚ ਕਵੀ ਜੀ ਕਹਿੰਦੇ ਅਕਰੂਰ ਵਰਗੀ ਭਗਤੀ ਹੈ। ਜਿਹੜਾ ਕ੍ਰਿਸ਼ਨ ਭਗਵਾਨ ਦਾ ਚਾਚਾ ਲੱਗਦਾ ਸੀ ਅਕਰੂਰ ਭਗਤ, ਜਿਵੇਂ ਅਕਰੂਰ ਭਗਤ ਦੇ ਹਿਰਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਪ੍ਰੇਮ ਸੀ ਨਾ, ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਤਾਇਆ ਸੰਘਾਰੀ ਮੱਲ ਦੇ ਹਿਰਦੇ ਵਿੱਚ ਆਪਣੇ ਭਤੀਜੇ ਲੱਗਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪ੍ਰੇਮ ਹੈ। ਜਥਾ ਕ੍ਰਿਸ਼ਨ ਮਹਿ ਨਿਸਚੈ ਠਾਨਾ। ਔਰ ਜਿਵੇਂ ਅਕਰੂਰ ਭਗਤ ਨੇ ਆਪਣੇ ਭਤੀਜੇ ਕ੍ਰਿਸ਼ਨ ਭਗਵਾਨ ਮੰਨਿਆ ਸੀ, ਕ੍ਰਿਸ਼ਨ ਨੂੰ ਭਰੋਸਾ ਕੀਤਾ ਸੀ, ਤਿਮ ਸ੍ਰੀ ਅਰਜਨ ਕੋ ਮਨ ਜਾਣੈ। ਇਸ ਤਰ੍ਹਾਂ ਸੰਘਾਰੀ ਮੱਲ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਭਾਵੇਂ ਨਿੱਕੇ ਭਤੀਜੇ ਲੱਗਦੇ ਆ ਉਮਰ ਵਿੱਚ ਤੇ ਰਿਸ਼ਤੇ ਵਿੱਚ ਵੀ, ਤੇ ਫੇਰ ਵੀ ਸੰਘਾਰੀ ਮੱਲ ਜੀ ਇਹਨਾਂ ਨੂੰ ਭਗਵਾਨ ਕਰਕੇ ਜਾਣਦੇ ਹਨ। ਪ੍ਰਥਮ ਜਨਮ ਕੀ ਗਿਆਤ ਪਛਾਨੈ। ਤੇ ਐਂ ਜਾਣ ਲਓ ਵੀ ਜਿਵੇਂ ਪਿਛਲੇ ਜਨਮ ਦੀ ਅਕਰੂਰ ਨੂੰ ਹੀ ਸਾਰੀ ਗਿਆਤ ਹੋਵੇ, ਸਾਰੀ ਜਾਣਕਾਰੀ ਹੋਵੇ ਜੀ। ਇਸ ਵਿਧ ਦੇਖ ਦਇਆ ਕੋ ਠਾਨੀ। ਕਵੀ ਜੀ ਕਹਿੰਦੇ ਸਤਿਗੁਰਾਂ ਨੇ ਨਾ ਵਾਰ-ਵਾਰ ਜਦੋਂ ਸੰਘਾਰੀ ਮੱਲ ਮਹਾਰਾਜ ਦੀ ਸੇਵਾ ਕਰਨ ਨੂੰ ਲੋਚਦੇ ਆ ਤੇ ਪਾਤਸ਼ਾਹ ਨੇ ਵੇਖ ਕੇ ਬੜੀ ਦਇਆ ਕੀਤੀ ਹੈ। ਨਿਕਟ ਹਕਾਰਿਓ ਗੁਰੂ ਬਖਾਨੀ। ਪਾਤਸ਼ਾਹ ਜੀ ਨੇ ਕੋਲ ਬੁਲਾ ਕੇ ਇਸ ਸੰਘਾਰੀ ਮੱਲ ਤਾਏ ਨੂੰ ਆਖਿਆ ਹੈ। ਤੁਮ ਹੋ ਵੱਡੇ ਲਗਤ ਹੋ ਤਾਏ। ਆਖਿਆ ਕਿ ਹੇ ਬਜ਼ੁਰਗੋ, ਤੁਸੀਂ ਸਾਥੋਂ ਉਮਰ 'ਚ ਵੱਡੇ ਹੋ, ਸਾਡੇ ਪਿਤਾ ਜੀ ਤੋਂ ਵੀ ਵੱਡੇ ਹੋ, ਰਿਸ਼ਤੇ ਵਿੱਚ ਤਾਏ ਲੱਗਦੇ ਹੋ। ਹਮ ਕੋ ਚਹੀਅਤ ਸੇਵ ਕਮਾਏ। ਤੇ ਤੁਸੀਂ ਇਸ ਤਰ੍ਹਾਂ ਨਾ ਚਰਨਾਂ 'ਚ ਬੈਠਿਆ ਕਰੋ, ਵੀ ਸਗੋਂ ਸਾਨੂੰ ਚਾਹੀਦਾ ਤੁਹਾਡੀ ਸੇਵਾ ਕਰੀਏ, ਤੁਸੀਂ ਸਾਡੇ ਬਾਪ ਦੀ ਥਾਂ ਹੋ। ਸੁਨ ਕਰ ਜੋਰੇ ਅਰਜ ਗੁਜਾਰੀ। ਤੇ ਤਾਇਆ ਸੰਘਾਰੀ ਮੱਲ ਜੀ ਬੁੱਢਾ ਸਰੀਰ ਹੈ, ਹੱਥ ਜੋੜੇ ਹੈ, ਨੇਤਰਾਂ 'ਚੋਂ ਹੰਝੂ ਕੇਰਦਿਆਂ ਹੋਇਆਂ ਬੇਨਤੀ ਕੀਤੀ ਹੈ। ਮੱਛ ਕੱਛ ਬਾਵਨ ਤਨ ਧਾਰੀ। ਕਿਉਂਕਿ ਬਹੁਤ ਬ੍ਰਹਮ ਗਿਆਨੀ ਸਾਧੂ ਸੀ ਇਹ ਸੰਘਾਰੀ ਮੱਲ। ਕਹਿੰਦਾ ਮਹਾਰਾਜ ਪਾਤਸ਼ਾਹ, ਮੈਨੂੰ ਤਾਂ ਇਉਂ ਲੱਗਦਾ ਵੀ ਤੁਸੀਂ ਪਰਮੇਸ਼ਰ ਹੋ, ਵੀ ਤੁਸੀਂ ਪਰਮੇਸ਼ਰ ਹੋ ਮਹਾਰਾਜ, ਤੇ ਇਹ ਮੇਰੇ ਮਨ 'ਚ ਹਿਰਦਾ ਪੂਰਾ ਵਿਸ਼ਵਾਸ ਹੈ। ਤੇ ਤੁਸੀਂ ਪਰਮੇਸ਼ਰ ਨੇ ਮਹਾਰਾਜ ਮੱਛ ਅਵਤਾਰ ਧਾਰਿਆ, ਕੱਛ ਅਵਤਾਰ ਧਾਰੇ ਹੈ, 52 ਸਰੂਪ ਵੀ ਮਹਾਰਾਜ ਤੁਸੀਂ ਧਾਰਿਆ ਸੀ। ਸ਼੍ਰੀ ਨਰਸਿੰਘ ਰਾਮ ਅਵਤਾਰਾ। ਤੇ ਮਹਾਰਾਜ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਦਾ ਰੂਪ ਵੀ ਤੁਸੀਂ ਧਾਰਿਆ। ਫਿਰ ਗਰੀਬ ਨਵਾਜ ਉਹ ਤ੍ਰੇਤੇ ਦੇ ਅੰਦਰ ਪਾਤਸ਼ਾਹ ਜੀ ਰਾਵਣ ਨੂੰ ਮਾਰਨ ਵਾਸਤੇ ਤੁਸੀਂ ਰਾਮ ਦਾ ਸਰੂਪ ਧਾਰਿਆ ਹੈ ਸੀ। ਕ੍ਰਿਸ਼ਨ ਰੂਪ ਪੁਨ ਤੁਮ ਨੇ ਤਾਰਾ। ਉਗਰਸੈਨ ਨੂੰ ਰਾਜ ਦੇਣ ਵਾਸਤੇ, ਕੰਸ ਨੂੰ ਮਾਰਨ ਵਾਸਤੇ ਪਾਤਸ਼ਾਹ ਭਗਵਾਨ ਜੀ ਤੁਸੀਂ ਕ੍ਰਿਸ਼ਨ ਦਾ ਰੂਪ ਧਾਰਿਆ ਹੈ ਸੀ। ਇੱਕ ਦਿਨ ਅਰਜਨ ਬਿਨੈ ਸੁਨਾਈ। ਫਿਰ ਕਹਿੰਦੇ ਆ ਸੰਘਾਰੀ ਮੱਲ ਜੀ ਵੀ ਪਾਤਸ਼ਾਹ ਜੀ ਇੱਕ ਪੁਰਾਣਕ ਗਾਥਾ ਜਾਣੋ, ਵੀ ਕਹਿੰਦੇ ਇੱਕ ਦਿਨ ਜਿਹੜਾ ਅਰਜੁਨ ਸੀਗਾ ਪਾਂਡਵਾਂ ਵਿੱਚੋਂ, ਇਹਨੇ ਕ੍ਰਿਸ਼ਨ ਭਗਵਾਨ ਨੂੰ ਇੱਕ ਬੇਨਤੀ ਕੀਤੀ ਸੀ। ਮਮ ਤੁਮ ਨਾਮ ਏਕ ਹੋਏ ਜਾਈ। ਆਖਿਆ ਵੀ ਹੇ ਕ੍ਰਿਸ਼ਨ ਭਗਵਾਨ, ਵੀ ਮੈਂ ਤੁਹਾਡਾ ਭਗਤ ਹਾਂ, ਕੀ ਇਸ ਭਗਤ ਤੇ ਭਗਵਾਨ ਵਿੱਚ ਫਰਕ ਨਹੀਂ ਹੁੰਦਾ, ਤੇ ਕੀ ਤੁਹਾਡਾ ਤੇ ਸਾਡਾ ਨਾਮ ਇੱਕੋ ਹੀ ਹੋ ਸਕਦਾ, ਵੀ ਦੋਵਾਂ ਦਾ ਇੱਕ ਹੀ ਨਾਮ ਹੋਵੇ। ਹੇ ਪ੍ਰਭ ਕਬ ਇਮ ਭੀ ਬਨ ਆਵੈ। ਹੇ ਪ੍ਰਭੂ ਜੀ, ਕਦੇ ਇਸ ਤਰ੍ਹਾਂ ਵੀ ਬਣ ਆ ਸਕਦੀ ਆ ਵੀ ਹੁਣ ਸਾਡੇ ਵੱਖੋ ਵੱਖਰੇ ਨਾਂ ਆ, ਤੁਹਾਨੂੰ ਕ੍ਰਿਸ਼ਨ ਜੀ ਕਹਿੰਦੇ, ਮੈਨੂੰ ਅਰਜੁਨ ਕਹਿੰਦੇ ਆ, ਵੀ ਇੱਕ ਹੀ ਨਾਂ ਹੋਵੇ ਆਪਣੇ ਦੋਹਾਂ ਦਾ। ਮੋਰ ਨਾਮ ਕਰ ਤੁਮੈ ਬੁਲਾਵੈ। ਤੇ ਇਹ ਮੇਰਾ ਨਾਂ ਲੈ ਕੇ ਤੁਹਾਨੂੰ ਬੁਲਾਉਣ ਤੇ ਤੁਹਾਡਾ ਨਾਂ ਲੈ ਕਰਕੇ ਮੈਨੂੰ ਬੁਲਾਇਆ ਜਾਵੇ। ਮਨ ਭੀ ਮਿਲਿਓ ਮਿਲ ਤਨ ਰਹੇ। ਵੀ ਹੁਣ ਸਾਡਾ ਮਨ ਤਾਂ ਦੋਵਾਂ ਦਾ ਮਿਲ ਗਿਆ ਹੈ, ਤੇ ਭਗਵਾਨ ਕ੍ਰਿਸ਼ਨ ਜੀ ਕੀ ਹੋ ਸਕਦਾ ਵੀ ਸਾਡੇ ਸਰੀਰ ਵੀ ਇੱਕ ਹੋ ਜਾਵਣ। ਨਾਮ ਭਿੰਨ ਹੀ ਸਭ ਜਗ ਕਹੇ। ਕਿਉਂਕਿ ਸਾਡੇ ਮਨ ਤਾਂ ਹੁਣ ਆਪਣੀ ਇੱਕੋ ਹੀ ਹੈ, ਭਗਤ ਤੇ ਭਗਵਾਨ ਵਿੱਚ ਫਰਕ ਨਹੀਂ ਹੁੰਦਾ ਕੋਈ। ਪਰ ਇਹ ਭਗਵਾਨ ਜੀ ਇਸ ਤਰ੍ਹਾਂ ਵੀ ਨਾ ਸੰਸਾਰ ਵੱਖੋ ਵੱਖਰੇ ਲੈਂਦਾ,
ਨਾਵਾਂ ਕਰਕੇ ਸਾਡੇ ਵਿੱਚ ਭਿੰਨਤਾ ਵਖਰੇਵਾਂ ਹੈ। ਇਹ ਮੇਰੇ ਚਿਤ ਚਾਉ ਮਹਾਨੇ, ਇਹ ਮੇਰੇ ਚਿੱਤ ਵਿੱਚ ਬਹੁਤ ਵੱਡਾ ਚਾਅ ਹੈ ਤੁਮਰੋ ਅਰਜਨ ਨਾਮ ਬਖਾਨੇ। ਵੀ ਸੰਸਾਰ ਤੁਹਾਨੂੰ ਅਰਜਨ ਕਹਿ ਕਰਕੇ ਬੁਲਾਇਆ ਕਰੇ। ਸੁਣ ਰਾਵਰ ਕਿਨੇ ਹੋਏ ਪ੍ਰਸੰਨ, ਤੋ ਮਹਾਰਾਜ ਉਸ ਸਮੇਂ ਕ੍ਰਿਸ਼ਨ ਭਗਵਾਨ ਨੇ ਮਾਨੋ ਪ੍ਰਸੰਨ ਹੋ ਕਰਕੇ ਆਖਿਆ ਸੀ ਕਹਿਓ ਮੋਹਿ ਤੇ ਨਹਿ ਤੂੰ ਭਿੰਨ। ਵੀ ਸਾਡੇ ਤੋਂ ਇਹ ਅਰਜਨ ਤੂੰ ਭਿੰਨ ਨਹੀਂ ਹੈ। ਸਾਡਾ ਭਗਤ ਤੇ ਅਸੀਂ ਭਗਵਾਨ, ਭਗਤ ਭਗਵਾਨ ਵਿੱਚ ਕੁਝ ਭੇਦ ਨਹੀਂ ਹੁੰਦਾ। ਤਵ ਸੰਕਲਪ ਹੋਏ ਹੈ ਸਾਚਾ, ਤੇ ਕੋਈ ਗੱਲ ਨਹੀਂ, ਸਮਾਂ ਆਵੇਗਾ ਤੁਹਾਡਾ ਸੰਕਲਪ ਜਿਹੜਾ ਫੁਰਨਾ ਜ਼ਰੂਰ ਸੱਚਾ ਹੋਵੇਗਾ। ਮੋਹੇ ਭਾਵਨੀ ਮਹਿ ਨਿਤ ਰਾਚਾ, ਤੇ ਅਸੀਂ ਜਿਹੜੀ ਤੁਹਾਡੀ ਮੋਹ ਤੇ ਭਾਵਨੀ ਵਿੱਚ ਹੀ ਸਦਾ ਰਚੇ ਰਵਾਂਗੇ, ਤਦਾਕਾਰ ਹੋਵਾਂਗੇ। ਕਲੀ ਕਾਲ ਮਹਿ ਜਬ ਤਨ ਤਰੈ, ਜਦੋਂ ਕਲਯੁਗ ਦੇ ਸਮੇਂ ਵਿੱਚ ਅਵਤਾਰ ਧਾਰੇਗਾ ਪਰਮੇਸ਼ਰ, ਅਰਜਨ ਨਾਮ ਹਮਾਰੋ ਪਰੈ। ਤੇ ਉਹ ਸਮੇਂ ਸਾਡਾ ਨਾਮ ਅਰਜਨ ਪਵੇਗਾ। ਇੱਥੇ ਸਾਧ ਸੰਗਤ ਜੀ ਇਸ ਤਰ੍ਹਾਂ ਜਾਣਨਾ ਹੈ, ਜਿਵੇਂ ਭੱਟਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸਿਫਤ ਕਰਦੇ ਆਖਿਆ ਹੈ ਨਾ ਕਿ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ। ਦੁਆਪਰ ਦੇ ਵਿੱਚ ਤੁਸੀਂ ਮਹਾਰਾਜ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕਉ ਰਾਜ ਅਭੈ ਭਗਤ ਹੈ ਜਨ ਦੀਓ। ਕਲਯੁਗ ਦੇ ਸਮੇਂ ਵਿੱਚ ਮਹਾਰਾਜ ਤੁਸੀਂ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ, ਗੁਰੂ ਅਮਰ ਇਹ ਕਹਾ ਰਹੇ ਹੋ ਵੀ ਜਿਹੜਾ ਬ੍ਰਹਮ ਗਿਆਨੀ ਸਾਧੂ ਹੁੰਦਾ ਨਾ ਖਾਲਸਾ ਜੀ, ਉਹ ਸਾਰਿਆਂ ਵਿੱਚ ਅਕਾਲ ਪੁਰਖ ਪਰਮੇਸ਼ਰ ਨੂੰ ਜਾਣਦਾ ਕਰਕੇ ਉਹਦੇ ਵਾਸਤੇ ਸਭ ਦੇਵੀ ਦੇਵਤੇ ਜਿੰਨੇ ਵੀ ਕੋਈ ਮਹਾਂਪੁਰਖ ਹਨ ਉਹ ਸਾਰੇ ਹੀ ਪਰਮੇਸ਼ਰ ਦਾ ਰੂਪ ਹੁੰਦੇ ਆ। ਇਹ ਬਤਾਇਆ ਸੰਹਾਰੀ ਮਲ ਮਹਾਰਾਜ ਦੇ ਬੜੇ ਬ੍ਰਹਮ ਗਿਆਨੀ ਸਾਧੂ ਸਨ, ਬਹੁਤ ਲੰਮਾ ਸਮਾਂ ਇਹਨਾਂ ਦਾ ਤਪ ਕੀਤਾ ਹੋਇਆ, ਜਿਸ ਕਰਕੇ ਇਹ ਪਾਤਸ਼ਾਹ ਮਹਾਰਾਜ ਦੀ ਸ਼ੋਭਾ ਕਰ ਰਹੇ। ਮਹਾਰਾਜ ਮੇਰੇ ਵਾਸਤੇ ਤਾਂ ਜਿੰਨੇ ਹੁਣ ਤੱਕ ਭਗਵਾਨ ਅਵਤਾਰ ਧਾਰਦਾ ਰਿਹਾ ਪਾਤਸ਼ਾਹ ਜੀ, ਉਹ ਸਾਰੇ ਅਵਤਾਰਾਂ ਵਿੱਚ ਮਾਨੋ ਤੁਸੀਂ ਵਰਤਦੇ ਰਹੇ ਹੋ। ਤੇ ਇਉਂ ਹੈ ਵੀ ਜਿਵੇਂ ਤੁਸੀਂ ਵਾਅਦਾ ਕੀਤਾ ਹੋਵੇ ਅਰਜਨ ਪਾਂਡਵ ਦੇ ਨਾਲ ਕ੍ਰਿਸ਼ਨ ਰੂਪ ਵਿੱਚ ਵੀ ਕਦੇ ਅਸੀਂ ਤੇਰਾ ਨਾਮ ਰਖਾ ਕਰਕੇ ਸੰਸਾਰ ਤੇ ਆਵਾਂਗੇ, ਉਹ ਮਹਾਰਾਜ ਉਸੇ ਤਰ੍ਹਾਂ ਹੋਇਆ ਹੈ। ਸੋ ਤੂੰ ਪੁਰਖ ਮਹਿਦ ਮਹੀਆਨ, ਤੁਸੀਂ ਉਹੀ ਕ੍ਰਿਸ਼ਨ ਭਗਵਾਨ ਮਹਾਕ੍ਰਿਸ਼ਨ ਵਿਸ਼ਨ ਮਹਾਵਿਸ਼ਨ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਰਿਆਂ ਅਵਤਾਰਾਂ ਵਿੱਚ ਜੋਤ ਰੂਪ ਹੋ ਕਰਕੇ ਵਰਤਿਆ। ਮਹਾਰਾਜ ਅੱਜ ਉਹ ਅਕਾਲ ਪੁਰਖ ਪਰਮੇਸ਼ਰ ਤੁਹਾਡੇ ਸਰੂਪ ਵਿੱਚ ਪ੍ਰਤੱਖ ਸੰਸਾਰ ਤੇ ਆ ਰਿਹਾ ਹੈ ਜਾਂ ਆਇਆ ਹੋਇਆ ਹੈ। ਇਸ ਲਈ ਤੁਸੀਂ ਮਹਾਨ ਪੁਰਖ ਪਰਮੇਸ਼ਰ ਵੱਡੇ ਤੋਂ ਵੱਡੇ ਹੋ। ਨਾਨਾ ਚਲਿਤ ਕਰਹਿ ਹਿਤ ਠਾਨ, ਮਹਾਰਾਜ ਬੜੇ ਕੌਤਕ ਕਰ ਰਹੇ ਹੋ, ਬੜਾ ਪ੍ਰੇਮ ਠਾਣ ਕਰਕੇ ਸਿੱਖਾਂ ਨਾਲ। ਨਿਜ ਮਾਇਆ ਕਰ ਬੰਚਾ ਨਾਹੀ, ਮਹਾਰਾਜ ਮੈਨੂੰ ਮਾਇਆ ਦਾ ਮੋਹ ਜਾਲ ਪਾ ਕਰਕੇ ਹੁਣ ਠੱਗਣਾ ਨਾ ਕਰੋ ਸੱਚੇ ਪਾਤਸ਼ਾਹ ਜੀ। ਆਪਣੀ ਸ਼ਰਧਾ ਦੇਹੋ ਮਨ ਮਾਹੀ, ਆਪਦੀ ਸ਼ਰਧਾ ਮੇਰੇ ਮਨ ਵਿੱਚ ਦਿਓ ਵੀ ਹੁਣ ਤੁਸੀਂ ਭਤੀਜੇ ਦਾ ਮੋਹ ਜਾ ਪਾ ਕੇ ਨਾ ਇਹ ਜਣਾਓ ਵੀ ਅਸੀਂ ਛੋਟੇ ਹਾਂ। ਮਹਾਰਾਜ ਮੈਂ ਤੁਹਾਨੂੰ ਪਰਮੇਸ਼ਰ ਹੀ ਮੰਨਾਂਗਾ, ਇਸ ਕਰਕੇ ਤੁਸੀਂ ਦਇਆ ਕਰੋ ਤੇ ਮੇਰੇ ਮਨ ਵਿੱਚ ਭਤੀਜੇ ਵਾਲਾ ਮੋਹ ਪ੍ਰੇਮ ਨਾ ਆਵੇ, ਸਤਿਕਾਰ ਮੇਰੇ ਮਨ ਵਿੱਚ ਪਰਮੇਸ਼ਰ ਦਾ ਆਵੇ। ਮਹਾਰਾਜ ਮੈਂ ਤੁਹਾਨੂੰ ਪਰਮੇਸ਼ਰ ਕਰਕੇ ਪੂਜਾਂ ਜੀ। ਸਿੱਖੀ ਕੋ ਦੀਜਹਿ ਦਾਨ, ਤੇ ਮਹਾਰਾਜ ਮੈਨੂੰ ਵੀ ਆਪਦਾ ਸਿੱਖ ਬਣਾਓ, ਗੁਰੂ ਜੀ ਸਿੱਖੀ ਦਾ ਦਾਨ ਬਖਸ਼ੋ ਜੀ। ਜਿਸ ਕੀ ਮਹਿਮਾ ਸਮ ਨਹਿ ਆਨ, ਜਿਸ ਤੁਹਾਡੇ ਘਰ ਦੀ ਸਿੱਖੀ ਦੀ ਮਹਿਮਾ ਹੋਰ ਸੰਸਾਰ ਵਿੱਚ ਕਿਤੇ ਨਹੀਂ ਬਰਾਬਰੀ। ਸੁਣ ਪ੍ਰਸੰਨ ਤਬ ਸਾਹਿਬ ਹੋਏ, ਤੋ ਪਾਤਸ਼ਾਹ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਸੰਹਾਰੀ ਮਲ ਤਾਇਆ ਜੀ ਤੋਂ। ਨੀਵੋ ਮਨ ਤਾਏ ਕਹ ਜੋਏ, ਮਹਾਰਾਜ ਨੇ ਜਾਣਿਆ ਵੀ ਸਾਡੇ ਰਿਸ਼ਤੇ 'ਚ ਭਾਵੇਂ ਵੱਡੇ ਐ ਤਾਇਆ ਲੱਗਦੇ, ਪਰ ਮਨ ਇਹਨਾਂ ਦਾ ਬਹੁਤ ਨੀਵਾਂ ਹੋ ਚੁੱਕਾ ਹੈ। ਦੀਨ ਸਬਰ ਸਿੱਖੀ ਤੁਮ ਪਾਵੋ, ਤੇ ਮਹਾਰਾਜ ਨੇ ਸਿੱਖੀ ਦਾ ਵਰਦਾਨ ਦਿੱਤਾ ਹੈ ਬ੍ਰਹਮ ਗਿਆਨ ਤੇ ਕਸ਼ਟ ਮਿਟਾਵੋ, ਕਿ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਰਹੀ ਹੈ। ਸਭ ਕਸ਼ਟ ਤੁਹਾਡੇ ਮਿਟ ਜਾਵਣਗੇ, ਬ੍ਰਹਮ ਵਿੱਚ ਲੀਨ ਹੋਵੋਗੇ। ਭਇਓ ਨਿਹਾਲ ਤਬ ਹੈ ਸੰਹਾਰੀ, ਤੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਭਾਈ ਸੰਹਾਰੀ ਮਲ ਤਾਇਆ ਮਹਾਰਾਜ ਦੇ ਲੱਗਦੇ ਸਤਿਗੁਰਾਂ ਨੇ ਹਾਲ ਕੀਤੇ ਹਨ। ਗਤ ਪਾਈ ਬ੍ਰਹਮ ਗਿਆਨ ਸੁਖਾਰੀ, ਤੇ ਸੌਖੀ ਬ੍ਰਹਮ ਗਿਆਨੀ ਵਾਲੀ ਗਤ ਇਹਨਾਂ ਨੇ ਪ੍ਰਾਪਤ ਕੀਤੀ ਹੈ। ਇਹਨਾਂ ਦੀ ਕਲਿਆਣ ਸਤਿਗੁਰਾਂ ਬਖਸ਼ਿਸ਼ ਕੀਤੀ ਹੈ। ਸਾਈਂ ਦਿੱਤਾ ਝੰਜੀ ਜੋਏ, ਤੋ ਸਾਧ ਸੰਗਤ ਜੀ ਭਾਈ ਸਾਈਂ ਦਿੱਤਾ ਜੀ
ਤੇ ਇਸੇ ਤਰ੍ਹਾਂ ਭਾਈ ਝੰਜੀ ਨਾਮ ਦਾ ਸਿੱਖ ਸੰਦੋ ਜਾਟ ਲਵਪੁਰੀ ਤੇ ਸੋਏ। ਲਵਪੁਰ ਲਾਹੌਰ ਦੇ ਰਹਿਣ ਵਾਲੇ ਭਾਈ ਸੈਦੋ ਜੀ ਇਹ ਜੱਟ ਹਨ। ਅਪਰ ਸਿੱਖ ਲਵਪੁਰ ਕੇ ਸਾਰੇ। ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਲਾਹੌਰ ਦੀ ਸੰਗਤ ਹੋਰ ਵੀ ਆਈ ਹੈ। ਸ੍ਰੀ ਗੁਰ ਅਮਰ ਸੇਵਕੋ ਤਾਰੇ। ਤੇ ਕਵੀ ਜੀ ਕਹਿੰਦੇ ਇਹ ਉਹ ਸਿੱਖ ਹੈ ਸਾਰੇ ਲਾਹੌਰ ਵਾਲੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਸਿੱਖ ਸਨ। ਇਹ ਉਹ ਲਾਹੌਰੀ ਹੈ ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਘਰ ਬੌਲੀ ਸਾਹਿਬ ਬੜਾ ਸਮਾਂ ਸੇਵਾ ਕੀਤੀ ਸੀ। ਕਰੇ ਪ੍ਰਸੰਨ ਸਰਬ ਹੀ ਰੀਤ। ਤੇ ਇਹਨਾਂ ਨੇ ਕਿਸੇ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਬੜਾ ਖੁਸ਼ ਕੀਤਾ ਸੀ ਸੇਵਾ ਕਰ ਕਰਕੇ। ਸ੍ਰੀ ਮੁਖ ਤੇ ਬੋਲੇ ਪਿਖ ਪ੍ਰੀਤ। ਤੇ ਇੱਥੇ ਕਵੀ ਜੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦਾ ਥੋੜਾ ਜਿਹਾ ਇਤਿਹਾਸ ਦੱਸ ਰਹੇ। ਕਹਿੰਦੇ ਇਹ ਉਹ ਸਿੱਖ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਪਾਸ ਆਏ ਆ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਦੇ ਸਿੱਖ ਸਨ। ਕਹਿੰਦੇ ਇੱਕ ਦਿਨ ਸੇਵਾ ਕਰਦਿਆਂ ਨਾ ਇਹਨਾਂ ਲਾਹੌਰ ਵਾਲਿਆਂ ਨੇ, ਉਦੋਂ ਬੌਲੀ ਸਾਹਿਬ ਦੀ ਸੇਵਾ ਹੁੰਦੀ ਸੀ ਗੋਇੰਦਵਾਲ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬਹੁਤ ਖੁਸ਼ ਕਰ ਲਿਆ ਸੀ। ਹਮ ਪ੍ਰਸੰਨ ਤੁਮ ਜਾਚਹ ਬਰ ਕੋ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ ਨਾ ਲਾਹੌਰੀਆਂ ਤੇ। ਖੁਸ਼ ਹੋ ਕੇ ਪਾਤਸ਼ਾਹ ਜੀ ਕਹਿੰਦੇ ਅਸੀਂ ਬਹੁਤ ਖੁਸ਼ ਹਾਂ ਭਾਈ ਤੁਹਾਡੀ ਸੇਵਾ ਤੋਂ। ਬੌਲੀ ਸਾਹਿਬ ਬਣ ਚੁੱਕੀ ਸੀ ਉਦੋਂ। ਤੇ ਦੱਸੋ ਹੁਣ ਕੀ ਮੰਗਦੇ ਹੋ? ਜੋ ਵਰਦਾਨ ਮੰਗੋਗੇ ਅਸੀਂ ਦੇਵਾਂਗੇ। ਕਰਹ ਮਨੋਰਥ ਪੂਰਨ ਉਰ ਕੋ। ਤੇ ਅੱਜ ਆਪਦੇ ਮਨ ਦੀ ਕੋਈ ਵੀ ਇੱਛਾ ਮੰਗ ਕੇ ਸਾਥੋਂ ਪੂਰੀ ਕਰਵਾ ਸਕਦੇ ਹੋ। ਸਭ ਸਿੱਖਣ ਮਿਲ ਭਲੇ ਵਿਚਾਰਾ। ਤੇ ਇਹ ਬੜੇ ਸਿਆਣੇ ਸੀ ਲਾਹੌਰ ਵਾਲੇ ਨਾ। ਸਾਰਿਆਂ ਸਿੱਖਾਂ ਨੇ ਰਲ ਮਿਲ ਕਰਕੇ ਇੱਕ ਦੂਜੇ ਨਾਲ ਜਦੋਂ ਵਿਚਾਰ ਮਸ਼ਵਰਾ ਕੀਤਾ ਵੀ ਮਹਾਰਾਜ ਖੁਸ਼ ਹੋਏ ਹੈ, ਕਹਿੰਦੇ ਮੰਗੋ ਕੀ ਮੰਗੋ ਅਸੀਂ ਉਹੀ ਦੇਵਾਂਗੇ। ਤੇ ਆਪਾਂ ਮੰਗੀਏ ਕੀ? ਇਹਨਾਂ ਸਭ ਨੇ ਵਿਚਾਰ ਕੀਤੀ ਇਸ ਤਰ੍ਹਾਂ ਵੀ ਜੇ ਮੰਗਣਾ ਹੈ ਤਾਂ ਇੱਕ ਆਹ ਵਸਤੂ ਮੰਗ ਲਈਏ ਜੀ। ਹਾਥ ਜੋਰ ਗੁਰ ਨਿਕਟ ਉਚਾਰਾ। ਸਾਰਿਆਂ ਨੇ ਗੁਰਮਤਾ ਕਰਕੇ ਨਾ ਸਲਾਹ ਨਾਲ ਤੇ ਗੁਰੂ ਅਰਜਨ ਦੇਵ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਆ ਕੇ ਹੱਥ ਜੋੜੇ। ਕਹਿੰਦੇ ਮਹਾਰਾਜ ਦਇਆ ਕਰੋ, ਜੇ ਤਰੁੱਠਿਓ ਤੇ ਸਾਨੂੰ ਕੁਝ ਦੇਣਾ ਹੈ। ਪ੍ਰਥਮ ਗੁਰੂ ਨਾਨਕਪੁਰ ਆਏ। ਤੇ ਮਹਾਰਾਜ ਅਸੀਂ ਮੰਗਦੇ ਇਹ ਐ ਵੀ ਇੱਕ ਸਮੇਂ ਦੀ ਗੱਲ ਹੈ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਲਾਹੌਰ ਵਿੱਚ ਇੱਕ ਵਾਰੀ ਉਦਾਸੀਆਂ ਕਰਦੇ ਆਏ ਸਨ। ਵੇਖਿਓ ਕਸਾਬ ਪੂਰਾ ਸੋ ਰਿਸਾਏ। ਤੇ ਅੰਮ੍ਰਿਤ ਵੇਲੇ ਤੜਕੇ ਜੇ ਦਿਨ ਚੜੇ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਆਏ ਸੀ ਲਾਹੌਰ। ਤੇ ਆਉਂਦਿਆਂ ਸਾਹਮਣੇ ਹੀ ਨਗਰ ਦੇ ਲਾਹੌਰ ਦੇ ਬਾਰ-ਬਾਰ ਬੁੱਚੜਖਾਨਾ ਬਣਿਆ ਹੋਇਆ, ਜਿੱਥੇ ਕਸਾਈ ਜਿਹੜੇ ਅੰਮ੍ਰਿਤ ਵੇਲੇ ਹੀ ਜਿਹੜਾ ਹੈ ਉਹ ਜਿਹੜੇ ਗਾਈਆਂ ਵੱਢ ਰਹੇ ਸਨ ਤੇ ਬੈਂਕੇ ਦਿਹਾੜੇ ਬਹੁਤ ਖੂਨ ਖਿਲਰਿਆ ਹੋਇਆ, ਸਭ ਪਾਸੇ ਖੂਨ ਹੀ ਖੂਨ ਵਹਿ ਰਿਹਾ ਸੀ। ਲਖਿਓ ਪਾਪ ਹੋਏ ਘੋਰ ਮਹਾਨਾ। ਤੇ ਗਰੀਬ ਨਵਾਜ ਨੇ ਵੇਖਿਆ ਵੀ ਅੰਮ੍ਰਿਤ ਵੇਲੇ ਹੀ ਇੱਥੇ ਬੁੱਚੜਗਾਨੇ ਵਿੱਚ ਗਊਆਂ ਵੱਢੀਆਂ ਜਾ ਰਹੀਆਂ, ਹੱਤਿਆ ਕੀਤੀ ਜਾ ਰਹੀ ਹੈ। ਤੋ ਜੀਵਾਂ ਦੀ ਹੱਤਿਆ ਵੇਖ ਕੇ ਪਾਤਸ਼ਾਹ ਨੇ ਜਾਣਿਆ ਵੀ ਇੱਥੇ ਲਾਹੌਰ ਵਿੱਚ ਤਾਂ ਭਾਈ ਬੜਾ ਪਾਪ ਹੋ ਰਿਹਾ ਹੈ। ਸਰਾਪਤ ਕੀਨਸ ਏਵ ਬਖਾਨਾ। ਧੰਨ ਗੁਰੂ ਅਮਰਦਾਸ ਜੀ ਉਸ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਸਾਡੇ ਲਾਹੌਰ ਸਾਰੇ ਨਗਰ ਨੂੰ ਇਹ ਸਰਾਪ ਦੇ ਦਿੱਤਾ ਸੀ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਵੀ ਜਿਹੜਾ ਲਾਹੌਰ ਸ਼ਹਿਰ ਹੈ ਨਾ, ਇੱਥੇ ਲਾਹੌਰ ਸ਼ਹਿਰ ਜ਼ਹਿਰ ਕਹਿਰ, ਜ਼ਹਿਰ ਵਰਗਾ ਪਾਪ ਤੇ ਜਿਹੜਾ ਕਹਿਰ ਹੈ ਹੁੰਦਾ ਰਹੇਗਾ ਸਵਾ ਪੈਰ। ਭਾਵ ਸਵਾ ਪੈਰ ਦਿਨ ਰਹਿੰਦੇ ਤੜਕੇ ਲੱਗ ਜਾਇਆ ਕਰੇਗਾ ਪਾਪ ਹੋਣ, ਤੇ ਸਵਾ ਪੈਰ ਰਾਤ ਨੰਗੀ ਤੋਂ ਵੀ ਇਹ ਪਾਪ ਹੋਇਆ ਕਰੇਗਾ, ਕਤਲੋ ਗਾਰਤ ਹੋਇਆ ਕਰੇਗੀ। ਮਹਾਰਾਜ ਸਾਨੂੰ ਪਾਤਸ਼ਾਹ ਜੀ ਆਉਂਦੇ ਹੋਏ ਜਾਂ ਜਾਂਦੇ ਹੋਏ ਇਹ ਜਿਹੜਾ ਸਰਾਪ ਦੇ ਗਏ ਸੀ ਵੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਸਵਾ ਪੈਰ ਦਿਨ ਚੜ੍ਹਨ ਤੋਂ ਪਹਿਲਾਂ ਤੇ ਸਵਾ ਪੈਰ ਦਿਨ ਲੱਗੇ ਭਾਵ ਰਾਤ ਚੜ੍ਹਦਿਆਂ ਸਵਾ ਪੈਰ ਰਾਤ ਲੰਘੀ ਤੇ ਇਸੇ ਤਰ੍ਹਾਂ ਜ਼ਹਿਰ ਵਰਗਾ ਕਹਿਰ ਪਾਪ ਹੋਇਆ ਕਰੇਗਾ ਲਾਹੌਰ ਅੰਦਰ। ਚੌਪਈ ਤਬ ਕੇ ਪੁਰ ਮਹਿ ਨਰ ਦੁਖ ਪਾਵੈ। ਤੇ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਸਨ ਪਾਤਸ਼ਾਹ ਜੀ, ਉਹਨਾਂ ਨੇ ਸਰਾਫ ਦਾ ਉਹਨਾਂ ਦਾ ਦਿੱਤਾ ਸਰਾਫ ਫਲੀਭੂਤ ਅੱਜ ਵੀ ਹੋ ਰਿਹਾ ਹੈ। ਮਹਾਰਾਜ ਜੀ ਸਾਡੇ ਸਾਰੇ ਨਗਰ ਦੇ ਲੋਕ ਬਹੁਤ ਦੁਖੀ ਹਨ ਪਾਪਾਂ ਤੋਂ, ਝਗੜਿਆਂ ਤੋਂ, ਕਲੇਸ਼ਾਂ ਤੋਂ। ਸਵਾ ਪਹਿਰ ਲਗ ਬਾਦ ਉਠਾਵੈ। ਤੇ ਅੰਮ੍ਰਿਤ ਵੇਲੇ ਸਵਾ ਪੈਰ ਰਹਿੰਦਿਆਂ ਦਿਨ ਰਾਤ ਰਹਿੰਦਿਆਂ ਤੇ ਰਾਤ ਲੰਘੀ ਵੀ ਸਵਾ ਪੈਰ ਪਾਤਸ਼ਾਹ ਜੀ ਬੜਾ ਝਗੜਾ ਹੁੰਦਾ ਹੈ, ਕਤਲੋ ਗਾਰਤ ਹੁੰਦੀ ਹੈ, ਵੱਢ ਟੁੱਕ ਹੁੰਦੀ ਰਹਿੰਦੀ ਹੈ। ਲਰਹਿ ਪਰਸ ਪਰ ਝਗਰਹਿ ਮਾਨੀ। ਆਪਸ ਵਿੱਚ ਮਹਾਰਾਜ ਹੰਕਾਰੀ ਹੋਏ ਲੜੀ ਜਾਂਦੇ ਆ ਲੋਕ, ਇੱਥੋਂ ਦੇ ਝਗੜੀ ਜਾਂਦੇ ਆ, ਇੱਕ ਦੂਜੇ ਨੂੰ ਮਾਰਦੇ ਰਹਿੰਦੇ।
ਰੋਜ਼ ਹੀ ਮਹਾਰਾਜ ਇੱਥੇ ਕਤਲ ਹੁੰਦੇ, ਦਿਨ ਤੋਂ ਲੈ ਕੇ ਰਾਤ ਤੀਕਰ। ਕੇਤਿਕ ਹੋਏ ਪ੍ਰਾਣ ਲਗ ਹਾਨੀ। ਇਹ ਕਈ ਮਹਾਰਾਜ ਲੜ ਕੇ ਮਰ ਵੀ ਚੁੱਕੇ ਆ। ਰੋਜ਼ ਕੋਈ ਨਾ ਕੋਈ ਜਿਹੜਾ ਵਾ ਪ੍ਰਾਣੀ ਚੜ੍ਹਾਈ ਕਰ ਜਾਂਦਾ, ਝਗੜਿਆਂ ਵਿੱਚ, ਲੜਾਈਆਂ ਵਿੱਚ। ਮਹਾ ਸੰਤਾਪ ਪਾਏ ਨਰ ਰਹੈ। ਕਈ ਘਰ ਮਹਾਰਾਜ ਉਜੜ ਰਹੇ ਆ ਰੋਜ਼ ਕਤਲੋ ਗਾਰਤ ਵਿੱਚ। ਬਹੁਤ ਸੰਤਾਪ ਸਾਡੇ ਇੱਥੋਂ ਦੇ ਲਾਹੌਰ ਦੇ ਲੋਕ ਪਾ ਰਹੇ ਹਨ। ਜ਼ਹਿਰ ਸਮਾਨ ਆਪ ਮਹਿ ਕਹੈ। ਮਹਾਰਾਜ ਜੀ ਆਪਸ ਵਿੱਚ ਜ਼ਹਿਰ ਵਾਂਗੂ ਇੱਕ ਦੂਜੇ ਨੂੰ ਵਿਉ ਵਰਗੇ ਲੱਗਦੇ ਆ। ਈਰਖਾ ਬਹੁਤ ਵੱਧ ਚੁੱਕੀ ਹੈ, ਝਗੜਾ ਹੁੰਦਾ ਹੈ, ਮਾੜੇ ਜ਼ਹਿਰ ਵਰਗੇ ਬਚਨ ਬੋਲਦੇ ਆ, ਗਾਲੀ ਗਲੋਚ ਸਾਰਾ ਦਿਨ ਕੱਢਦੇ ਆ, ਝਗੜੇ ਹੁੰਦੇ ਹਨ। ਅਬ ਸੋ ਸਰਾਪ ਮਿਟਾਵਣ ਕਰੀਆ ਹੈ। ਮਹਾਰਾਜ ਤੁਸੀਂ ਹੁਣ ਆਖਿਆ ਵੀ ਮੰਗੋ ਕੀ ਮੰਗਣਾ, ਤੁਸੀਂ ਸੇਵਾ ਕੀਤੀ ਬੌਲੀ ਸਾਹਿਬ ਦੀ, ਤੇ ਪਾਤਸ਼ਾਹ ਜੇ ਦੇਣਾ ਨਾ ਸਾਨੂੰ ਤੇ ਸਾਡਾ ਸਰਾਪ ਕੱਟ ਦਿਓ ਲਾਹੌਰ ਵਾਲਿਆਂ ਦਾ, ਜਿਹੜਾ ਲਾਹੌਰ ਸ਼ਹਿਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੋਇਆ ਹੈ। ਸਤ ਸੰਗਤ ਇਸ ਸਮੇਂ ਨਿਹਰੀਆ ਹੈ। ਮਹਾਰਾਜ ਸਾਰੀ ਸੰਗਤ ਤੁਹਾਡੇ ਸਾਹਮਣੇ ਲਾਹੌਰ ਵਾਲੀ ਹੱਥ ਜੋੜ ਕੇ ਖੜੀ ਹੈ, ਕਿਰਪਾ ਕਰੋ, ਮਿਹਰ ਕਰੋ ਇਹਨਾਂ ਵੱਲ ਵੇਖ ਕੇ। ਸ੍ਰੀ ਗੁਰ ਅਮਰ ਸੁਣਤ ਬਚ ਭਾਖਾ। ਤੋ ਕਵੀ ਜੀ ਕਹਿੰਦੇ ਉਸ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹਨਾਂ ਲਾਹੌਰੀਆਂ ਤੋਂ ਸੁਣ ਕੇ ਫਿਰ ਬੇਨਤੀ ਹੁਕਮ ਕੀਤਾ ਜਾਂ ਬਚਨ ਆਖਿਆ ਹੈ। ਬਾਰ ਦੋਹ ਸਾਧਿ ਕਰੀ ਅਭਿਲਾਖਾ। ਮਹਾਰਾਜ ਸਤਿਗੁਰੂ ਕਹਿੰਦੇ ਵੀ ਜਿਹੜਾ ਨਾ ਕੱਟਿਆ ਜਾਣ ਵਾਲਾ, ਕਠਨ ਸਾਧਨਾ ਵਾਲਾ ਨਹੀਂ, ਜਿਹੜਾ ਮੁੜਨ ਵਾਲਾ ਵਰਦਾਨ ਹੈ ਨਾ ਗੁਰੂ ਨਾਨਕ ਸਾਹਿਬ ਦਾ, ਉਹ ਕੱਟਣ ਨੂੰ ਤੁਸੀਂ ਅੱਜ ਸਾਨੂੰ ਆਖ ਦਿੱਤਾ। ਤੁਸੀਂ ਨਾ ਪੂਰੀ ਹੋਣ ਵਾਲੀ ਮੰਗ ਮੰਗ ਲਈ ਹੈ। ਤਉ ਦੇਨ ਕੋ ਪ੍ਰਥਮ ਬਖਾਨਾ। ਪਰ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਵੀ ਜੋ ਮੰਗੋਗੇ ਦੇਵਾਂਗੇ। ਬੋਲੇ ਬਹੁਰ ਕਿਰਪਾਲ ਸੁਜਾਨਾ। ਤੇ ਕਿਰਪਾਲੂ ਦਿਆਲੂ ਸੁਗੜ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਬੋਲੇ ਹਨ। ਲਾਹੌਰ ਸ਼ਹਿਰ ਅੰਮ੍ਰਿਤ ਸਿਫਤੀ, ਅੰਮ੍ਰਿਤ ਸਰ ਸਿਫਤੀ ਦਾ ਘਰ। ਤੋ ਸਾਧ ਸੰਗਤ ਜੀ ਮਹਾਰਾਜ ਨੇ ਬਚਨ ਕੀਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਵੀ ਲਾਹੌਰ ਸ਼ਹਿਰ ਦੇ ਨਾਲ ਅਸੀਂ ਅੰਮ੍ਰਿਤਸਰ ਸਿਫਤੀ ਦਾ ਘਰ, ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਤਾਂ ਨਹੀਂ ਮੋੜ ਸਕਦੇ ਕਿਉਂਕਿ ਵੱਡੇ ਗੁਰੂਦੇਵ ਹੈ, ਪਰ ਉਦੋਂ ਅੰਮ੍ਰਿਤਸਰ ਵਸਿਆ ਕਿੱਥੇ ਸੀ ਸਾਧ ਸੰਗਤ ਜੀ, ਜਦੋਂ ਗੋਇੰਦਵਾਲ ਸਾਹਿਬ ਬੌਲੀ ਦੀ ਸੇਵਾ ਹੁੰਦੀ ਸੀ। ਪਰ ਕਿੰਨਾ ਸਮਾਂ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਹੀ ਆਖ ਦਿੱਤਾ ਹੈ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਵੀ ਲਾਹੌਰ ਸ਼ਹਿਰ ਦੇ ਇਹਦਾ ਸਰਾਪ ਨਹੀਂ ਕੱਟ ਸਕਦੇ ਅਸੀਂ, ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੈ, ਪਰ ਤੁਹਾਨੂੰ ਅਸੀਂ ਇੰਨਾ ਸੁਖਾਲਾ ਕਰ ਦੇਵਾਂਗੇ ਤੇ ਲਾਗੇ ਇੱਕ ਮਹਾਨ ਤੀਰਥ ਪ੍ਰਗਟ ਕੀਤਾ ਜਾਵੇਗਾ ਜਿਸ ਦਾ ਨਾਮ ਅੰਮ੍ਰਿਤਸਰ ਹੋਵੇਗਾ ਤੇ ਸਿਫਤੀ ਦਾ ਘਰ ਹੋਵੇਗਾ, ਜਿੱਥੇ ਸਦਾ ਅਕਾਲ ਪੁਰਖ ਦੀ ਸਿਫਤ ਸਲਾਘਾ ਹੋਵੇਗੀ। ਇਹ ਸ਼ਲੋਕ ਕਹਿ ਸਰਾਪ ਮਿਟਾਇਓ। ਇਹ ਸ਼ਲੋਕ ਕਹਿ ਕੇ ਮਹਾਰਾਜ ਨੇ ਲਾਹੌਰ ਸ਼ਹਿਰ ਦਾ ਸਰਾਪ ਨਾ ਵੀ ਕੱਟਿਆ ਤੇ ਕੱਟ ਵੀ ਦਿੱਤਾ। ਜਦੋਂ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀ ਵਾਰਾਂ ਤੇ ਵਧੀਕ ਦੇ ਬਚਨ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਗੁਰੂ ਨਾਨਕ ਪਾਤਸ਼ਾਹ ਦੇ ਵਾਰਾਂ ਤੇ ਵਧੀਕ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਆਉਂਦਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਉਹਦੇ ਨਾਲ ਹੀ ਲਿਖਿਆ ਹੋਇਆ ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਉਹ ਇੱਕ ਬਚਨ ਉੱਪਰ ਗੁਰੂ ਨਾਨਕ ਪਾਤਸ਼ਾਹ ਦਾ, ਹਾਲਾਂਕਿ ਵਾਰਾਂ ਤੇ ਵਧੀਕ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਦੇ ਹੈ, ਪਰ ਨਾਲ ਹੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀਓ ਬਚਨ ਲਿਖ ਦਿੱਤਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲਿਖਿਆ ਵੀ ਗੁਰੂ ਅਮਰਦਾਸ ਮਹਾਰਾਜ ਨੇ ਇਹ ਜਿਹੜਾ ਹੈ ਲਾਹੌਰ ਵਾਲਾ, ਇਹਨਾਂ ਲਾਹੌਰੀਆਂ ਦਾ ਜਿਹੜਾ ਹੈ ਸਰਾਪ, ਉਹ ਮਹਾਰਾਜ ਨੇ ਇਸ ਤਰ੍ਹਾਂ ਮੋੜ ਕੇ ਅੰਮ੍ਰਿਤਸਰ ਸਾਹਿਬ ਰਾਹੀਂ ਕੱਟਿਆ ਹੋਇਆ। ਇਸ ਲਈ ਉੱਥੇ ਮਹੱਲਾ ਤੀਜਾ ਲਿਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਅੰਦਰ। ਤੋ ਇਹ ਸ਼ਲੋਕ ਉਚਾਰ ਕੇ ਪਾਤਸ਼ਾਹ ਗੁਰੂ ਅਮਰਦਾਸ ਜੀਆਂ ਨੇ ਸਰਾਪ ਕੱਟਿਆ ਹੈ। ਤਬ ਤੇ ਸਭ ਲੋਕਨ ਸੁਖ ਪਾਇਓ। ਫੇਰ ਜਾ ਕਰਕੇ ਲਾਹੌਰ ਵਾਲਿਆਂ ਲੋਕਾਂ ਨੇ ਸੁਖ ਪ੍ਰਾਪਤ ਕੀਤਾ ਹੈ। ਤਬ ਸੈਦੋ ਅਰ ਸਾਈਂ ਦਿੱਤਾ। ਤੇ ਇਸ ਕਰਕੇ ਭਾਈ ਸੈਦੋ ਜੀ ਤੇ ਭਾਈ ਸਾਈਂ ਦਿੱਤਾ ਜਿਹੜੇ ਸਿੱਖ ਹਨ, ਸ਼੍ਰੀ ਅਰਜਨ ਸੋ ਮਿਲੇ ਪਵਿੱਤਾ। ਇਹ ਹੁਣ ਤਾਂ ਮਿਲਣ ਆਏ ਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਇਹ ਗੁਰੂ ਅਮਰਦਾਸ ਪਾਤਸ਼ਾਹ ਤੋਂ ਸਰਾਪ ਬਖਸ਼ਾਇਆ ਸੀ ਇਹਨਾਂ ਸਿੱਖਾਂ ਨੇ, ਭਾਈ ਸਾਈਂ ਦਿੱਤਾ ਤੇ ਭਾਈ ਸੈਦੋ ਵਰਗਿਆਂ ਨੇ। ਤੇ ਕਹਿੰਦੇ ਫਿਰ ਹੁਣ ਦਰਸ਼ਨ ਤਾਂ ਕਰਕੇ ਆਈਏ ਅੰਮ੍ਰਿਤਸਰ ਸਾਹਿਬ ਦੇ ਗੁਰੂ ਅਮਰਦਾਸ ਮਹਾਰਾਜ ਦੀ ਦਇਆ ਨਾਲ ਜਿਹੜਾ ਵਸਿਆ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਦੋਹਤਿਆਂ ਨੇ ਸ਼ਹਿਰ ਵਸਾਇਆ ਅੰਮ੍ਰਿਤਸਰ, ਸਾਡਾ ਸਰਾਪ ਕੱਟਿਆ ਇਸ ਸ਼ਹਿਰ ਦੇ ਸਦਕਾ ਪਾਤਸ਼ਾਹ ਨੇ। ਚਲੋ ਖਾਂ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਤਾਂ ਕਰਕੇ ਆਈਏ। ਇਹ ਉਹੀ ਸਿੱਖ ਭਾਈ ਸੈਦੇ ਵਰਗੇ ਜਾਂ ਸੈਦੋ ਵਰਗੇ ਤੇ ਭਾਈ ਸਾਈਂ ਦਿੱਤਾ ਵਰਗੇ ਉਹ ਸਿੱਖ ਹੈ ਜਿਨ੍ਹਾਂ ਨੇ ਸਰਾਪ ਬਖਸ਼ਾਇਆ ਸੀ ਲਾਹੌਰ ਸ਼ਹਿਰ ਦਾ ਅੰਮ੍ਰਿਤਸਰ ਸਾਹਿਬ ਦੇ ਵਾਕ ਕਰਾ ਕਰਕੇ।
ਉਹ ਹੁਣ ਇੱਥੇ ਅੰਮ੍ਰਿਤਸਰ ਸਾਹਿਬ ਪਹਿਲੀ ਵਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆਏ ਪਵਿੱਤਰ। ਇਹੋ ਪ੍ਰਸੰਗ ਕਹਿ ਸਕਲ ਸੁਨਾਇਓ। ਤੇ ਸਾਰਾ ਪ੍ਰਸੰਗ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੂੰ ਸੁਣਾ ਦਿੱਤਾ ਵੀ ਪਾਤਸ਼ਾਹ ਤੁਹਾਡੇ ਨਾਨਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਡਾ ਸਰਾਪ ਕੱਟਿਆ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਹੋਇਆ। ਪਿਛਲੀ ਸਾਰੀ ਕਥਾ ਇਹਨਾਂ ਨੇ ਪਾਤਸ਼ਾਹ ਨੂੰ ਸੁਣਾਈ ਹੈ। ਲਵਪੁਰ ਕੇ ਨਰ ਗਣ ਬਰ ਪਾਇਓ। ਆਖਿਆ ਮਹਾਰਾਜ ਤੁਹਾਡੇ ਨਾਨਾ ਧੰਨ ਗੁਰੂ ਅਮਰਦਾਸ ਜੀ ਤੋਂ ਲਾਹੌਰ ਦੇ ਲੋਕਾਂ ਨੇ ਬੜਾ ਵੱਡਾ ਵਰਦਾਨ ਲਿਆ ਤੇ ਸਰਾਪ ਬਖਸ਼ਾ ਲਿਆ ਸੀ। ਹਮ ਆਏ ਤੁਮਰੀ ਸ਼ਰਨਾਈ। ਇਸ ਲਈ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਅਸੀਂ ਤੁਹਾਡੀ ਚਰਨ ਸ਼ਰਨ ਆਏ ਹਾਂ। ਦੇਹੋ ਸ਼੍ਰੇਯ ਉਪਦੇਸ਼ ਬਨਾਈ। ਮਹਾਰਾਜ ਦਇਆ ਕਰੋ ਸਾਨੂੰ ਹੀ ਉਪਦੇਸ਼ ਦਿਓ ਮੁਕਤੀ ਦਾ, ਅਸੀਂ ਵੀ ਮੁਕਤ ਹੋ ਸਕੀਏ ਜੀ। ਸੁਣ ਸ਼੍ਰੀ ਅਰਜਨ ਤਿਨਹਾ ਉਚਾਰਾ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਲਾਹੌਰ ਦੀ ਸੰਗਤ ਨੂੰ ਇਉਂ ਫਰਮਾਨ ਕੀਤਾ ਹੈ ਨਿਤ ਕੀ ਜਹ ਗੁਰ ਸ਼ਬਦ ਵਿਚਾਰਾ। ਵੀ ਰੋਜ਼ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੀ ਜਿਹੜੀ ਇਹਨਾਂ ਵਿਚਾਰ ਉਹਨੂੰ ਸੁਣਨਾ, ਮੰਨਣਾ, ਨਿਧਿਆਸਨ ਕਰਨਾ, ਹਿਰਦੇ ਵਿੱਚ ਵਸਾਉਣਾ। ਇਸ ਤਰ੍ਹਾਂ ਜਿਹੜੀ ਸ਼ਬਦ ਦੀ ਵਿਚਾਰ ਤੁਸੀਂ ਰੋਜ਼ ਕਰਿਆ ਕਰੋ ਜੀ। ਵਾਹਿਗੁਰੂ ਕਰ ਗਿਆਨ ਪਛਾਨੋ। ਤੇ ਵਾਹਿਗੁਰੂ 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 ਨਾਮ ਇੱਕ ਮਾਤਰ ਐਸਾ ਜਿਹਦੇ ਬਲ ਕਰਕੇ ਆਪਣੇ ਆਪ ਨੂੰ ਪਛਾਣ ਲਿਆ ਜਾਂਦਾ ਹੈ, ਜਾਂ ਆਪ ਜਿਹੜਾ ਪਰਮ ਮਾਪੇ ਦਾ ਗਿਆਨ ਦੀ ਪਛਾਣ ਆ ਜਾਂਦੀ ਵੀ ਵਾਸਤਵ ਵਿੱਚ ਅਸੀਂ ਕੌਣ ਹਾਂ। ਨਿਰਗੁਣ ਸਰਗੁਣ ਇੱਕ ਕਰ ਜਾਨੋ। ਤੇ ਝਗੜਾ ਨਹੀਂ ਭਾਈ, ਨਿਰਗੁਣ ਤੇ ਸਰਗੁਣ ਜਿਹੜੇ ਦੋ ਸਰੂਪ ਮੰਨੇ ਆ ਨਾ, ਇਹਨਾਂ ਨੇ ਦੋ ਬਣਾਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨਾਮ ਦੇ ਸਦਕਾ ਗਿਆਨ ਦੇ ਨਾਲ ਪਛਾਣ ਰੱਖਣੀ ਕਿ ਨਿਰਗੁਣ ਤੇ ਸਰਗੁਣ ਦੋਨੋਂ ਇੱਕੋ ਸਰੂਪ ਹੀ ਹੈ। ਆਪ ਹੀ ਨਿਰਗੁਣ ਹੈ ਤੇ ਆਪ ਹੀ ਪਰਮੇਸ਼ਰ ਸਰਗੁਣ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਤੁਮਰੀ ਰਸਨਾ ਤੇ ਜੋ ਸੁਨੈ। ਤੇ ਤੁਹਾਡੀ ਰਸਨਾ ਤੋਂ ਜਦੋਂ ਤੁਸੀਂ ਨਾਮ ਬਾਣੀ ਪੜੋਗੇ ਹਿਰਦਾ ਪਵਿੱਤਰ ਹੋਵੇਗਾ। ਤੁਹਾਡੀ ਰਸਨਾ ਤੋਂ ਜਿਹੜਾ ਅੱਗੇ ਨਾਮ ਬਾਣੀ ਸੁਣਿਆ ਕਰੇਗਾ, ਕਥਾ ਕੀਰਤਨ ਸੁਣੇਗਾ, ਤਿਸ ਕੋ ਭੀ ਮਨ ਦਰਵ ਹੈ ਸੋ ਗੁਣੈ। ਤੇ ਉਥੋਂ ਉਹ ਵੀ ਮਨ ਉਹਨਾਂ ਦਾ ਵੀ ਦਰਵੀਭੂਤ ਹੋ ਜਾਇਆ ਕਰੇਗਾ, ਉਹ ਵੀ ਗੁਣਾ ਸਹਿਤ ਹੋ ਜਾਵਣਗੇ। ਜਨਮ ਮਰਨ ਮਹਿ ਬਹੁਰ ਨ ਆਵੋ। ਤੇ ਬੌੜੋ ਤੁਸੀਂ ਕਦੇ ਜੰਮਣ ਮਰਨ ਵਿੱਚ ਨਹੀਂ ਆਵੋਗੇ। ਭਗਤ ਕਰਹੁ ਬ੍ਰਹਮ ਗਿਆਨ ਸੋ ਪਾਵੋ। ਭਗਤ ਕਰੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਯਾਦ ਰੱਖਣਾ ਤੇ ਇਸੇ ਤਰ੍ਹਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਸੁਣ ਦੋਨਾਂ ਪਾਦ ਬੰਦਨ ਕਰੀ। ਤੇ ਸੁਣ ਕੇ ਇਹਨਾਂ ਦੋਵਾਂ ਨੇ ਖਾਲਸਾ ਜੀ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਹੈ। ਜਨਮ ਸਫਲ ਜਾਨਿਓ ਤਿਸ ਕਰੀ। ਜਾਣਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਇਸੇ ਘੜੀ ਸਮੇਂ ਵਿੱਚ ਸਾਡਾ ਜਨਮ ਸਫਲਾ ਕਰ ਦਿੱਤਾ ਹੈ। ਨਾਨੂ ਰਾਜ ਸੋ ਕਾਲੂ ਆਨ। ਭਾਈ ਨਾਨੂ ਰਾਜ ਜੀ, ਭਾਈ ਕਾਲੂ ਜੀ ਵਰਗੇ ਪਾਤਸ਼ਾਹ ਪਾਸ ਪਹੁੰਚੇ ਹਨ। ਫੁਤੋ ਕੋਹਲੀ ਹਾੜੀ ਜਾਨ। ਭਾਈ ਹਾੜੀ ਨਾਮ ਦਾ ਸਿੱਖ ਕੋਹਲੀ ਜਾਤ ਦਾ ਜਾਨੋ। ਸ਼੍ਰੀ ਅਰਜਨ ਪਦ ਕਰ ਕੈ ਨਮੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਤੇ ਇਸਨੇ ਮੱਥਾ ਟੇਕਿਆ ਇਹਨਾਂ ਦੋਹਾਂ ਨੇ। ਬੋਲੇ ਹਾਥ ਜੋੜ ਤਿਹ ਸਮੋ। ਤੇ ਪਾਤਸ਼ਾਹ ਨੂੰ ਹੱਥ ਜੋੜ ਕਰਕੇ ਬੇਨਤੀ ਕਰਨ ਲੱਗੇ ਹਨ। ਇੱਕ ਪਾਠ ਸੁਣ ਕੇ ਸ਼ਬਦ ਤੁਮਾਰਾ। ਮਹਾਰਾਜ ਜੀ ਅਸੀਂ ਤੁਹਾਡਾ ਇੱਕ ਪਦ ਸੁਣਿਆ ਸ਼ਬਦ ਦਾ, ਗੁਰੂ ਗਰੀਬ ਨਵਾਜ। ਭਲੇ ਕਰਮ ਕਰ ਜਨਮ ਸੁਧਾਰਾ। ਵਾਹਿਗੁਰੂ ਮਹਾਰਾਜ ਇੱਕ ਉਹ ਲੋਕ ਹੈ ਜਿਹੜੇ ਗੁਰਬਾਣੀ ਪੜ੍ਹ ਪੜ੍ਹ ਕੇ ਨਾ ਤੇ ਆਪਦਾ ਜਨਮ ਸੁਧਾਰ ਲੈਂਦੇ ਆ, ਬਾਣੀ ਪੜ੍ਹ ਪੜ੍ਹ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਇੱਕ ਐਸੇ ਪਾਠ ਕੇ ਹੋਏ ਮਾਨੀ। ਮਹਾਰਾਜ ਜੀ ਇਸ ਤਰ੍ਹਾਂ ਇੱਕ ਤਾਂ ਉਹ ਆ ਜਿਹੜੇ ਬਾਣੀ ਪੜ੍ਹ ਕੇ ਆਪਦਾ ਆਗਾ ਸਵਾਰ ਲੈਂਦੇ ਆ, ਲੋਕ ਪਰਲੋਕ ਸਵਾਰ ਲੈਂਦੇ ਆ, ਤੇ ਭਲੇ ਕਰਮ ਕਰ ਜਨਮ ਸੁਧਾਰ, ਆਪਣਾ ਜਨਮ ਸਫਲਾ ਕਰਦੇ ਗੁਰਬਾਣੀ ਪੜ੍ਹ ਕੇ। ਇੱਕ ਮਹਾਰਾਜ ਹੋਰ ਹੀ ਤਰ੍ਹਾਂ ਦੇ ਲੋਕ ਹੈ ਜਿਹੜੇ ਗੁਰਬਾਣੀ ਤਾਂ ਪੜ੍ਹਦੇ ਆ ਤੇ ਪੜ੍ਹ ਪੜ੍ਹ ਕੇ ਸਗੋਂ ਹੰਕਾਰੀ ਹੋ ਜਾਂਦੇ ਹਨ। ਅਪਰ ਬੁਰੇ ਕਰਮਨ ਕੋ ਕਰੈ। ਤੇ ਉਲਟਾ ਹੋਰ ਬੁਰੇ ਕਰਮ ਕਰਦੇ ਆ ਤੇ ਭੋਗਾਂ ਵਿਸ਼ਿਆਂ ਨਾਰ ਬਿਰਾਨੀ ਵਿਸ਼ੇ ਭੋਗਦੇ ਆ ਸੱਚੇ ਪਾਤਸ਼ਾਹ ਜੀ। ਤੇ ਪਰ ਰੂਪ ਜਿਹੜਾ ਉਹ ਵਿਸ਼ੇ ਭੋਗਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਉਹ ਪਰਾਇਆ ਸੰਗ ਕਰਦੇ ਆ, ਹੰਕਾਰੀ ਹੋਏ ਫਿਰਦੇ ਆ। ਵੀ ਬਾਣੀ ਪੜ੍ਹ ਕੇ ਕਈ ਤਾਂ ਜਨਮ ਸੁਧਾਰ ਲੈਂਦੇ ਮਹਾਰਾਜ, ਕਈ ਅਸਲੋਂ ਹੀ ਗਰਕ ਜਾਂਦੇ ਆ, ਉਹ ਇਸ ਤਰ੍ਹਾਂ ਹੰਕਾਰੀ ਹੋਏ ਫਿਰਦੇ ਹਨ। ਅਪਰ ਬੁਰੇ ਕਰਮਨ ਕੋ ਕਰੈ। ਤੇ ਹੋਰ ਹੀ ਹੋਰ ਤਰ੍ਹਾਂ ਦੇ ਬੁਰੇ ਤੋਂ ਬੁਰੇ, ਮਾੜੇ ਤੋਂ ਮਾੜੇ ਕਰਮ ਕਰੀ ਜਾਂਦੇ ਆ। ਪਾਠ ਕਰ ਲੋਕਣ ਤੇ ਧਨ ਹਿਰੈ। ਤੇ ਗੁਰਬਾਣੀ ਪੜ੍ਹ ਕੇ ਲੋਕਾਂ ਤੋਂ ਧਨ ਲੈਂਦੇ ਆ। ਵੀ ਜਿਹੜਾ ਹੈ
ਵੀ ਅਸੀਂ ਫੇਰ ਭਾਈ ਕਥਾ ਕਰਾਂਗੇ, ਲਿਆਓ ਪਹਿਲਾਂ ਇੰਨੀ ਮਾਇਆ ਲਿਆਓ ਖਾਂ, ਫੇਰ ਅਸੀਂ ਕਥਾ ਕਰਾਂਗੇ, ਫੇਰ ਭਾਈ ਸਾਨੂੰ ਮਾਇਆ ਦੀ ਆਹ ਚੀਜ਼ ਵਸਤੂ ਆ, ਮੂੰਹ ਮੰਗ ਮੰਗ ਕੇ ਲੈਂਦੇ ਆ। ਤੋ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰਦੇ, ਮਹਾਰਾਜ ਵਿਸ਼ੇ ਭੋਗ ਦਿਓ, ਜਿਹੜੀ ਸੰਗਤ ਦੀ ਮਾਇਆ ਉਹਦੇ ਨਾਲ ਬਦਮਾਸ਼ੀਆਂ ਕਰਦੇ ਆ, ਗੁਰੂ ਕੀ ਮਾਇਆ ਲੈ ਲੈ ਕੇ ਮਹਾਰਾਜ ਉਹ ਹਰਾਮੀ ਹੁੰਦੇ ਆ, ਵਿਸ਼ੇ ਭੋਗਦੇ ਆ, ਪਰਾਇਆ ਰੂਪ ਪਰਾਇਆ ਸੰਗ ਕਰਦੇ ਆ। ਇੱਕ ਮਹਾਰਾਜ ਬਾਣੀ ਪੜ੍ਹ ਕੇ ਜਨਮ ਸਫਲ ਕਰੀ ਜਾਂਦੇ ਆ, ਇੱਕ ਬਾਣੀ ਪੜ੍ਹ ਕੇ ਮਾਇਆ ਪਿੱਛੇ ਪੈ ਪੈ ਕੇ ਤੇ ਆਪਣਾ ਅਸਲੋਂ ਹੀ ਬੇੜਾ ਕਰਕ ਕਰ ਰਹੇ ਹਨ। ਇੱਕ ਉਹ ਹੈ ਮਹਾਰਾਜ ਜੋ ਸਫਲ ਕਰੀ ਜਾਂਦੇ ਆ ਬਾਣੀ ਪੜ੍ਹ ਕੇ ਜੀਵਨ ਨੂੰ, ਇੱਕ ਉਹ ਹੈ ਮਹਾਰਾਜ ਜਿਹੜੇ ਹੇਠਾਂ ਨੂੰ ਤੁਰੇ ਹੋਏ ਆ। ਗੁਰਬਾਣੀ ਪੜ੍ਹ ਕੇ ਗੁਰਬਾਣੀ ਕਥਾ ਕੀਰਤਨ ਦੀ ਮਾਇਆ ਦੇ ਨਾਲ ਵਿਸ਼ੇ ਵਿਕਾਰ ਭੋਗਦੇ ਹਨ। ਤਿਨ ਕੀ ਦਸ਼ਾ ਹੋਤ ਹੈ ਕਾਨ। ਮਹਾਰਾਜ ਦੱਸੋ ਵੀ ਗੁਰਬਾਣੀ ਤਾਂ ਹੁਣ ਉਹ ਵੀ ਪੜ੍ਹਦੇ ਐ, ਉਹਨਾਂ ਦੀ ਹਾਲਤ ਕੈਸੀ ਹੋਵੇਗੀ। ਸੁਣ ਬੋਲੇ ਗੁਰ ਕਰੁਣਾ ਪਾਉਨ। ਕਿਰਪਾ ਦੇ ਘਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਿਰ ਇਹਨਾਂ ਨੂੰ ਦੱਸ ਰਹੇ ਹਨ। ਪਠਹਿ ਸੁਨਹਿ ਜੇ ਹਿਤ ਕਲਿਆਣ। ਮਹਾਰਾਜ ਕਹਿੰਦੇ ਭਾਈ ਗੁਰਬਾਣੀ ਜੈਸਾ ਸੇਵੈ ਤੈਸੋ ਹੋਵੈ। ਜਿਹੜਾ ਇਸ ਪਾਵਨ ਗੁਰਬਾਣੀ ਨੂੰ ਆਪਦੀ ਕਲਿਆਣ ਵਾਸਤੇ ਪੜ੍ਹਦਾ ਹੈ, ਗੁਰਬਾਣੀ ਨੂੰ ਕਥਾ ਨੂੰ ਕੀਰਤਨ ਨੂੰ ਆਪਦੇ ਭਲੇ ਵਾਸਤੇ ਸੁਣਦਾ ਹੈ, ਸੁਭ ਕਰਮੀ ਕੇ ਕਰੈ ਗੁਜਰਾਨ। ਤੇ ਉਹ ਸ਼੍ਰੇਸ਼ਟ ਕਰਮੀ ਬਣਦਾ, ਚੰਗੇ ਕੰਮ ਕਰਦਾ ਹੈ, ਗੁਰਬਾਣੀ ਪੜ੍ਹ ਸੁਣ ਕੇ ਤੇ ਹਿਰਦਾ ਸਾਫ਼ ਕਰਦਾ ਹੈ, ਨਾਲੇ ਆਪਦੀ ਕਲਿਆਣ ਕਰਵਾ ਲੈਂਦਾ ਹੈ, ਨਾਲੇ ਗੁਜ਼ਾਰਾ ਵੀ ਪਾਤਸ਼ਾਹ ਉਹਦਾ ਵਧੀਆ ਚਲਾਉਂਦੇ ਹਨ। ਅਰਥ ਲਖੈ ਦੁਰਮਤ ਕੋ ਤਿਆਗੈ। ਤੇ ਗੁਰਬਾਣੀ ਦੇ ਅਰਥ ਪੜ੍ਹਦੇ ਆ, ਸੁਣਦੇ ਸੁਣਾਉਂਦੇ ਆ, ਤੇ ਜਿਹੜੀ ਖੋਟੀ ਮੱਤ ਦੁਰਮਤ ਹੈ, ਭੈੜੀ ਮੱਤ ਹੈ, ਉਹਨੂੰ ਛੱਡ ਦਿੰਦੇ ਹਨ। ਸਤ ਨਾਮ ਸਿਮਰਨ ਅਨੁਰਾਗੈ। ਤੇ ਸਦਾ ਵਾਹਿਗੁਰੂ 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 ਸਿਮਰਨ ਦੇ ਪ੍ਰੇਮੀ ਹੋਏ ਰਹਿੰਦੇ ਹਨ। ਤਿਨ ਕੋ ਜਨਮ ਮਰਨ ਮਿਟ ਜਾਏ। ਜਿਹੜੇ ਕੋਈ ਇਹੋ ਜਿਹੇ ਗੁਰਮੁਖ ਹੈ, ਇਹ ਗੁਰਬਾਣੀ ਭਾਈ ਬੜੀ ਦਇਆ ਵਾਲੀ ਹੈ, ਉਹਨਾਂ ਦੇ ਜੰਮਣ ਮਰਨ ਦੇ ਸਾਰੇ ਦੁੱਖ ਕੱਟ ਦਿੰਦੀ ਹੈ। ਗੁਰ ਸਮੀਪ ਤਾਸੋ ਨਰ ਪਾਏ। ਤੇ ਅੰਤਲੇ ਸਮੇਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਲੀਨ ਹੁੰਦੇ ਆ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਨੇੜਤਾ ਪ੍ਰਾਪਤ ਕਰਦੇ ਹਨ। ਪਠਹਿ ਲੈਣ ਧਨ ਕੋ ਧਰ ਲੋਭਾ। ਤੇ ਜਿਹੜੇ ਮਨ ਵਿੱਚ ਲਾਲਚ ਧਾਰ ਕੇ ਗੁਰਬਾਣੀ ਪੜ੍ਹਦੇ ਆ, ਲਾਲਚ ਕਰਕੇ ਧਨ ਲੈਣ ਵਾਸਤੇ ਕੇਵਲ ਗੁਰਬਾਣੀ ਪੜ੍ਹਦੇ ਆ, ਕੋਈ ਕਥਾ ਕਰਦਾ ਕੋਈ ਕੀਰਤਨ, ਵੀ ਪ੍ਰੇਮ ਕੋਈ ਨਹੀਂ ਕੀਰਤਨ ਕਥਾ ਦੇ ਨਾਲ। ਤੇ ਇੱਕ ਉਹ ਹੈ ਜਿਹੜੇ ਕਥਾ ਕੀਰਤਨ ਦਾ ਪ੍ਰੇਮ ਕਰਕੇ ਕਰਦੇ ਆ ਤੇ ਮਹਾਰਾਜ ਦਇਆ ਕਰਕੇ ਮਾਇਆ ਵੀ ਦੇਈ ਜਾਂਦੇ ਆ। ਇੱਕ ਉਹ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਤੇ ਕਥਾ ਕੀਰਤਨ ਗੁਰਬਾਣੀ ਪੜ੍ਹਦੇ ਸੁਣਦੇ ਜਿਹੜੀ ਸੁਣਾਉਂਦੇ ਆ, ਕੇਵਲ ਤੇ ਕੇਵਲ ਧੰਦਾ ਕਰਦੇ ਆ, ਧਨ ਦਾ ਲੋਭ ਹੈ ਉਹਨਾਂ ਦੇ ਮਨ ਵਿੱਚ, ਇੱਛਾ ਰੱਖ ਕੇ ਲੋਭ ਧਾਰ ਕੇ ਮਾਇਆ ਦੇ ਖਾਤਰ ਜਿਹੜੇ ਪਾਠ ਪੂਜਾ ਕਰਦੇ ਹਨ। ਕਰਹਿ ਕੋ ਕਰਮਣ ਪ੍ਰਾਪਤ ਸ਼ੋਭਾ। ਤੇ ਉਹ ਸੰਗਤ ਦੀ ਮਾਇਆ ਲਾਲਚ ਦੇ ਨਾਲ ਕਮਾਈ ਹੋਈ ਉਹਦੇ ਨਾਲ ਖੋਟੇ ਕੰਮ ਕਰਦੇ ਆ, ਸ਼ਰਾਬਾਂ ਪੀ ਜਾਂਦੇ ਕਈ ਗ੍ਰੰਥੀ ਬਣ ਕੇ, ਕਈ ਸਾਧ ਸੰਗਤ ਦੀਆਂ ਮੀਟ ਖਾਈ ਜਾਂਦੇ ਆ, ਸਤਿਗੁਰਾਂ ਦੇ ਹਜ਼ੂਰ ਵਿੱਚ ਹੀ ਉਸੇ ਤਰ੍ਹਾਂ ਸ਼ਰਾਬਾਂ ਪੀ ਲੈਣੀਆਂ, ਨਸ਼ੇ ਖਾਈ ਜਾਣੇ, ਕੋਈ ਆ ਗੋਲੀਆਂ ਖਾਈ ਜਾਂਦਾ, ਕੋਈ ਗ੍ਰੰਥੀ ਪੋਸਤ ਖਾਈ ਜਾਂਦਾ, ਕੋਈ ਫੀਮ ਖਾਈ ਜਾਂਦਾ, ਕੋਈ ਨਸ਼ਾ ਨਹੀਂ ਛੱਡਦੇ। ਤੇ ਜੇ ਡਿਊਟੀਆਂ ਵੱਧ ਲਾਉਣੀਆਂ, ਮਾਇਆ ਦਾ ਹੀ ਲੋੜ ਆ ਨਾ, ਕਹਿੰਦੇ ਜੀ ਸਾਨੂੰ ਭਾਵੇਂ ਇੱਕ ਅਖੰਡ ਪਾਠ ਸਾਹਿਬ ਵਿੱਚ 10-10 ਡਿਊਟੀਆਂ ਲਵਾ ਦਿਓ, 2 ਗੋਲੀਆਂ ਦੇ ਫੱਕੇ ਵੱਧ ਮਾਰੇ ਤੇ ਫਿਰ ਤਾਬਿਆ ਬਹਿ ਜਾਂਦੇ ਆ। ਇਹੋ ਜਿਹੀ ਹਾਲਤ ਉਹਨਾਂ ਦੀ ਹੈ। ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ, ਪਾਤਸ਼ਾਹ ਕਹਿੰਦੇ ਵੀ ਜਿਹੜੇ ਇਹੋ ਜਿਹੇ ਆ ਨਾ, ਵੀ ਧਨ ਕਰਕੇ ਹੀ ਧਰਮ ਨੂੰ ਧੰਦਾ ਬਣਾਉਂਦੇ ਆ, ਪਾਠ ਪੂਜਾ ਕਰਦੇ ਆ, ਪਰ ਕਰਦੇ ਤਾਂ ਜੇ ਮਾਇਆ ਮਿਲੇ ਤਾਂ, ਆਪਦਾ ਕੋਈ ਨਿਤਨੇਮ ਨਹੀਂ, ਮਾਇਆ ਲੈਂਦੇ ਆ ਤੇ ਮਾਇਆ ਲੈਣ ਤੋਂ ਬਿਨਾਂ ਕੋਈ ਪਾਠ ਪੂਜਾ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਨਹੀਂ। ਸਾਧ ਸੰਗਤ ਜੀ, ਟਕਸਾਲਾਂ ਦੀ ਪੁਰਾਣੀ ਮਰਿਆਦਾ ਹੁਣ ਵੀ ਹੈ ਜਿੱਥੇ ਹੈ। ਜਿਹੜਾ ਕੋਈ ਗਿਆਨੀ ਸਿੰਘ ਹੁੰਦਾ ਸੀ ਨਾ, ਤੇ ਜਾਂ ਕੋਈ ਟਕਸਾਲ ਦਾ ਸਿੰਘ, ਉਹਨੂੰ ਕਹਿੰਦੇ ਸੀ ਵੀ ਇਹ ਟਕਸਾਲੀ, ਜਿਹਨੂੰ 5 ਗ੍ਰੰਥੀ ਕੰਠ ਹੁੰਦੀ ਸੀ। ਅਜੇ ਵੀ ਸਿੰਘਾਂ ਨੂੰ 5 ਗ੍ਰੰਥੀ ਕੰਠ ਹੈ। ਜਿਸ 5 ਗ੍ਰੰਥੀ ਵਿੱਚ ਜਪਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ, ਆਸਾ ਦੀ ਵਾਰ, ਦੱਖਣੀ ਓਅੰਕਾਰ, 52 ਅੱਖਰੀ, ਸੁਖਮਣੀ ਸਾਹਿਬ, ਆਨੰਦ ਸਾਹਿਬ, ਆਸਾ ਦੀ ਵਾਰ, ਇਹ ਬਾਣੀਆਂ 5 ਗ੍ਰੰਥੀ ਵਿੱਚ ਹਨ। ਤੋ ਇੰਨੀ ਬਾਣੀ ਜ਼ੁਬਾਨੀ ਕੰਠ ਹੁੰਦੀ ਸੀ ਤੇ ਖਾਲਸਾ ਜੀ ਉਹ ਕੋਈ ਆਪਦੇ ਆਪ ਨੂੰ ਸਿੰਘ ਕਹਾਉਂਦੇ ਹੁੰਦੇ ਸੀ। ਹੁਣ ਵੀ ਉਹ ਦਰਪਣ ਵਿੱਚ ਗਿਆਨੀ ਗੁਰਬਚਨ ਸਿੰਘ ਦੀ ਮਹਾਂਪੁਰਖਾਂ ਜਿਵੇਂ ਲਿਖਿਆ ਹੋਇਆ ਵੀ ਕਮ ਸੇ ਕਮ ਜਿਹੜਾ ਕੋਈ ਗ੍ਰੰਥੀ ਸਿੰਘ ਹੈ, ਉਹਨੂੰ 7 ਬਾਣੀਆਂ ਨਿਤਨੇਮ ਦੀਆਂ ਤਾਂ ਕਮ ਸੇ ਕਮ ਕੰਠ ਹੋਣ ਨਾ, ਕਮ ਸੇ ਕਮ ਘੱਟੋ ਘੱਟ 5 ਬਾਣੀਆਂ ਅੰਮ੍ਰਿਤ ਵੇਲੇ ਰਹਿਰਾਸ ਸਾਹਿਬ ਤੇ
ਕੀਰਤਨ ਸੋਹਿਲਾ। ਸੰਧਿਆ ਸਮੇਂ ਦੀ ਇੰਨੀ ਬਾਣੀ ਤਾਂ ਕਮ ਸੇ ਕਮ ਕੰਠ ਹੋਵੇ ਜਿਹਨੇ ਮਹਾਰਾਜ ਦੀ ਤਾਬਿਆ ਬਹਿਣਾ, ਜਿਹਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਹੱਥ ਬੰਨ੍ਹ ਕੇ ਅਰਦਾਸ ਕਰਨੀ ਹੈ। ਤੋ ਇਸ ਤਰ੍ਹਾਂ ਉਹੀ ਪ੍ਰਸੰਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਇਆ ਕਰਕੇ ਦੱਸ ਹੀ ਰਹੇ ਹੈ। ਤੋ ਕਹਿੰਦੇ ਮਹਾਰਾਜ ਵੀ ਇੱਕ ਤਾਂ ਨਿਰਲੋਭ ਹੋ ਕਰਕੇ ਬਾਣੀ ਪੜ੍ਹਦੇ ਹੈ ਅਤੇ ਮਾਇਆ ਵੀ ਗੁਜ਼ਾਰੇ ਜੋਗੀ ਸੰਗਤ ਦੇਈ ਜਾਂਦੀ ਹੈ। ਇੱਕ ਕੇਵਲ ਅਤੇ ਕੇਵਲ ਗੁਰਬਾਣੀ ਪੜ੍ਹਦੇ ਕਥਾ ਕੀਰਤਨ ਕਰਦੇ ਹੀ ਮਾਇਆ ਵਾਸਤੇ ਹੈ, ਲਾਲਚ ਰੱਖ ਕੇ ਉਹ ਮਾਇਆ ਲੈ ਕੇ ਫਿਰ ਸਿੱਧਾ ਕੰਮ ਕੋਈ ਨਹੀਂ ਕਰਦੇ, ਨਸ਼ਾ ਖਾਈ ਜਾਂਦੇ ਹੈ, ਖੋਟੇ ਕਰਮ ਕਰਦੇ ਹੈ ਅਤੇ ਸੋਭਾ ਚਾਹੁੰਦੇ ਆ ਵੀ ਹੋਰ ਸਾਡੀ ਸੋਭਾ ਹੋਵੇ। ਵੀ ਜਿਵੇਂ ਕਈ ਆ ਉਹ ਵਿਸ਼ਈਆਂ ਨਾਲ ਯਾਰੀਆਂ ਦੋਸਤੀਆਂ ਪਾ ਕੇ ਜਿਹੜੇ ਆ ਗੁਰੂ ਕੇ, ਅਤੇ ਉਹ ਇਹ ਇੱਛਾ ਰੱਖਦੇ ਆ ਵੀ ਖਰੇ ਲੀਡਰਾਂ ਦੇ ਨਾਲ ਅਤੇ ਉਹੋ ਜਿਹਾ ਨਾ ਯਾਰੀ ਲਾ ਕੇ ਅਤੇ ਬੜੀ ਸਾਡੀ ਸੋਭਾ ਹੋ ਜੀ, ਇਹਦੀ ਬੜੀ ਚੱਲਦੀ ਆ ਜੀ ਗੁਰੂ ਕਾ ਹੋ ਕੇ ਵੀ। ਤੋ ਪਾਤਸ਼ਾਹ ਕਹਿੰਦੇ ਜਿਹੜੇ ਸੋਭਾ ਲੋਚਦੇ ਆ ਨਾ ਝੂਠੀ ਸੰਸਾਰ ਦੀ ਸੰਗਤ ਦੀ ਮਾਇਆ ਨਾਲ ਵਿਸ਼ੇ ਭੋਗਦੇ ਖੋਟੇ ਕੰਮ ਕਰਦੇ ਹਨ। ਜਿਮ ਇਹ ਮਨ ਪ੍ਰਕਾਸ਼ ਕੋ ਪਾਏ। ਗਰੀਬ ਨਵਾਜ ਕਹਿੰਦੇ ਉਹ ਸੱਪ ਹੈ ਭਾਈ ਸਾਰੇ ਹੀ। ਜਿਵੇਂ ਮਣੀ ਵਾਲਾ ਕੋਈ ਸੱਪ ਮਣੀ ਦੇ ਪ੍ਰਕਾਸ਼ ਨੂੰ ਪਾ ਕੇ ਸਿਰ ਦੀ ਮਣੀ ਜੀ ਲਾਹ ਕੇ ਰੱਖ ਦਿੰਦਾ ਹੈ, ਪੁੰਨਿਆਂ ਵਾਲੇ ਦਿਨ ਚੰਦਰਮਾ ਦੀਆਂ ਕਿਰਨਾਂ ਪੈ ਕੇ ਮਣੀ ਲਿਸ਼ਕਦੀ, ਉਹਦੇ ਵਿੱਚੋਂ ਅੰਮ੍ਰਿਤ ਨਿਕਲਦਾ। ਜਦੋਂ ਅੰਮ੍ਰਿਤ ਨਿਕਲਦਾ ਪ੍ਰਕਾਸ਼ ਨਾਲ ਬੀਨ ਬੀਨ ਕਿਰਮਨ ਕੋ ਖਾਏ, ਅਤੇ ਮਣੀ 'ਤੇ ਕੀੜੇ ਆਉਂਦੇ ਆ, ਫਿਰ ਮਿੱਠਾ ਰਸ ਨਿਕਲਦਾ ਨਾ ਮਣੀ 'ਚੋਂ। ਹੁਣ ਸੱਪ ਮਣੀ ਦਾ ਪ੍ਰਕਾਸ਼ ਲੈਣ ਵਾਸਤੇ ਥੋੜ੍ਹਾ ਉਹਨੂੰ ਰੱਖਦਾ ਪਿਆ, ਉਹ ਅੱਗੇ ਰੱਖ ਦਿੰਦਾ ਅਤੇ ਜਦੋਂ ਉਹ ਆ ਕੇ ਭਰਮਟ ਆਦਿਕ ਬਹਿੰਦੇ ਆ ਅਤੇ ਚੁਣ ਚੁਣ ਕੇ ਕੀੜੇ ਖਾਈ ਜਾਂਦੇ ਆ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਕੋਈ ਵਿੱਦਿਆ ਹੈ, ਜਿਹੜੀ ਕੋਈ ਪਾਠ ਪੂਜਾ ਹੈ, ਵੀ ਇੱਕ ਮਣੀ ਹੈ। ਇੱਥੇ ਜ਼ਿਕਰ ਭਾਵੇਂ ਨਹੀਂ ਆਇਆ, ਕਹਿੰਦੇ ਆ ਤਿੰਨ ਤਰ੍ਹਾਂ ਦੇ ਵਿਦਵਾਨ ਜਾਂ ਕੋਈ ਪਾਠ ਪੂਜਾ ਕਰਨ ਵਾਲੇ ਤਿੰਨ ਤਰ੍ਹਾਂ ਦੇ ਹੁੰਦੇ ਹੈ। ਉਹ ਸੱਪ ਦੀ ਤੁਲਨਾ ਦੇ ਕੇ ਕਹਿੰਦੇ ਇੱਕ ਸੱਪ ਉਹ ਹੁੰਦਾ ਹੈ ਜਿਹਨੂੰ ਮਣੀ ਪ੍ਰਾਪਤ ਹੋ ਜਾਂਦੀ ਹੈ ਤਪੱਸਿਆ ਕਰਕੇ, ਉਮਰ ਵੱਡੀ ਕਰਕੇ। ਜਦੋਂ ਪੁੰਨਿਆਂ ਦੀ ਰਾਤ ਆਉਂਦੀ ਹੈ ਉਹ ਆਪਣੀ ਮਣੀ ਰੱਖ ਦਿੰਦਾ ਰੜੇ ਮੈਦਾਨ ਵਿੱਚ, ਚੰਦਰਮਾ ਦੀਆਂ ਕਿਰਨਾਂ ਪੈ ਪੈ ਕੇ ਉਹ ਮਣੀ ਵਿੱਚੋਂ ਅੰਮ੍ਰਿਤ ਸਿਮਦਾ ਹੈ, ਅਤੇ ਜਦੋਂ ਅੰਮ੍ਰਿਤ ਸਿਮਦਾ ਹੈ ਅਤੇ ਕੀੜੇ ਮਕੌੜੇ ਆਉਂਦੇ ਹੈ, ਇਹ ਕੀੜੇ ਮਕੌੜੇ ਖਾਂਦਾ। ਵੀ ਇਹ ਕੌਣ ਹੈ ਖਾਲਸਾ ਜੀ? ਜਿਹੜੇ ਲੋਕ ਕੋਈ ਵਿੱਦਿਆ ਕਥਾ ਕੀਰਤਨ ਧਰਮ ਦੇ ਨਾਂ 'ਤੇ ਕੋਈ ਧੰਦਾ ਕਰਦੇ ਆ, ਵੀ ਪੜ੍ਹੇ ਲਿਖੇ ਬਹੁਤ ਹੈ, ਵਿਦਵਾਨ ਵੀ ਬੜੇ ਹੈ, ਉਹ ਮਣੀ ਕਿਉਂ ਕੀ ਉਹਨਾਂ ਕੋਲ ਇਹ ਸੱਪ ਹੈ ਅਤੇ ਮਣੀ ਕਿਹੜੀ ਮਣੀ ਵਿੱਦਿਆ ਪਾਠ ਪੂਜਾ, ਉਹ ਬਸ ਕੱਢ ਕੇ ਰੱਖ ਦਿੰਦੇ ਆ। ਅਤੇ ਜਿਵੇਂ ਕੀੜੇ ਮਕੌੜੇ ਖਾਂਦਾ ਨਾ ਸੱਪ ਮਣੀ ਤੋਂ, ਉਵੇਂ ਇਹ ਉਹ ਆਪਦੀ ਵਿੱਦਿਆ ਵਿਖਾ ਕੇ ਨਾ ਵਿਦਵਤਾ ਅਤੇ ਉਹਦੇ ਤੋਂ ਪੈਸੇ ਇਕੱਠੇ ਕਰਦੇ ਆ ਵੀ ਅਸੀਂ ਬਹੁਤ ਵਿਦਵਾਨ ਹੈ ਜੀ, ਸਾਡੇ ਕੋਲ ਬੜਾ ਜੀ ਕਥਾ ਦਾ ਗੁਣ ਹੈ, ਅਸੀਂ ਬੜੇ ਰਾਗੀ ਹਾਂ ਜੀ, ਗਲਾ ਬਹੁਤ ਹੈ। ਉਹ ਕੇਵਲ ਮਾਇਆ ਤਾਂ ਪਰਮੇਸ਼ਰ ਦੇ ਹੀ ਦਿੰਦਾ ਨਾ, ਪਹਿਲੋ ਦੇਤਾ ਰਿਜ਼ਕ ਸੰਭਾਹ, ਪਿੱਛੋਂ ਦੇਤਾ ਹੈ ਜੰਤ ਉਪਾਹ। ਪਰ ਕੀ ਕਰਦੇ ਆ ਵੀ ਉਹ ਵਿੱਦਿਆ ਇੱਕ ਸੱਪ ਦੀ ਮਣੀ ਵਾਂਗੂ ਬਣਾਈ ਹੋਈ ਇਸ ਤਰ੍ਹਾਂ ਵਰਤਦੇ ਆ ਵੀ ਜਿਵੇਂ ਕੀੜੇ ਮਕੌੜੇ ਸੱਪ ਖਾਂਦਾ। ਇਹ ਆਪਦੀ ਵਿੱਦਿਆ ਵਿਦਵਤਾ ਵਿਖਾ ਕੇ ਅਤੇ ਪੈਸਾ ਇਕੱਠਾ ਕੇਵਲ ਕਰਦੇ, ਕੋਈ ਪਿਆਰ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ। ਇਸੇ ਤਰ੍ਹਾਂ ਇੱਕ ਉਹ ਸੱਪ ਹੈ ਖਾਲਸਾ ਜੀ ਦੂਜੇ ਦਰਜੇ ਦੇ, ਜਦੋਂ ਪੁੰਨਿਆਂ ਦੀ ਰਾਤ ਨੂੰ ਮਣੀ ਕੱਢ ਕੇ ਰੱਖ ਦਿੰਦਾ ਅਤੇ ਹੰਕਾਰ ਆ ਜਾਂਦਾ ਵੀ ਸੱਪ ਤਾਂ ਬਹੁਤ ਤੁਰੇ ਫਿਰਦੇ ਸੰਸਾਰ 'ਤੇ, ਪਰ ਮੇਰੇ ਵਰਗਾ ਸੱਪ ਕੋਈ ਨਹੀਂ, ਮੇਰੇ ਕੋਲ ਮਣੀ ਹੈ। ਹੰਕਾਰ ਦਾ ਮਾਰਿਆ ਰੇਤੇ ਵਿੱਚ ਲੇਟੇ ਮਾਰਦਾ ਅਤੇ ਮਣੀ 'ਤੇ ਮਿੱਟੀ ਪੈ ਜਾਂਦੀ, ਜਗਣੋਂ ਹਟ ਜਾਂਦੀ, ਰਾਤ ਦੇ ਹਨੇਰੇ ਵਿੱਚ ਗਵਾ ਬਹਿੰਦਾ, ਫਿਰ ਤੁਰਿਆ ਫਿਰਦਾ। ਇਸ ਤਰ੍ਹਾਂ ਕੁਝ ਸਾਧ ਸੰਗਤ ਜੀ ਉਹ ਵਿਦਵਾਨ ਲੋਕ ਇਹੋ ਜਿਹੇ ਵੀ ਵਿੱਦਿਆ ਉਹ ਮਣੀ ਹੈ ਅਤੇ ਹੰਕਾਰ ਜਾਂਦੇ ਹੈ, ਅਤੇ ਜਿੱਥੇ ਹੰਕਾਰ ਆ ਜਾਂਦਾ ਸਾਧ ਸੰਗਤ ਜੀ ਵਿੱਦਿਆ ਉੱਥੇ ਰਹਿੰਦੀ ਨਹੀਂ, ਕੁਝ ਸਮੇਂ ਬਾਅਦ ਘਟਦੀ 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 ਨਾਸ਼ ਹੋ ਜਾਂਦੀ ਹੈ। ਤੀਜੇ ਦਰਜੇ ਦੇ ਖਾਲਸਾ ਜੀ ਉਹ ਸੱਪ ਹੈ, ਮਣੀ ਉਹਨਾਂ ਕੋਲ ਹੁੰਦੀ ਹੈ, ਪੁੰਨਿਆਂ ਦੀ ਰਾਤ ਨੂੰ ਮਣੀ ਬਾਹਰ ਕੱਢ ਕੇ ਰੱਖ ਦਿੰਦੇ ਹੈ, ਚੰਦਰਮਾ ਦੀਆਂ ਕਿਰਨਾਂ ਦੇ ਨਾਲ ਜਦੋਂ ਅੰਮ੍ਰਿਤ ਰਿਸਦਾ ਨਾ ਮਣੀ 'ਚੋਂ, ਅੰਮ੍ਰਿਤ ਚੱਟ ਕੇ ਆਪਦੀ ਜ਼ਹਿਰ ਮਾਰਦਾ, ਸਾਰੀ ਜ਼ਹਿਰ ਸ਼ਾਂਤ ਕਰ ਲੈਂਦਾ ਹੈ। ਇਸ ਤਰ੍ਹਾਂ ਕੁਝ ਗੁਰਮੁਖ ਪਿਆਰੇ ਉਹ ਹੈ, ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਐ ਗਿਆਨ, ਕੋਈ ਗ੍ਰੰਥ ਕੋਈ ਵਿਦਵਤਾ ਪੜ੍ਹੇ ਹੋਏ ਹੈ, ਕਥਾ ਕੀਰਤਨ ਕਰਦੇ ਹੈ, ਉਹ ਮਣੀ ਰੱਖ ਲੈਂਦੇ ਹੈ ਸੰਗਤ ਵਿੱਚ, ਨਾਲੇ ਸੰਗਤ ਆਨੰਦ ਲੈਂਦੀ ਜਿਹੜਾ ਅੰਮ੍ਰਿਤ ਰਿਸਦਾ ਸਾਧ ਸੰਗਤ ਜੀ ਗੁਰਬਾਣੀ ਰੂਪ,
ਤੇ ਉਹ ਮਹਾਰਾਜ ਦੇ ਉਪਦੇਸ਼ ਨੂੰ ਜਾਂ ਵਿਦਿਆ ਵਿੱਚ ਜਿਹੜਾ ਵਿਰਾਗ ਰੂਪੀ ਅੰਮ੍ਰਿਤ ਰਿਸਦਾ ਹੈ ਨਾ, ਉਹਨੂੰ ਚੱਟ ਕੇ ਤੇ ਆਪਦੇ ਅੰਦਰ ਦੇ ਵਿਸ਼ੇ ਵਿਕਾਰ ਮਾਰ ਲੈਂਦੇ ਆ। ਵੀ ਜਦੋਂ ਕਥਾ ਕੀਰਤਨ ਕਰਨ, ਉਹ ਨਾਲ ਨਾਲ ਆਪਦੇ ਮਨ ਨੂੰ ਵੀ ਪ੍ਰੇਰੀ ਜਾਂਦੇ ਵੀ ਮਨਾ ਤੇਰੇ 'ਚ ਆ ਵੀ ਔਗਣ ਹੈ, ਤੇਰੇ 'ਚ ਆ ਵੀ ਔਗਣ ਹੈ। ਪ੍ਰਥਮੇ ਮਨ ਪ੍ਰਬੁੱਧ ਹੈ, ਆਪਣਾ ਪਾਛੇ ਅਵਰ ਰੀਝਾਵੈ। ਪਹਿਲਾਂ ਆਪਦਾ ਮਨ ਭਾਈ ਆਹ ਗੱਲ ਕਰਨੀ ਹੈ, ਇਹ ਵਿਦਿਆ ਕਥਾ ਕਰੇਗਾ ਤੇ ਇੱਥੇ ਆਹ ਪ੍ਰਸੰਗ ਕਹਿਣਾ ਹੈ, ਤੇ ਚੰਗਾ ਹੈ ਵੀ ਪਹਿਲਾਂ ਤੂੰ ਆਪਦਾ ਵਿਸ਼ਾ ਛੱਡ ਦੇ ਜਿਹੜਾ ਵਕਾਰ ਭੋਗਦਾ ਹੈ। ਵੀ ਉਹ ਸੱਪ ਉਸ ਵਰਗੇ ਜਿਹੜਾ ਸੱਪ ਜ਼ਹਿਰ ਆਪਣਾ ਚੱਟ ਕੇ ਮਣੀ ਦੇ ਅੰਮ੍ਰਿਤ ਨੂੰ ਤੇ ਆਪਦੀ ਜ਼ਹਿਰ ਮਾਰ ਲੈਂਦਾ, ਉਹ ਗੁਰਮੁਖ ਪਿਆਰੇ ਖਾਲਸਾ ਜੀ ਵਿਦਿਆ ਦੇ ਰਾਹੀਂ ਆਪਦੇ ਮਨ ਦੇ ਸਾਰੇ ਵਿਸ਼ੇ ਵਿਕਾਰ ਮਾਰ ਲੈਂਦੇ ਹੈ। ਪਾਤਸ਼ਾਹ ਕਹਿੰਦੇ ਜਿਹੜੇ ਲੋਭੀ ਆ ਧਨ ਦੇ ਭਾਈ ਉਸ ਸੱਪ ਵਰਗੇ ਹੈ ਜਿਹੜਾ ਮਣੀ ਨੂੰ ਆਪਦੇ ਭਲੇ ਵਾਸਤੇ ਨਹੀਂ ਵਰਤਦਾ, ਕੇਵਲ ਤੇ ਕੇਵਲ ਕੀੜੇ ਖਾਣ ਵਾਸਤੇ ਵਰਤਦਾ। ਉਵੇਂ ਮਾਇਆ ਵਾਸਤੇ ਵਿਦਿਆ ਵਰਤੀ ਜਾਂਦੇ ਆ। ਤਿਮ ਤਿਨ ਨਰਕੀ ਕ੍ਰਿਤ ਪਛਾਨੋ। ਇਸ ਤਰ੍ਹਾਂ ਉਹ ਸੱਪ ਵਰਗੀ ਇਹਨਾਂ ਮਨੁੱਖਾਂ ਦੀ ਲਾਲਚੀਆਂ ਦੀ ਕਿਰਤ ਪਛਾਨੋ, ਕਰਨੀ ਪਛਾਨੋ ਜੀ। ਪਾਠ ਸੁਨਾਏ ਲੈ ਦਰਬ ਮਹਾਨੋ। ਤੇ ਪੜ੍ਹ ਕੇ ਸੁਣਾਉਂਦੇ ਪਰ ਕਹਿੰਦੇ ਮਾਇਆ ਲਵਾਂਗੇ ਭਾਈ ਖੁੱਲੀ ਡੁੱਲੀ। ਇਸ ਤਰ੍ਹਾਂ ਮੂੰਹ ਮੰਗ ਕੇ ਕਿਸੇ ਨੂੰ ਉਪਦੇਸ਼ ਤੇ ਭਲੇ ਦੀ ਗੱਲ ਸੁਣਾਉਂਦੇ ਹਨ। ਕਰਹਿ ਕੁਕਰਮ ਭੋਗ ਤ੍ਰਿਯ ਪਰ ਕੋ। ਤੇ ਉਹ ਮਾਇਆ ਸੰਗਤ ਦੀ ਫਿਰ ਚੰਗੇ ਕੰਮ ਨਹੀਂ ਲਾਉਣੀ, ਉਹ ਸੰਗਤ ਦੀ ਮਾਇਆ ਦੇ ਨਾਲ ਖੋਟੇ ਕੰਮ ਕਰਦੇ ਆ, ਨਸ਼ਾ ਆਦਿਕ ਕਰਦੇ ਆ, ਵਿਸ਼ੇ ਭੋਗਦੇ, ਬਦਮਾਸ਼ੀ ਕਰਦੇ ਆ, ਪਰਾਇਆ ਰੂਪ ਭੋਗਦੇ ਹਨ। ਸਿਮਰਹਿ ਨਹਿ ਸਤਿਨਾਮ ਸੁਬਰ ਕੋ। ਤੇ ਜਿਹੜਾ ਸ਼੍ਰੇਸ਼ਟ ਸਾਰਿਆਂ ਤੋਂ ਵਾਹਿਗੁਰੂ ਨਾਮ ਹੈ, ਉਹਦਾ ਕੋਈ ਸਿਮਰਨ ਅਭਿਆਸ ਨਹੀਂ ਕਰਦੇ। ਜਿੰਨੀ ਵੀ ਬਸ ਭਜਨ ਬੰਦਗੀ ਪੂਜਾ ਕਰਦੇ, ਉਨੀ ਦੇ ਪੈਸੇ ਲੈ ਕੇ ਕਰਦੇ ਆ, ਕੋਈ ਵੱਧ ਨਹੀਂ ਕਰਦੇ ਹਨ। ਨਰਕ ਸਿਧਾਰਹਿ ਗੁਰ ਨਾ ਸਹਾਏ। ਮਹਾਰਾਜ ਕਹਿੰਦੇ ਚਾਹੇ ਜਿੰਨਾ ਮਰਜੀ ਬਾਣੀ ਪੜ੍ਹਦੇ ਆ, ਗੁਰੂ ਸਹਾਇਤਾ ਨਹੀਂ ਕਰੂ ਗੁਰੂ ਨਾਨਕ ਪਾਤਸ਼ਾਹ ਅੰਤਲੇ ਸਮੇਂ ਨਰਕਾਂ ਨੂੰ ਜਾਵਣਗੇ। ਬਿਨ ਸਹਾਇਤਾ ਬਹੁ ਦੁਖ ਪਾਏ। ਜਦੋਂ ਗੁਰੂ ਸਹਾਇਤਾ ਨਹੀਂ ਕਰਦਾ ਫਿਰ ਸਿੱਖ ਬੜਾ ਦੁੱਖ ਪ੍ਰਾਪਤ ਕਰਦਾ ਹੈ, ਇਹ ਵੀ ਦੁਖੀ ਹੋਵਣਗੇ ਸਾਰੇ। ਸੁਣ ਸਿੱਖਣ ਗੁਰ ਬਾਕ ਵਿਸਾਲਾ। ਸੁਣ ਕੇ ਸਿੱਖਾਂ ਨੇ ਮਹਾਰਾਜ ਦੇ ਵੱਡੇ ਬਚਨਾਂ ਤਾਈਂ ਲੱਗੇ ਸੁਕਰਮਣ ਗਨ ਤਿਸ ਕਾਲਾ। ਤੇ ਸ਼੍ਰੇਸ਼ਟ ਕਰਮ ਕਰਨ ਲੱਗੇ ਆ, ਵੀ ਲੋਭ ਤੋਂ ਰਹਿਤ ਹੋ ਕਰਕੇ ਬਾਣੀ ਪੜ੍ਹਨ ਲੱਗੇ ਆ। ਤੋ ਜੇ ਕੁਝ ਮਿਲ ਗਿਆ ਤੇ ਚੜ੍ਹਦੀ ਕਲਾ, ਜੇ ਨਾ ਮਿਲਿਆ ਤੇ ਚਲੋ ਆਪਣੇ, ਕਿਉਂਕਿ ਮਾਇਆ ਦੇ ਕੇ ਉਹ ਭਜਨ ਸੁਖਮਣੀ ਸਾਹਿਬ ਜੋ ਪਾਠ ਉਹ ਤਾਂ ਅਗਲੇ ਨੇ ਲੈ ਹੀ ਲੈਣਾ, ਜੇ ਨਾ ਦਿਓ ਤੇ ਚਲੋ ਬਾਣੀ ਤਾਂ ਪੱਲੇ ਰਹਿ ਹੀ ਜਾਏਗੀ ਨਾ। ਇਸ ਤਰ੍ਹਾਂ ਸ਼੍ਰੇਸ਼ਟ ਕਰਮਾਂ ਨੂੰ ਉਹ ਗੁਰਮੁਖ ਪਿਆਰੇ ਲੱਗੇ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਉਪਦੇਸ਼ ਸੁਣਿਆ ਹੈ। ਤੋ ਇਹ ਗਰੀਬ ਨਵਾਜ ਮਹਾਰਾਜ ਜੀਆਂ ਬਹੁਤ ਦਇਆ ਕੀਤੀ। ਇਵੇਂ ਸਾਧ ਸੰਗਤ ਜੀ ਜਿੰਨੇ ਸਾਡੇ ਮਨ ਦੇ ਸ਼ੰਕੇ ਸੰਸ਼ੇ ਹੈ, ਉਹ ਇਹ ਕਥਾ ਦੁਆਰਾ ਕਵੀ ਜੀਆਂ ਬੜੇ ਵਿਧੀ ਦੇ ਨਾਲ ਇਹ ਪ੍ਰਸੰਗ ਲਿਖੇ, ਮਹਾਰਾਜ ਦੇ ਮੁਖੋਂ ਕਹਾ ਤੇ ਸਾਰੇ ਪ੍ਰਸੰਗ ਤੇ ਸਾਡੇ ਪੰਥ ਦੇ ਜਾਂ ਜਿੰਨੇ ਵੀ ਅੱਜ ਝਗੜੇ ਆ, ਉਹ ਸਾਰਿਆਂ ਦਾ ਹੀ ਸੱਚੇ ਪਾਤਸ਼ਾਹ ਜੀ ਤਰਤੀਬ ਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਵਾਬ ਦੇਈ ਜਾਂਦੇ ਹਨ। ਤੋ ਇੱਥੇ ਵੀ ਨਿਰਣਾ ਹੋ ਗਿਆ ਕਿ ਜਿਹੜੇ ਲੋਭ ਕਰਕੇ ਪਾਠ ਪੂਜਾ ਕਰਦੇ ਉਹਨਾਂ ਦੀ ਕੀ ਹਾਲਤ ਹੈ, ਤੇ ਜਿਹੜੇ ਕੋ ਨਿਸ਼ਕਾਮੀ ਹੈ ਸੇਵਾ ਕਰਤੋ ਇਹ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਉਹਨਾਂ ਦੀ ਰੱਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪ ਕਰਦੇ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਰਕ ਸਿਧਾਰਹਿ ਗੁਰ ਨਾ ਸਹਾਏ। ਬਿਨ ਸਹਾਇਤਾ ਬਹੁ ਦੁਖ ਪਾਏ। ਸੁਣ ਸਿੱਖਣ ਗੁਰ ਬਾਕ ਵਿਸਾਲਾ। ਲੱਗੇ ਸੁਕਰਮਨ ਗਨ ਤਿਸ ਕਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।